ਜਿਹੜੇ 328 ਸਰੂਪ ਲਾਪਤਾ ਗੁੰਮ ਹੋ ਗਏ। ਇਹ ਦੋ ਸ਼ਬਦਾਂ ਨੇ ਸਾਡਾ ਬੜਾ ਵੱਡਾ ਕੌਮ ਦਾ ਨੁਕਸਾਨ ਕੀਤਾ। ਕੌਮ ਜਿਹੜੀ ਸੀ ਇੱਕਦਮ ਦੁਬਦਾ 'ਚ ਪੈ ਗਈ ਕਿ ਕਿਤੇ ਗੁਰੂ ਵੀ ਗੁੰਮ ਹੋਇਆ, ਕਿਤੇ ਗੁਰੂ ਵੀ ਲਾਪਤਾ ਹੋਇਆ। ਸੋ ਮੈਂ ਸਮਝਦੀ ਹਾਂ ਕਿ ਉਸ ਵੇਲੇ ਜਿਹੜੇ ਸ਼ਬਦ ਅਚਨਚੇਤ ਨਿਕਲ ਗਏ ਜਾਂ ਗਲਤੀ ਨਾਲ ਨਿਕਲ ਗਏ, ਉਹਦੇ ਕਰਕੇ ਸਮਝਦੇ ਆ ਕਿ ਸਿੱਖ ਕੌਮ ਦੀ ਮਨ ਦੀ ਭਾਵਨਾ ਜਿਹੜੀ ਸੀ ਕਲਪੀ। ਮੈਂ ਮਾਫੀ ਮੰਗਦੀ ਹਾਂ ਪ੍ਰਧਾਨ ਜੀ ਕੋਲੋਂ ਨਿਕਲ ਗਿਆ ਉਸ ਵੇਲੇ, ਕਿਉਂਕਿ ਮੈਂ ਇਸ ਵੇਲੇ ਉਸ ਰੁਤਬੇ ਤੇ ਬੈਠੀ ਹੋਈ ਹਾਂ। ਮੈਂ ਸਮਝਦੀ ਹਾਂ ਕਿ ਮੇਰਾ ਫਰਜ਼ ਬਣਦਾ ਕਿ ਭਾਵੇਂ ਪਿਛਲੇ ਪ੍ਰਧਾਨਾਂ ਕੋਲੋਂ ਕੋਈ ਗਲਤੀ ਹੋਈ ਹੋਵੇ ਤੇ ਮੈਂ ਉਹਦੇ ਵਾਸਤੇ ਖਿਮਾ ਦੀ ਜਾਚ ਕਰਾਂ। ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਉਹ ਜਿਹੜਾ ਜ਼ਖਮੀ ਸਰੂਪ ਹੈ ਉਹਦੇ ਦਰਸ਼ਨ ਕਰਵਾਏ ਗਏ ਸੰਗਤਾਂ ਨੂੰ 3 ਦਿਨ। ਕਿਸ ਤਰ੍ਹਾਂ ਦੱਖਣੀ ਬਾਈ ਵੱਲੋਂ ਗੋਲੀ ਆਈ, ਕਿੱਦਾਂ ਉਹ ਚੀਰਦਿਆਂ ਹੋਇਆਂ ਜਿਲਦ ਦੇ ਵਿੱਚੋਂ ਦੀ ਤੇ ਅੰਦਰਲੇ ਪਾਸੇ 90 ਅੰਕ ਤੱਕ ਗਈ। ਕਿਸ ਤਰ੍ਹਾਂ ਬਾਣੀ ਨੂੰ ਉਹਨੇ ਚੀਰਿਆ। ਉਹ ਜਦੋਂ ਬਾਣੀ ਨੂੰ ਚੀਰਦੀ ਗਈ ਤੇ ਉੱਥੇ ਹੀ ਮੇਰੇ ਭਾਵੁਕਤਾ ਆ ਗਈ ਤੇ ਮੇਰੀ ਅੱਖਾਂ 'ਚ ਹੰਝੂ ਛੁੱਟ ਗਏ। ਜੇ ਸਾਡੇ ਮਨ ਨੂੰ ਇੰਨਾ ਦਰਦ ਆਇਆ, ਅਸੀਂ ਮਹਿਸੂਸ ਕਰ ਰਹੇ ਹਾਂ, ਤੇ ਜਿਹੜੇ ਲੋਕ ਇਹਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਇਤਿਹਾਸ ਵਿੱਚ ਇਹ ਵੀ ਕਾਲਾ ਸਮਾਂ ਆਇਆ ਸੀਗਾ, ਇਹ ਵੀ ਕਾਲਾ ਦੌਰ ਆਇਆ ਸੀਗਾ। ਕਿ ਜਿਹੜਾ ਅਸੀਂ ਕਹਿੰਦੇ, ਲੋਕੀ ਕਹਿੰਦੇ ਝੂਠ ਬੋਲਦੇ ਆ, ਸਿਆਸੀ ਵਿਰੋਧੀ ਜਿਹੜੇ ਉਹ ਕਹਿੰਦੇ ਝੂਠ ਬੋਲਦੇ ਆ। ਕਿੱਥੇ ਉਹ ਗ੍ਰੰਥ, ਕਿੱਥੇ ਹੈ? ਜਦੋਂ ਅੱਖਾਂ ਨਾਲ ਦੇਖ ਲੈਣਗੇ ਕੁਝ ਲੋਕ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਇਹ ਸੱਚ ਬੋਲਦੇ ਆ। ਜਿਹੜਾ ਸਾਡਾ ਉਸ ਸਥਾਨ ਦੀ ਪਵਿੱਤਰਤਾ ਦਾ ਨੁਕਸਾਨ ਹੋਇਆ, ਉਸ ਭਾਰਤ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਵਾਸਤੇ, ਅਹਿਸਾਸ ਕਰਨ ਵਾਸਤੇ ਕਿ ਉਹ ਕੌਮ ਨਾਲ ਇਹ ਆਪਣਾ ਦੱਸਣ ਕਿ ਕੀ ਇਹ ਜ਼ੁਲਮ ਨਹੀਂ ਸੀ। ਉਹ ਕਹਿੰਦੇ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 37 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ ਤਾਂ ਦਿਖਾ ਦਿੱਤਾ ਜਿਹਦੇ 'ਚ ਗੋਲੀ ਲੱਗੀ ਸੀ, ਪਰ 2015 ਦੇ ਵਿੱਚ ਜਿਸ ਸਰੂਪ ਦੀ ਬੇਅਦਬੀ ਕੀਤੀ ਗਈ ਸੀ ਉਹ ਸਰੂਪ ਕਿਉਂ ਨਹੀਂ ਦਿਖਾਉਂਦੇ? ਮਾਨਯੋਗ ਜੱਜ ਜੀ ਨੂੰ ਮੈਂ ਬੇਨਤੀ ਕਰਾਂਗੀ ਕਿ ਵਿਰੋਧਤਾ ਕਰਕੇ ਵਿਰੋਧ ਨਾ ਕਰੋ। ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਦੋਸ਼ੀ ਲੱਭਣ, ਸਰਕਾਰ ਕਟਹਿਰੇ 'ਚ ਖੜੇ ਕਰਨ। ਜੇ ਕੋਈ ਦੋਸ਼ੀ ਲੱਭਦੇ ਹੈ, ਕੋਈ ਵੀ ਹੈ, ਉਹਨੂੰ ਫਾਹੇ ਲਾਉਣ। ਇਹਨੂੰ ਜੇ ਸਿਆਸੀ ਵਿਰੋਧੀਆਂ ਦੀ ਗੱਲ ਕਰੀਏ ਤਾਂ ਇੱਦਾਂ ਜੋੜਦੇ ਆ ਕਿਉਂਕਿ ਹੁਣ ਅਕਾਲੀ ਦਲ ਨੂੰ ਦੁਬਾਰਾ ਉੱਭਰਨ ਦੀ ਲੋੜ ਹੈ, ਇਸ ਕਰਕੇ ਉਹ ਧਾਰਮਿਕ ਪੱਤਾ ਖੇਡ ਰਹੇ। ਬੜਾ ਅਫਸੋਸ ਹੈ ਕਿ ਉਹ ਲੋਕ ਇਹ ਦੱਸ ਦੇਣ ਕਿ ਕੀ ਇਸ ਦਰਸ਼ਨ ਕਰਵਾ ਕੇ ਕੋਈ ਮਾੜਾ ਕੰਮ ਕੀਤਾ, ਕਿ ਉਹ ਇਹ ਸਮਝਦੇ ਨਹੀਂ ਕਿ 84 ਦਾ ਜਿਹੜਾ ਹਮਲਾ ਸੀਗਾ, ਇਹ ਜਿਹੜਾ ਘੱਲੂਘਾਰਾ ਸੀਗਾ, ਇਹ ਜੇ ਕਰਵਾਇਆ ਜਿਨ੍ਹਾਂ ਨੇ ਉਹ ਮਾੜਾ। ਹਾਜ਼ਰੀ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਪੋਲੀਟਿਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ, ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿਣਾ। ਕੋਸ਼ਿਸ਼ ਇਹ ਹੁੰਦੀ ਹੈ ਕਿ ਲੋਕ ਮਨਾਂ ਦੇ ਵਿੱਚ ਜਿਹੜੇ ਸਵਾਲ ਹੋਣ, ਉਹ ਸਵਾਲ ਖਾਸ ਕਰਕੇ ਉਹਨਾਂ ਸ਼ਖਸੀਅਤਾਂ ਕੋਲੋਂ ਹੀ ਉਹਨਾਂ ਦਾ ਜਵਾਬ ਲੈ ਲਿਆ ਜਾਵੇ ਜਿਨ੍ਹਾਂ ਦੇ ਨਾਲ ਉਹ ਸਭ ਤੋਂ ਵੱਧ ਵਾਬਸਤਾ ਨੇ ਜਾਂ ਸੰਬੰਧਿਤ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਇਸ ਵਕਤ ਆਪਣੇ ਨਾਲ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬੀਬੀ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰਾਈਮ ਏਸ਼ੀਆ ਤੇ ਬਹੁਤ ਧੰਨਵਾਦ ਸਮਾਂ ਦੇਣ ਲਈ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਜੀ, ਪਹਿਲੀ ਗੱਲ ਤੇ ਇਹ ਦੱਸੋ ਕਿ ਇਸ ਵਕਤ ਗਰਮੀ ਜਿਹੜੀ ਹੈ ਉਹ ਇੰਨੇ ਸਿਖਰ 'ਤੇ ਆ, ਤੇ ਇਸ ਮੌਕੇ 'ਤੇ ਜੋ ਇੱਧਰ ਬਾਹਰ ਤੱਕ ਵੀ ਸੁਣਨ 'ਚ ਆ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੇ ਲਈ ਜਿਹੜਾ ਮੋਰਚਾ ਚੱਲ ਰਿਹਾ ਉਹ ਐਜ਼ ਇਟ ਇਜ਼ ਹੀ ਮਦਦ ਚੱਲ ਰਹੀ ਹੈ। ਉਹ ਜਿਹੜਾ ਪ੍ਰਬੰਧ ਹੈ ਉਹਦੇ ਬਾਰੇ ਪਹਿਲਾਂ ਸਟਾਰਟਿੰਗ 'ਚ ਮੈਨੂੰ ਦੱਸ ਦਿਓ ਤਾਂ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਪ੍ਰਾਈਮ ਏਸ਼ੀਆ ਵੱਲੋਂ। ਦੂਸਰੀ ਗੱਲ ਹੈਗੀ ਹੈ ਕਿ ਕਿਸਾਨ ਜਿਹੜਾ ਹੈ ਉਹ ਸਾਡਾ ਸਾਰਿਆਂ ਦਾ ਅੰਨਦਾਤਾ ਹੈ। ਅਸੀਂ ਹਰ ਪਰਿਵਾਰ ਦਾ ਇੱਕ ਜੀਅ ਜਿਹੜਾ ਕਿਸਾਨੀ ਨਾਲ ਸੰਬੰਧਿਤ ਹੈ ਜੀ। ਜੇ ਕਿਸਾਨੀ ਖਤਮ ਹੁੰਦੀ ਹੈ ਤੇ ਸਮਝੋ ਸਾਡਾ ਕੇਵਲ ਸਟੇਟ ਨਹੀਂ, ਦੇਸ਼ ਨਹੀਂ, ਪੂਰੇ ਵਰਲਡ ਦੇ ਉੱਤੇ ਇਕਨੋਮਿਕ ਢਾਂਚੇ ਵਿੱਚ ਬਹੁਤ ਵੱਡੀ ਗਿਰਾਵਟ ਆਉਂਦੀ। ਇਸ ਕਰਕੇ ਕਿਸਾਨੀ ਨੂੰ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਹੈ ਜੀ। ਲਗਾਤਾਰ ਜਿਹੜੇ ਕਾਨੂੰਨ ਜੋ ਬਣੇ ਸਨ ਉਹਦੇ ਨਾਲ ਮਾਰ ਪਈ, ਕਿਸਾਨ ਜਾਗਿਆ, ਔਰ ਸਾਰੇ ਦੇਸ਼ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਜਾਗਿਆ। ਔਰ ਉਸ ਦੇ ਨਾਲ ਅਸੀਂ ਸਾਰਿਆਂ ਨੇ, ਭਾਵੇਂ ਕੋਈ ਬੱਚਾ ਸੀ, ਬਜ਼ੁਰਗ ਸੀ, ਨੌਜਵਾਨ ਸੀ, ਭਾਵੇਂ ਕੋਈ ਕਿਸਾਨ ਸੀ ਤੇ ਜਾਂ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਸੀ,
ਹਰ ਇੱਕ ਨੇ ਇਹ ਫਰਜ਼ ਸਮਝਿਆ ਕਿ ਸਾਡਾ ਸਾਰਿਆਂ ਦਾ ਇਹ ਦੁੱਖ ਹੈ, ਸਾਡੀ ਸਾਰਿਆਂ ਦੀ ਇਹ ਜਿਹੜੀ ਸੋਚ ਹੈ ਇਹ ਹੋਣੀ ਚਾਹੀਦੀ ਹੈ ਕਿ ਪਹਿਲਾਂ ਕਿਸਾਨ ਨੂੰ ਪੈਰਾਂ ਤੇ ਖੜਾ ਕਰਨਾ। ਸੋ ਇਸ ਕਰਕੇ ਉਹਦੇ ਵਾਸਤੇ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਸੀ, ਉਹਦੇ ਵਿੱਚ ਜ਼ਰੂਰੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਫਰਜ਼ ਨੂੰ ਪੂਰਾ ਕਰਦੀ। ਜੀ ਗੁਰੂ ਕੇ ਲੰਗਰ ਲਾਉਣੇ ਸਾਡਾ ਮੁੱਢਲਾ ਫਰਜ਼ ਹੁੰਦਾ ਹੈ, ਕਿਉਂਕਿ ਜਿੱਥੇ ਵੀ ਕੋਈ ਵੱਡੀ ਗਿਣਤੀ ਵਿੱਚ ਸੰਗਤਾਂ ਬੈਠੀਆਂ ਹੋਣ ਜਾਂ ਰਸਤਿਆਂ ਵਿੱਚ ਜਾਂਦੀਆਂ ਹੋਣ, ਉਹਨਾਂ ਨੂੰ ਪਹਿਲਾਂ ਗੁਰੂ ਕੇ ਲੰਗਰ ਦੀ ਸੇਵਾ ਕਰਨੀ ਸਭ ਤੋਂ ਵੱਡਾ ਅਸੀਂ ਫਰਜ਼ ਸਮਝਿਆ। ਫਿਰ ਉੱਥੇ ਜਾ ਕੇ ਅਸੀਂ ਵਾਟਰਪ੍ਰੂਫ ਟੈਂਟ ਲਾਏ, ਕਿਉਂਕਿ ਠੰਡ ਬੜੀ ਸੀ। ਫਿਰ ਵਾਟਰਪ੍ਰੂਫ ਟੈਂਟ ਵੀ ਲਾਏ। ਫਿਰ ਅਸੀਂ ਉੱਥੇ ਲੰਗਰ ਦੇ ਹਾਲ ਬਣਾ ਕੇ ਉੱਥੇ ਸੇਵਾਵਾਂ ਵੀ ਕੀਤੀਆਂ। ਉਸ ਤੋਂ ਬਾਅਦ ਮਹਿਸੂਸ ਕੀਤਾ ਕਿ ਸੰਗਤ ਵੱਡੀ ਗਿਣਤੀ ਵਿੱਚ ਜਾ ਰਹੀ ਹੈ, ਸੋ ਉਹਦੇ ਕਰਕੇ ਸਾਨੂੰ ਕੋਈ ਬਿਮਾਰੀ ਨਾ ਹੋ ਜਾਏ, ਕੋਈ ਤਕਲੀਫ ਨਾ ਆ ਜਾਏ। 5 ਐਂਬੂਲੈਂਸਾਂ ਅਸੀਂ ਫੁੱਲੀ ਇਕਵਿਪਡ ਜਿਹੜੀਆਂ ਸੀ ਉੱਥੇ ਭੇਜੀਆਂ, ਤੇ ਨਾਲ ਡਾਕਟਰ ਭੇਜੇ, ਨਰਸਜ਼ ਭੇਜੀਆਂ, ਪੂਰਾ ਅਸੀਂ ਸਮਾਨ ਗੱਡੀਆਂ ਭਰ ਕੇ ਅਸੀਂ ਮੈਡੀਸਨਸ ਦੀਆਂ ਭੇਜੀਆਂ, ਤਾਂ ਜੋ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਜਿਹੜੇ ਇਸ ਸੰਘਰਸ਼ ਵਿੱਚ ਬੈਠੇ। ਫਿਰ ਮੈਂ ਮਹਿਸੂਸ ਕੀਤਾ ਕਿ ਜਿਹੜੀਆਂ ਬੀਬੀਆਂ ਭੈਣਾਂ ਵੱਡੀ ਗਿਣਤੀ 'ਚ ਜਾ ਰਹੀਆਂ, ਦੂਸਰੇ ਮਰਦ ਜਿਹੜੇ ਸਨ ਉਹ ਤਾਂ ਇੱਧਰ ਉੱਧਰ ਜਾ ਕੇ ਕੋਈ ਨਾ ਕੋਈ ਗੁਜ਼ਾਰਾ ਕਰ ਲੈਂਦੇ ਸੀ। ਜਦੋਂ ਜਾਂਦੇ ਸੀਗੇ ਕਿ ਟੋਇਲਟਸ ਜਾਣਾ, ਵਾਸ਼ਰੂਮ ਜਾਣਾ, ਜਾਂ ਕਿਸੇ ਕਿਸਮ ਦੀ ਉਹਨਾਂ ਨੇ ਨਹਾਉਣਾ ਧੋਣਾ, ਇਸ਼ਨਾਨ ਕਰਨਾ। ਫਿਰ ਅਸੀਂ ਉਸ ਤਕਲੀਫ ਨੂੰ ਹੱਲ ਕਰਨ ਵਾਸਤੇ ਟੋਇਲਟਸ ਲਗਾਏ ਵੱਡੀ ਗਿਣਤੀ ਵਿੱਚ। ਉਹ ਟੋਇਲਟਸ ਲਗਾਉਣ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਇਹ ਜਿਹੜਾ ਸੰਘਰਸ਼ ਹੈ ਲੰਬਾ ਹੁੰਦਾ ਜਾ ਰਿਹਾ, ਇਹਦੇ ਵਾਸਤੇ ਇਹਨਾਂ ਦੀ ਅਧਿਆਤਮਕ ਸ਼ਕਤੀ ਬਣਾਉਣੀ ਵੀ ਬਹੁਤ ਜ਼ਰੂਰੀ ਹੈ। ਮਾਨਸਿਕ ਤੌਰ ਦੇ ਉੱਤੇ ਬਲਵਾਨ ਰਹਿਣ, ਕਿਤੇ ਕੋਈ ਕਿਸੇ ਕਿਸਮ ਦੀ ਇਹਨਾਂ ਦੇ ਮਨ ਨੂੰ ਪੀੜਾ ਨਾ ਹੋਵੇ। ਉਹਦੇ ਵਾਸਤੇ ਅਸੀਂ ਲਿਟਰੇਚਰ ਭੇਜਣਾ ਸ਼ੁਰੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੰਬੰਧਿਤ ਲਿਟਰੇਚਰ ਜਿਹੜਾ ਸੀਗਾ, ਵੀ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਕਿਸਾਨਾਂ ਨੂੰ ਮਾਲਕ ਬਣਾਇਆ ਜ਼ਮੀਨ ਦੇ, ਇਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ। ਧਰਮ ਪ੍ਰਚਾਰਕ, ਸਾਡੇ ਸਾਰੇ ਪ੍ਰਚਾਰਕ, ਰਾਗੀ, ਢਾਡੀ ਉੱਥੇ ਪਹੁੰਚਦੇ ਰਹੇ। ਈਵਨ ਸਟੇਜਾਂ 'ਤੇ ਵੀ ਉਹਨਾਂ ਨੇ ਜਾ ਕੇ ਹਾਜ਼ਰੀਆਂ ਲਵਾਈਆਂ, ਜਾ ਕੇ ਬੋਲੇ ਵੀ। ਸੋ ਇਹ ਸਾਰੀਆਂ ਗੱਲਾਂ ਅਸੀਂ ਧਰਮ ਪ੍ਰਚਾਰ ਦੀਆਂ ਪੁਸਤਕਾਂ ਵੀ ਭੇਜੀਆਂ, ਵੀ ਉੱਥੇ ਜਿਹੜੇ ਬੈਠੇ ਹੈ ਉਹ ਮਨ ਟਿਕਾ ਕੇ ਪੜ੍ਹਦੇ ਰਹਿਣ। ਉਹਨਾਂ ਨੂੰ ਇੱਕ ਤਾਂ ਧਰਮ ਦਾ ਗਿਆਨ ਹੁੰਦਾ ਰਹੇ, ਦੂਸਰਾ ਉਹ ਆਪਣੇ ਸਮੇਂ ਨੂੰ ਜਿਹੜਾ ਉਹ ਕੀਮਤੀ ਬਣਾ ਸਕਣ, ਕੀਮਤੀ ਸਮੇਂ ਨੂੰ ਵਰਤ ਸਕਣ, ਕਿਤੇ ਉਹਦੇ ਮਨ 'ਚ ਵਿਹਲੇ ਰਹਿ ਕੇ ਕਿਤੇ ਕੋਈ ਨੁਕਸਾਨ ਨਾ ਹੋ ਜਾਏ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਿਆਂ ਹੋਏ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਕੇ ਲੰਗਰਾਂ 'ਚ ਤੇ ਸਾਰੇ ਗੁਰਦੁਆਰੇ 'ਚ ਲੰਗਰ ਲਾਏ। ਉੱਥੇ ਵੀ ਅਸੀਂ ਤੰਬੂ ਲਾ ਕੇ ਪੂਰਾ ਪ੍ਰਬੰਧ ਕੀਤਾ। ਫਿਰ ਸੌਣ ਵਾਸਤੇ ਪ੍ਰਬੰਧ ਕਰਨੇ, ਜਾਂ ਉੱਥੇ ਕੀਰਤਨ ਦਰਬਾਰ ਕੋਈ ਦਿਹਾੜਾ ਜਾਂਦਾ ਸੀਗਾ, ਕੀਰਤਨ ਦਰਬਾਰ ਵੀ ਕਰਵਾਉਣਾ। ਸੋ ਇਹ ਸਾਰੇ ਜਿਹੜੇ ਸੀ ਉਹ ਆਪਣੇ ਅਸੀਂ ਉਪਰਾਲੇ ਕੀਤੇ। ਇਹ ਉਸ ਤੋਂ ਬਾਅਦ ਕੁਝ ਜਾਨਾਂ ਸਾਡੀਆਂ ਚਲੀਆਂ ਗਈਆਂ, ਜਿਹੜੇ ਕਿ ਗਰੀਬ ਪਰਿਵਾਰ ਵੀ ਸੀਗੇ, ਦੂਜੇ ਵੀ ਸੀ। ਇਹ ਮਹਿਸੂਸ ਕੀਤਾ ਗਿਆ ਕਿ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਉਹਨਾਂ ਦੇ ਪਰਿਵਾਰ ਪਿੱਛੇ ਜਿਹੜੇ ਹੈ ਉਹ ਤਕਲੀਫ ਵਿੱਚ ਹੈ, ਥੋੜ੍ਹੀ ਬਹੁਤੀ ਮਦਦ ਕਰਨੀ ਚਾਹੀਦੀ ਹੈ। ਫਿਰ 1-1 ਲੱਖ ਰੁਪਈਆ ਅਸੀਂ ਦੇਣਾ ਸ਼ੁਰੂ ਕੀਤਾ। ਪਰ ਮੇਰਾ ਖਿਆਲ ਹੈ ਕਿ ਕੋਈ ਵੀ ਉਹਦੇ ਵਿੱਚ ਆਪਣੀ ਜਾਨ ਵਾਰ ਗਿਆ, ਉਹ ਸਾਰੇ ਪਰਿਵਾਰਾਂ ਨੂੰ ਅਸੀਂ 1-1 ਲੱਖ ਰੁਪਏ ਦੀ ਮਦਦ ਵੀ ਕੀਤੀ। ਜੇ ਕੋਈ ਐਕਸੀਡੈਂਟ ਹੋਇਆ, ਸੱਟ ਲੱਗੀ, ਉਹਦਾ ਅਸੀਂ ਇਲਾਜ ਵੀ ਕਰਾਇਆ। ਸੋ ਇਹ ਸਾਰੀਆਂ ਸਾਡੀਆਂ ਸੇਵਾਵਾਂ ਸਨ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਕਿਤੇ ਦੇਸ਼ ਦੇ ਕਿਸੇ ਕੋਨੇ ਵਿੱਚ ਜਾਂ ਕਿਸੇ ਬਾਹਰਲੇ ਦੇਸ਼ਾਂ ਵਿੱਚ ਵੀ ਕਿਤੇ ਭੀੜ ਬਣੀ ਹੈ, ਕਿਤੇ ਪੀੜਾ ਆਈ ਹੈ, ਭਾਵੇਂ ਸੁਨਾਮੀ, ਭਾਵੇਂ ਕੋਈ ਹੜ੍ਹ, ਭਾਵੇਂ ਕੋਈ ਸੋਕਾ, ਭਾਵੇਂ ਕੋਈ ਬਿਮਾਰੀ, ਹਰ ਥਾਂ ਦੇ ਉੱਤੇ ਜਾ ਕੇ ਉੱਥੇ ਆਪਣੀ ਭੂਮਿਕਾ ਨਿਭਾਈ ਹੈ। ਮੇਰਾ ਖਿਆਲ ਹੈ ਕਿ ਇਸ ਭੂਮਿਕਾ ਵਿੱਚ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ, ਭਾਵੇਂ ਬਿਸਤਰਿਆਂ ਰਾਹੀਂ, ਭਾਵੇਂ ਉਹਨਾਂ ਦੇ ਕਮਰੇ ਬਣਾ ਕੇ, ਟੈਂਟ ਲਾ ਕੇ, ਜਾਂ ਕਿਸੇ ਤਰੀਕੇ ਦੇ ਨਾਲ ਸੇਵਾਵਾਂ ਆਪਣੀਆਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਬੀਬੀ ਜੀ, ਇੱਕ ਚੀਜ਼ ਜਿਹੜਾ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੋ ਤੁਸੀਂ ਵੀ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੇ 'ਤੇ ਵੀ ਇੱਕ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਦਬਦਬਾ ਹੈ। ਵਿਰੋਧੀ ਇਹ ਦੋਸ਼ ਲਾਉਂਦੇ ਨੇ ਕਿ ਵੀ ਹੁਣ ਕਿਉਂਕਿ ਸੱਤਾ 'ਚੋਂ ਬਾਹਰ ਹੈ ਅਕਾਲੀ ਦਲ, ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਾਰਾ ਲੈ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਹੁਣ ਇਹ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਇਹ ਸਾਰਾ ਕੁਝ ਜੋ ਕੁਝ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਕੀਤਾ ਗਿਆ, ਉਹ ਉਹਨੂੰ ਰਾਜਨੀਤੀ ਨਾਲ ਜੋੜਦੇ ਆ। ਦੂਸਰਾ, ਲੇਟੈਸਟ ਜਿਹੜੀ ਇਸ ਵਕਤ ਕੋਵਿਡ-19 ਦੀ ਬਿਮਾਰੀ ਹੈ, ਕਰੋਨਾ ਦੌਰ ਦੇ ਵਿੱਚ ਬਹੁਤ ਸਾਰਾ ਕੁਝ ਜਿਹੜਾ ਸੀਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ, ਪਰ ਉਦੋਂ ਵੀ ਕਿਉਂਕਿ ਹਰ ਥਾਂ 'ਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੁੰਦੇ ਸੀ, ਉਹਨੂੰ ਵੀ ਵਿਰੋਧੀ ਇੱਦਾਂ ਜੋੜਦੇ ਸੀ ਕਿ ਅਕਾਲੀ ਦਲ SGPC ਦਾ ਸਹਾਰਾ ਲੈ ਰਿਹਾ। ਇਹਦੇ 'ਤੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਸੇਵਾਵਾਂ ਕਰਨੀਆਂ ਸਾਨੂੰ ਗੁਰੂ ਸਾਹਿਬ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੀ ਮਨੁੱਖਤਾ ਦੀ ਸੇਵਾ ਹੈ, ਮਾਨਵਤਾ ਦੀ ਸੇਵਾ। ਜਿੱਥੇ ਭੀੜ ਬਣੀ, ਇਹ ਕੋਈ ਅਸੀਂ ਨਵਾਂ ਕੰਮ ਨਹੀਂ ਕੀਤਾ, ਇਹ ਤਾਂ 100 ਸਾਲ ਤੋਂ ਚੱਲਦਾ ਆ ਰਿਹਾ ਵੀ ਜਿੱਥੇ ਕੋਈ ਸੰਘਰਸ਼ ਹੋਇਆ, ਜਿੱਥੇ ਕੋਈ ਈਵਨ ਜਦੋਂ ਕੋਈ ਮੋਰਚੇ ਲੱਗਦੇ ਹੈ, ਜਦੋਂ ਕੋਈ
ਬਾਰਡਰਾਂ ਉੱਤੇ ਵੀ ਕੋਈ ਲੜਾਈਆਂ ਹੁੰਦੀਆਂ, ਜੰਗਾਂ ਹੁੰਦੀਆਂ, ਉੱਥੇ ਵੀ ਸਾਡੇ ਜਿਹੜੇ ਫੌਜੀ ਹੁੰਦੇ ਆ, ਸਾਡੀ ਤੇ ਸੰਗਤ ਉੱਥੇ ਵੀ ਲੰਗਰ ਪਹੁੰਚਾਉਂਦੀ ਹੈ। ਇਹ ਸਿੱਖ ਦਾ ਜੀ ਫਰਜ਼ ਹੈ। ਸੋ ਇਹਨੂੰ ਕਿਸੇ ਸਿਆਸਤ ਨਾਲ ਜੋੜਨਾ ਹੈ, ਮੈਂ ਸਮਝਦੀ ਹਾਂ ਕਿ ਇਹ ਭੁੱਲ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ, ਫਰਜ਼ਾਂ ਨੂੰ ਸਮਝਦੀ ਹੈ। ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਗੱਲ ਕਰਦਾ, ਮੈਂ ਸਮਝਾਂਗੀ ਕੋਈ ਵੀ ਪਾਰਟੀ ਹੈ, ਹੁਣ ਕਿਸਾਨੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ, ਇੱਕ ਜਥੇਦਾਰ, ਸਰਪੰਚ, ਪੰਚ, MLA ਤੱਕ, ਈਵਨ ਮਿਨਿਸਟਰ ਤੱਕ ਉੱਥੇ ਪਹੁੰਚ ਕੇ ਬੈਠੇ ਰਹੇ, ਸ਼ਾਮਲ ਹੋਏ ਹੈ, ਕਿਉਂਕਿ ਉਹਨਾਂ ਦੀ ਪੀੜਾ ਸੀ, ਉਹਨਾਂ ਦੀ ਦਰਦ ਸੀ। ਸ਼੍ਰੋਮਣੀ ਅਕਾਲੀ ਦਲ ਇੱਕ ਕਿਸਾਨਾਂ ਦੀ ਪਾਰਟੀ ਕਹੀ ਜਾਂਦੀ ਹੈ, ਤੇ ਜੇ ਕਿਸਾਨਾਂ ਦੀ ਪਾਰਟੀ ਹੋ ਕੇ ਉਹ ਆਪਣੀ ਉਸ ਸੰਘਰਸ਼ ਵਿੱਚ ਹਿੱਸਾ ਪਾਉਂਦੀ ਹੈ, ਤੇ ਮੇਰਾ ਖਿਆਲ ਹੈ ਇਹਨੂੰ ਇਹ ਰੰਗ ਨਹੀਂ ਦੇਣਾ ਚਾਹੀਦਾ ਕਿ ਉਹ ਸ਼ਾਇਦ ਇਹਦੇ ਵਿੱਚ ਕੋਈ ਸਿਆਸਤ ਕਰਨਾ ਚਾਹੁੰਦੀ ਹੈ। ਕਿਉਂਕਿ ਜਦੋਂ ਉਸ ਪਾਰਟੀ ਸਰਕਾਰ ਵਿੱਚ ਸੀ, ਤੁਸੀਂ ਇੱਕ ਗੱਲ ਤੋਂ ਹਿਸਾਬ ਲਾਓ ਕਿ ਜਦੋਂ ਸਰਕਾਰ 'ਚ ਬੈਠੇ ਹੈ, ਪਾਰਟੀ ਨਾਲ 40 ਸਾਲ ਦਾ ਸੰਬੰਧ ਹੈ, ਉਹ ਪੀੜਾ ਕਰਕੇ ਤੋੜਿਆ ਭਾਰਤੀ ਜਨਤਾ ਪਾਰਟੀ ਦੇ ਨਾਲ। ਹੁਣ ਅਸੀਂ ਇੱਕ ਹਿਸਾਬ ਲਾਈਏ ਤੇ ਜਦੋਂ ਪਾਰਲੀਮੈਂਟ 'ਚ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਹੈ, ਪ੍ਰਧਾਨ ਸਾਹਿਬ, ਤੇ ਜਦੋਂ ਉਹਨਾਂ ਨੇ ਉੱਥੇ ਵਿਰੋਧ ਵਿੱਚ ਬੋਲਿਆ, ਉਹਨੇ ਇਹ ਨਹੀਂ ਸੋਚਿਆ ਕਿ ਅਸੀਂ ਪਾਰਟੀ ਇੱਕ ਸਰਕਾਰ ਦਾ ਅੰਗ ਹੈ, ਉਹਨੇ ਵਿਰੋਧ 'ਚ ਬੋਲਿਆ। ਕਿਸ ਲਈ ਬੋਲਿਆ? ਕਿ ਕਿਸਾਨਾਂ ਦੀ ਪੀੜਾ। ਜੇ ਉਹਨਾਂ ਨੇ ਉੱਥੇ ਵਿਰੋਧ ਵਿੱਚ ਵੋਟ ਪਾਈ, ਉਹ ਇਸੇ ਲਈ ਪਾਈ ਗਿਆ ਕਿ ਕਿਸਾਨਾਂ ਦੀ ਪੀੜਾ, ਕਿਉਂਕਿ ਅਸੀਂ ਕਿਸਾਨ ਹੈ। ਜੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਪਹਿਲਾਂ ਵੀ 84 ਦੀ ਗੱਲ ਆਈ ਹੈ, ਕਿਤੇ ਉੱਥੇ ਸਜ਼ਾਵਾਂ ਦਿਵਾਉਣ ਦੀ ਗੱਲ ਆਈ ਹੈ, ਜਾਂ ਉੱਥੇ 84 ਦੇ ਜੋ ਦਿੱਲੀ ਵਿੱਚ ਹੋਇਆ ਉਹਦੇ ਸੰਬੰਧ ਵਿੱਚ ਜਿੰਨੀ ਆਵਾਜ਼ ਬੁਲੰਦ ਕੀਤੀ ਹੈ, ਉਹ ਹਮੇਸ਼ਾ ਸਾਡੇ ਮਿਨਿਸਟਰਾਂ ਜਾਂ MPਆਂ ਨੇ ਕੀਤੀ ਹੈ। ਉਹਦੇ 'ਚ ਕੋਈ ਸਿਆਸੀਕਰਨ ਨਹੀਂ ਸੀ, ਉਹ ਕੌਮ ਦੀ ਪੀੜਾ ਸੀ, ਉਹ ਪੰਜਾਬ ਦਾ ਦਰਦ ਸੀ, ਉਹ ਦੇਸ਼ ਦੇ ਲੋਕਾਂ ਦਾ ਦਰਦ ਸੀ। ਜੇ ਉੱਥੋਂ ਅਸਤੀਫਾ ਦਿੱਤਾ ਬੀਬਾ ਹਰਸਿਮਰਤ ਕੌਰ ਬਾਦਲ ਨੇ, ਉਹ ਵੀ ਇਸੇ ਕਰਕੇ ਦਿੱਤਾ ਕਿ ਉਹਦੇ ਅੰਦਰ ਵੀ ਕਿਸਾਨ ਦਾ ਦਰਦ ਸੀ। ਅਸੀਂ ਕਿਸਾਨ ਹਾਂ, ਹਰ ਮਨੁੱਖ ਕਿਸਾਨ ਹੈ। ਤੁਸੀਂ ਇੱਥੇ ਬੈਠੇ, ਭਾਵੇਂ ਕੋਈ ਕੈਨੇਡਾ 'ਚ ਬੈਠਾ, ਭਾਵੇਂ ਕੋਈ ਕਿਤੇ ਬੈਠਾ, ਉਹ ਪੰਜਾਬ ਦੀ ਮਿੱਟੀ ਨਾਲ ਤਾਂ ਜੁੜਿਆ ਹੋਇਆ ਨਾ, ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ, ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ। ਸਾਡੇ ਭਰਾ ਨੇ, ਸਾਡੇ ਸਾਰਾ ਅਸੀਂ ਇੱਕ ਪਰਿਵਾਰ ਆ। ਜੇ ਮੈਂ ਅਸਤੀਫੇ ਦੀ, ਕਈ ਕਹਿ ਦਿੰਦੇ ਜੀ ਇਹ ਵੀ ਡਰਾਮਾ ਕੀਤਾ ਉਹਨੇ, ਬੜਾ ਅਫਸੋਸ ਲੱਗਦਾ ਉਸ ਵੇਲੇ ਕਿ ਜਦੋਂ 84 ਦੇ ਵਿੱਚ ਘੱਲੂਘਾਰਾ ਹੋਇਆ, ਉਸ ਵੇਲੇ ਜਦੋਂ ਟੈਂਕਾਂ ਤੋਪਾਂ ਰਾਹੀਂ ਹਮਲਾ ਕਰਾਇਆ ਕਾਂਗਰਸ ਦੀ ਸਰਕਾਰ ਨੇ, ਉਦੋਂ ਰਾਸ਼ਟਰਪਤੀ ਕੌਣ ਸੀਗਾ ਜੀ? ਗਿਆਨੀ ਜੈਲ ਸਿੰਘ ਜੀ। ਉਦੋਂ ਹੋਮ ਮਿਨਿਸਟਰ ਕੌਣ ਸੀ? ਬੂਟਾ ਸਿੰਘ ਜੀ। ਹੁਣ ਐਡਾ ਵੱਡਾ ਹਮਲਾ ਹੋਵੇ, ਦਰਬਾਰ ਸਾਹਿਬ 'ਚ ਗੋਲੀਆਂ ਲੱਗੀਆਂ ਹੋਣ, ਗੁਰੂ ਗ੍ਰੰਥ ਸਾਹਿਬ ਜੀ ਦੀ ਹਿੱਕ 'ਚ ਗੋਲੀਆਂ ਲੱਗੀਆਂ ਹੋਣ, ਗੁਰੂ ਅਰਜਨ ਦੇਵ ਦੀ ਸ਼ਹੀਦੀ ਪੁਰਬ ਦੇ ਉੱਤੇ ਇੰਨੀਆਂ ਸੰਗਤਾਂ ਆਈਆਂ ਹੋਣ, ਕਰਫਿਊ ਲੱਗ ਜਾਵੇ ਤੇ ਲਹੂ ਲੁਹਾਨ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਸ਼ਹੀਦ ਕਰ ਦਿੱਤਾ ਜਾਵੇ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਤੁੰਬਾ ਕਰ ਦਿੱਤਾ ਜਾਵੇ, ਉੱਥੇ ਸਿੰਘ ਸ਼ਹੀਦ ਹੋ ਜਾਣ, ਇੰਨੀਆਂ ਜਾਨਾਂ ਚਲੀਆਂ ਜਾਣ, ਇਹ ਸਾਰੀ ਸ਼ਹਾਦਤ ਇੰਨੀ ਹੋਈ ਹੋਵੇ, ਤੇ ਉਸ ਵੇਲੇ ਗਿਆਨੀ ਜੈਲ ਸਿੰਘ ਨੇ ਤੇ ਅਸਤੀਫਾ ਨਹੀਂ ਦਿੱਤਾ। ਪੀੜਾ ਨਹੀਂ ਸੀ ਨਾ, ਦਰਦ ਨਹੀਂ ਸੀ, ਆਪ ਕਰਵਾਇਆ ਸੀ। ਗਿਆਨੀ ਸਰਦਾਰ ਬੂਟਾ ਸਿੰਘ ਜੀ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਦਰਦ ਨਹੀਂ ਸੀ, ਪੀੜਾ ਨਹੀਂ ਸੀ। ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਵਾ ਕੇ ਉਹਨਾਂ ਨੇ ਆਪਣਾ ਸਮਝਿਆ ਸੀ ਫਰਜ਼ ਪੂਰਾ ਕਰ ਲਿਆ। ਸੋ ਇਹ ਅਸਤੀਫੇ ਦੇਣੇ ਉਦੋਂ ਹੀ ਦਿੱਤੇ ਜਾ ਸਕਦੇ ਆ। ਇੱਕ ਸਰਪੰਚ ਅਸਤੀਫਾ ਨਹੀਂ ਦਿੰਦਾ ਜੀ ਕਿਤੇ ਛੇਤੀ, ਕਿਤੇ ਕੋਈ ਮੈਂਬਰ ਪੰਚਾਇਤ ਨੂੰ ਕਹੋ ਅਸਤੀਫਾ ਦੇ ਦਿਓ, ਦਿੰਦਾ ਨਹੀਂ ਛੇਤੀ, ਕਿਤੇ ਪਾਰਟੀ ਬਦਲ ਜਾਏਗਾ ਲੇਕਿਨ ਅਸਤੀਫਾ ਨਹੀਂ ਦਿੰਦਾ। ਸੋ ਇਹ ਜਿਹੜੀਆਂ ਚੀਜ਼ਾਂ ਆਪਾਂ ਜੋ ਦੇਖਦੇ ਹਾਂ, ਕਿਸੇ ਦੇ ਅੰਦਰ ਪੀੜਾ ਹੋਏਗੀ, ਦਰਦ ਹੋਏਗਾ, ਤਾਂ ਕਿਤੇ ਜਾ ਕੇ ਏਡੀਆਂ ਵੱਡੀਆਂ ਪਦਵੀਆਂ ਤੋਂ ਅਸਤੀਫੇ ਦਿੱਤੇ ਜਾਂਦੇ ਆ। ਘਰ ਬਹਿ ਜਾਣਾ ਸੌਖਾ ਨਹੀਂ ਹੁੰਦਾ। ਸੋ ਮੈਂ ਸਮਝਦੀ ਇਹਨੂੰ ਇਸ ਗੱਲ ਨਾਲ ਨਹੀਂ ਜੋੜਨਾ ਚਾਹੀਦਾ। ਜੇ ਅੱਜ ਕੋਵਿਡ ਦਾ ਸਮਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਕਰ ਰਹੀ ਹੈ, ਇੱਕ ਗੱਲ ਦਾ ਧਿਆਨ ਰੱਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਡੈਮੋਕ੍ਰੈਟਿਕ ਵੇ ਦੇ ਨਾਲ ਚੋਣ ਲੜ ਕੇ ਆਉਂਦੀ ਹੈ। ਜਦੋਂ ਇਹ ਬਣੀ ਸੀ, ਉਸ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੰਘਰਸ਼ ਲੜਿਆ ਗਿਆ ਸੀਗਾ, ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਉੱਥੇ ਜਿੱਥੇ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਜਾਂ ਸ਼੍ਰੋਮਣੀ ਅਕਾਲੀ ਦਲ, ਉਹਨਾਂ ਸਾਰਿਆਂ ਨੇ ਸੰਘਰਸ਼ ਵਿੱਚ ਹਿੱਸਾ ਪਾਇਆ ਜੀ। ਜੋ ਲਛਮਣ ਸਿੰਘ ਜੀ ਧਾਰੋਵਾਲੀ ਵਰਗੇ ਜਾਂ ਭੁੱਚਰ ਵਰਗੇ, ਉਹ ਸਾਰੇ ਜਿਹੜੇ ਸ਼ਹੀਦ ਹੋਏ ਸੀ, ਉਹ ਕੌਣ ਸੀ? ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ। ਸੋ ਇਹ ਜਿਹੜੀਆਂ ਇਹ ਕੁਰਬਾਨੀਆਂ, ਜਿਨ੍ਹਾਂ ਦੀ ਸੀਨੇ ਦੀ ਮਿੱਝ ਜਿਹੜੀ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਰਾਕ ਬਣੀ। ਜਿਨ੍ਹਾਂ ਦਾ ਖੂਨ ਜਿਹੜਾ ਸੀ, ਉਹ ਇਹਦੇ ਲਈ ਪਾਣੀ ਬਣ ਕੇ, ਜਲ ਬਣ ਕੇ ਸਿੰਜਿਆ ਸ਼ਹੀਦਾਂ ਦੇ ਖੂਨ ਨਾਲ, ਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ।
ਔਰ ਉਹ ਐਕਟ ਦੇ ਤਹਿਤ ਕੰਮ ਕਰ ਰਹੀ ਹੈ। ਸੰਸਾਰ ਦੇ ਲੋਕਾਂ 'ਚ, ਸਾਰੇ ਧਰਮਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰਮੌਰ ਜਥੇਬੰਦੀ ਸਿੱਖਾਂ ਨਹੀਂ ਕਿਹਾ ਜਾਂਦਾ। ਕਾਰਨ ਕੀ ਹੈ? ਇਹਦਾ ਇਤਿਹਾਸ ਮਾਨ ਹੈ। ਇਹਦੀ ਸੰਸਥਾ ਦੇ ਐਕਟ ਜਿਹੜਾ ਉਹ ਕਿਸੇ ਐਕਟ ਦੇ ਤਹਿਤ ਕੰਮ ਕਰਦੀ ਹੈ। ਇਹ ਲੋਕਾਂ ਦੁਆਰਾ ਚੁਣ ਕੇ ਆਉਂਦੀ ਹੈ। ਹਰ ਮੈਂਬਰ ਜੇ ਕੋਈ ਗਲਤ ਵੀ ਹੋਏਗਾ, ਲੋਕ ਚੁਣ ਕੇ ਚੇਂਜ ਕਰ ਦਿੰਦੇ ਆ। ਫਿਰ ਇਹ ਸਿਧਾਂਤਕ ਤੌਰ ਦੇ ਉੱਤੇ ਹੈ ਕਿ ਜਿਹੜੀ ਇਹਦੀ ਬਣਤਰ ਹੈ, ਉਹ ਜਿਹੜੀ ਸਾਰੇ ਸਿੱਖ ਜਿਹੜੇ ਪਾਕਿਸਤਾਨ ਦੇ ਜਾਂ ਇੱਧਰ ਦੇ ਗੁਰਦੁਆਰੇ ਗੁਰਧਾਮ ਹੈ, ਪੂਰਾ ਪੰਜਾਬ ਸੀ ਜਿਹੜਾ ਪਹਿਲਾਂ, ਉਹਨਾਂ ਨੂੰ ਇਹ ਇਨਕਲੂਡ ਕਰਦੇ ਆ। ਫਿਰ ਇੱਥੋਂ ਦਾ ਇੱਕ ਗੱਲ ਦੀ ਬੜੀ ਮਾਣ ਵਾਲੀ ਗੱਲ ਹੈ ਕਿ ਸੰਸਥਾ ਜਿਹੜੀ ਹੈ ਉਹਦੀ ਮਹਾਨਤਾ ਨੂੰ ਦੇਖਦਿਆਂ ਅਸੀਂ ਉਹਨੂੰ ਕਦੀ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ। ਮੈਂ ਕਮਜ਼ੋਰ ਹੋ ਸਕਦੀ ਹਾਂ, ਮੈਂ ਗਲਤ ਹੋ ਸਕਦੀ ਹਾਂ, ਮੈਂਬਰ ਗਲਤ ਹੋ ਸਕਦਾ, ਪ੍ਰਧਾਨ ਗਲਤੀ ਕਰ ਸਕਦਾ, ਸੰਸਥਾ ਦੇ ਅਸੀਂ ਸਾਰੇ ਐਡਮਿਨਿਸਟ੍ਰੇਟਰ ਗਲਤੀ ਕਰ ਸਕਦੇ ਹਾਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੀ ਸੰਸਥਾ ਨੂੰ, ਕੌਮ ਦੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇੱਕੋ ਇੱਕ ਸੰਸਥਾ ਜਿਹਨੇ ਇਹਨਾਂ ਗੁਰਧਾਮਾਂ ਦੀ ਸੇਵਾ ਸੰਭਾਲ ਕਰਨੀ ਹੈ, ਗੁਰਮਤਿ ਦੀ ਰਾਖੀ ਕਰਨੀ ਹੈ, ਸਿਧਾਂਤ ਦੀ ਪਾਲਣਾ ਕਰਨੀ ਹੈ, ਮਰਿਆਦਾ ਵਿੱਚ ਪਰਪੱਕਤਾ ਲਿਆਉਣੀ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਮਾਨਵਤਾ ਦੀ ਸੇਵਾ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਇਹ ਸਾਰੇ ਕਾਰਜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੇ ਹੈ, ਕੌਮ ਨੇ ਜ਼ਿੰਮੇ ਲਾਏ ਹੈ। ਤੇ ਜੇ ਉਹ ਸੇਵਾਵਾਂ ਅਸੀਂ ਕਰਦੇ ਹਾਂ ਤੇ ਇਹਦਾ ਮਤਲਬ ਕਿ ਜੇ ਕੋਈ ਵੀ ਸਿੱਖ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਮੰਨ ਲਓ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਦੇ ਹਾਂ, ਜੀ, ਸੰਗਤ ਵੋਟ ਪਾਉਂਦੀ ਹੈ ਨਾ ਜੀ, ਸੰਗਤ ਵੋਟ ਪਾਉਂਦੀ ਹੈ, ਡੈਮੋਕ੍ਰੇਸੀ ਹੈ। ਜਿਹੜਾ ਵੋਟ ਲੈ ਕੇ ਜਿੱਤ ਕੇ ਜਾਏਗਾ ਉਹੀ ਮੈਂਬਰ ਬਣੇਗਾ। ਹਰ ਵਾਰੀ ਚੋਣ ਲੜਦੇ ਆ, ਅਸੀਂ ਵੀ ਲੜਦੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਦੂਜੇ ਵੀ ਲੜਦੇ ਆ, ਸਾਰੀਆਂ ਪਾਰਟੀਆਂ ਲੜਦੀਆਂ, ਭਾਵੇਂ ਕੋਈ ਆਜ਼ਾਦ ਲੜੇ, ਭਾਵੇਂ ਕਾਂਗਰਸ ਕਿਸੇ ਨੂੰ ਖੜੀ ਕਰੇ, ਸਾਰੀਆਂ ਪਾਰਟੀਆਂ ਲੜਦੀਆਂ। ਪਰ ਲੋਕ ਕਿਹਨੂੰ ਪ੍ਰਵਾਨ ਕਰਦੇ ਆ? ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਹੁੰਦੇ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਉਹਨੂੰ ਪਤਾ ਹੈ, ਉਹਨੂੰ ਵਿਸ਼ਵਾਸ ਹੈ ਕਿ ਇਹੀ ਲੋਕ ਨੇ ਜਿਹੜੇ ਗੁਰਧਾਮਾਂ ਦੀ ਸਹੀ ਸੰਭਾਲ ਕਰਕੇ ਆਪਣਾ ਫਰਜ਼ ਪੂਰਾ ਕਰ ਸਕਦੀ ਹੈ। ਚਲੋ ਖੈਰ ਕਮੀਆਂ ਹੋ ਸਕਦੀਆਂ ਨੇ, ਲੋਕ ਚੇਂਜ ਵੀ ਕਰ ਸਕਦੇ ਆ, ਇਹ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਪਰ ਜਿਹੜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਆ, ਉਹ ਵੀ ਤੇ ਸਿੱਖ ਨੇ, ਉਹ ਵੀ ਪੰਥ ਦਾ ਉਹ ਹਿੱਸਾ ਨੇ ਜਿਨ੍ਹਾਂ ਨੇ ਕੁਰਬਾਨੀਆਂ ਵਿੱਚ ਅੱਗੇ ਹੋ ਕੇ ਗੱਲ ਕੀਤੀ ਹੈ। ਜੇ ਉਹ ਕਿਤੇ ਨਾਲ ਜਾਂਦੇ ਆ, ਉਹਦੇ 'ਚ ਦਰਦ ਹੈ ਉਹਨਾਂ ਦਾ ਵੀ, ਉਹ ਵੀ ਚਾਹੁੰਦੇ ਆ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ। ਅਸੀਂ ਕਿੱਦਾਂ ਕਹਿ ਸਕਦੇ ਤੁਸੀਂ ਸੇਵਾ ਨਾ ਕਰੋ? ਮੈਂ ਸਭ ਨੂੰ ਅਪੀਲ ਕਰਦੀ ਹੁੰਦੀ, ਸਭਨਾਂ ਨੂੰ, ਕੋਈ ਪਾਰਟੀ ਨਾ ਜਾਣੋ, ਕੋਈ ਉੱਚਾ ਨੀਚਾ ਨਾ ਸਮਝੋ, ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਖੁੱਲ੍ਹ ਕੇ ਆਓ, ਸਾਡੇ ਨਾਲ ਤੁਰੋ, ਇਸ ਸੇਵਾ 'ਚ ਸ਼ਾਮਲ ਹੋਵੋ। ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ, ਜਿਹੜਾ ਮਰਜ਼ੀ ਆਵੇ, ਜੋ ਵੀ ਪਾਰਟੀ ਛੱਡ ਕੇ ਦੂਜੇ ਪਾਸੇ ਧਿਆਨ ਦੇ ਕੇ ਮਨੁੱਖਤਾ ਦੀ ਸੇਵਾ 'ਚ ਆਉਣਾ ਚਾਹੁੰਦਾ, ਹਰ ਇੱਕ ਨੂੰ ਮੇਰੇ ਵੱਲੋਂ ਸੱਦਾ ਹੈ, ਜਿਹੜਾ ਮਰਜ਼ੀ ਆ ਸਕਦਾ। ਮੈਂ ਕਦੀ ਕਿਸੇ ਨੂੰ ਜਵਾਬ ਨਹੀਂ ਦਿੱਤਾ। ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਜਾਂ ਬਾਕੀ ਵੀ ਆਪਣੇ ਲੰਗਰ ਲਗਾ ਕੇ ਸੇਵਾ ਕਰ ਰਹੇ ਹੈ, ਜੇ ਅਸੀਂ ਕਨਸੈਂਟਰੇਟਰ ਸ਼ੁਰੂ ਕੀਤੇ ਤਾਂ ਇਹ ਐਡਵਾਈਸ ਅਸੀਂ ਜੇ ਲਈ ਹੈ ਜਾਂ ਸਲਾਹ ਕੀਤੀ ਹੈ, ਉਹਨਾਂ ਨੇ ਚੰਗੀ ਐਡਵਾਈਸ ਦਿੱਤੀ। ਜੇ ਸਾਡੇ ਕੋਲ ਘੱਟ ਸੀ, ਅਸੀਂ ਹੋਰ ਖਰੀਦਣੇ ਸੀ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੇ ਸਾਡੀ ਮਦਦ ਕੀਤੀ ਹੈ, ਤੇ ਜੇ ਉਹ ਮਦਦ ਵਿੱਚ ਅਸੀਂ ਉਹਦਾ ਧੰਨਵਾਦ ਵੀ ਕਰ ਦਿੱਤਾ ਹੋਏਗਾ, ਤੇ ਇਹ ਕੋਈ ਜੁਰਮ ਨਹੀਂ, ਕੋਈ ਵੀ ਕਰੇ। ਹੁਣ ਸਾਡੇ ਚੀਫ ਸੈਕਟਰੀ ਸਾਹਿਬ ਹੈ, ਮੈਂ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੇ ਮੇਰਾ ਬੜਾ ਸਤਿਕਾਰ ਕੀਤਾ ਔਰ ਮੈਨੂੰ ਇਹ ਵੀ ਕਿਹਾ, ਬੀਬੀ ਜੀ ਤੁਸੀਂ ਤੇ ਸਰਕਾਰ ਦਾ ਅੱਧਾ ਕੰਮ ਕਰੀ ਜਾਂਦੇ ਹੋ, ਸਾਨੂੰ ਬੜੀ ਖੁਸ਼ੀ ਹੈ, ਤੁਸੀਂ ਸੈਂਟਰ ਖੋਲ੍ਹ ਰਹੇ ਹੋ, ਤੁਸੀਂ ਵੈਕਸੀਨ ਲਾ ਰਹੇ ਹੋ। ਮੇਰੇ ਨਾਲ ਸਹਿਯੋਗ ਕੀਤਾ, ਜਿੱਥੇ ਵੀ ਮੈਂ ਕਿਤੇ ਗੱਲ ਕਹੀ ਉਹਨਾਂ ਨੇ ਮੇਰਾ ਸਹਿਯੋਗ ਵੀ ਕੀਤਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਹੈ, ਉਹਨਾਂ ਨੂੰ ਮੈਂ ਜਿਹੜੀ ਵੀ ਗੱਲ ਕਹੀ ਹੈ, ਜੇ ਕਿ ਆਕਸੀਜਨ ਸਿਲੰਡਰ ਸਾਨੂੰ 400 ਚਾਹੀਦਾ, ਉਹਨੇ 400 ਹੀ ਦਿੱਤਾ। ਸੋ ਕਮੀਆਂ ਹੁੰਦੀਆਂ ਨੇ, ਪਰ ਜੇ ਕੋਈ ਸੰਸਥਾ ਕੰਮ ਕਰਦੀ ਹੈ, ਭਾਵੇਂ ਉਹ ਪਾਰਟੀ ਹੋਵੇ, ਜੇ ਹੁਣ ਪਾਰਟੀਆਂ ਦੇ ਬਾਕੀ ਲੋਕ ਵੀ ਗਏ ਹੈ ਕਿਸਾਨੀ ਮੋਰਚੇ 'ਚ, ਸ਼੍ਰੋਮਣੀ ਅਕਾਲੀ ਦਲ ਵੀ ਗਈ ਹੈ, ਬਾਕੀ ਵੀ ਗਈਆਂ, ਮੈਂ ਨਹੀਂ ਕਹਿੰਦੀ ਕਿ ਬਾਕੀ ਪਾਰਟੀਆਂ ਨਹੀਂ ਗਈਆਂ, ਸਾਰੀਆਂ ਪਾਰਟੀਆਂ ਗਈਆਂ। ਪਰ ਅਸੀਂ ਇਹ ਗੱਲ ਕਹੀਏ ਕਿ ਸਿਆਸੀਕਰਨ ਕਰਨ ਵਾਸਤੇ ਉਹ ਸਿਆਸੀਕਰਨ ਨਹੀਂ ਹੁੰਦਾ। ਹਰ ਬੰਦਾ ਸੋਚਦਾ ਕਿ ਮੈਂ ਆਪਣੀ ਸੇਵਾ 'ਚ ਹਿੱਸਾ ਪਾਵਾਂ। ਸੋ ਮੈਂ ਸਮਝਦੀ ਹਾਂ ਕਿ ਇਹ ਗੱਲਾਂ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਸਿਧਾਂਤਕ ਤੌਰ ਦੇ ਉੱਤੇ ਆਪਣਾ ਕੋਈ ਲਾਹਾ ਲੈਣਾ ਚਾਹੁੰਦਾ। ਇਹ ਸਾਡਾ ਫਰਜ਼ ਹੈ, ਉਹਨਾਂ ਦਾ ਵੀ ਫਰਜ਼ ਹੈ, ਸਿੱਖੀ ਨਾਤੇ, ਇੱਕ ਕੌਮ ਦੇ ਨੁਮਾਇੰਦੇ ਨਾਤੇ ਉਹ ਜਿੱਥੇ ਵੀ ਜਾਣਾ ਚਾਹੁੰਦੇ ਆ। ਉਹਨਾਂ ਨੇ ਵੈਕਸੀਨ ਲੈਣ ਵਿੱਚ ਸਾਡੀ ਬੜੀ ਮਦਦ ਕੀਤੀ, ਉਹਨਾਂ ਨੇ ਕੰਸੈਂਟਰੇਟਰ ਲਿਆਉਣ ਵਿੱਚ ਸਾਨੂੰ ਬੜਾ ਪ੍ਰੇਰਨਾ ਦੇ ਕੇ ਉਹਨਾਂ ਨੇ ਸਾਡਾ ਸਾਥ ਦਿੱਤਾ। ਬੀਬੀ ਜੀ ਬਿਲਕੁਲ ਤੁਹਾਡੀ ਗੱਲ ਮੈਂ ਸਮਝ ਗਿਆ ਕਿ ਇਹ ਵਧੀਆ ਕੀਤਾ ਤੁਸੀਂ, ਜਿਸ ਵਧੀਆ ਤਰੀਕੇ ਨਾਲ ਇਹ ਸਾਰੀ ਗੱਲਬਾਤ ਸਮਝਾਤੀ। ਇੱਕ ਤੁਸੀਂ ਜ਼ਿਕਰ ਕੀਤਾ ਸੀ ਵਿੱਚ 1984 ਦਾ, ਕਿਉਂਕਿ ਆ ਲੰਘੇ ਦਿਨਾਂ ਦੇ ਵਿੱਚ ਉਹ ਦੁਬਾਰਾ ਉਹੀ ਦਿਨ ਲੰਘ ਕੇ ਗਏ ਨੇ, ਅਤੇ ਜਦੋਂ ਉਹ ਦਿਨ ਆਉਂਦੇ ਆ ਸਮੁੱਚੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਸੰਗਤ ਬੈਠੀ ਆ, ਹਰੇਕ ਦਾ ਹਿਰਦਾ ਵਲੂੰਦਰਿਆ ਜਾਂਦਾ ਕਿ ਸਾਡੇ ਨਾਲ ਕੀ ਵਾਪਰਿਆ ਸੀ 84 'ਚ।
ਉਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਉਹ ਜਿਹੜਾ ਜ਼ਖਮੀ ਸਰੂਪ ਹੈ ਉਹਦੇ ਦਰਸ਼ਨ ਕਰਵਾਏ ਗਏ ਸੰਗਤਾਂ ਨੂੰ 3 ਦਿਨ। ਉਹ ਉਪਰਾਲਾ ਜਿਹੜਾ ਸੀ ਉਹ ਕਿਵੇਂ ਦਿਮਾਗ ਦੇ ਵਿੱਚ ਆਇਆ, ਉਹਦੇ ਬਾਰੇ ਥੋੜ੍ਹੀ ਜਿਹੀ ਜ਼ਰੂਰ ਜਾਣਕਾਰੀ ਦਿਓ ਜੀ। ਇਹ ਮੈਂ ਦੇਖਿਆ ਜੀ ਕੋਈ ਸਵਾਬੀ ਬੰਦਾ ਹੈ, ਇਹ ਪਰਮੇਸ਼ਰ ਵੱਲੋਂ ਕੋਈ ਵਿਧ ਬਣ ਜਾਂਦੀ ਹੈ, ਜਿਹੜਾ ਕੋਈ ਮਾਨਸਿਕਤਾ ਮਨੁੱਖ ਦੀ ਇੰਨਾ ਕੁ ਭਾਵਕ ਹੋ ਜਾਂਦੀ ਹੈ ਕਿ ਉਹ ਸੋਚਦਾ ਕਿ ਇਹ ਕੌਮ ਕੋਲੋਂ ਅਸੀਂ ਲੁਕੋ ਕੇ ਨਹੀਂ ਰੱਖਣਾ ਚਾਹੀਦਾ ਜੀ। ਕਿਉਂਕਿ ਜਦੋਂ ਨਨਕਾਣਾ ਸਾਹਿਬ ਦਾ ਸਾਕੇ ਦੇ ਸੰਬੰਧ 'ਚ ਅਸੀਂ 100 ਸਾਲਾ ਮਨਾਉਣਾ ਸੀ ਤੇ ਸੰਧਾਵਾਲੀਆ ਸਾਹਿਬ ਅਸੀਂ ਜਾਣਾ ਸੀ ਪਾਕਿਸਤਾਨ ਜੀ। ਉਦੋਂ ਸਾਨੂੰ ਸਰਕਾਰ ਨੇ ਰੋਕ ਦਿੱਤਾ। ਮੇਰਾ ਖਿਆਲ ਹੈ ਉਦੋਂ ਵੀ ਅਸੀਂ ਸਾਰੇ ਰੋਏ ਸੀ ਵੀ ਏਡਾ ਵੱਡਾ ਇਤਿਹਾਸ ਸਾਡਾ, ਇੰਨੀਆਂ ਕੁਰਬਾਨੀਆਂ ਭਰਿਆ ਇਤਿਹਾਸ ਸਾਡਾ, ਅਸੀਂ ਉੱਥੇ ਸਿਜਦਾ ਕਰਨ ਜਾਣਾ ਸੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ, ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਅੱਜ ਹੋਇਆ, ਉਹਦੇ ਵਾਸਤੇ ਅਸੀਂ ਜਾਣਾ ਸੀ ਨਨਕਾਣਾ ਸਾਹਿਬ ਦੇ ਸਾਕੇ ਨੂੰ ਮਨਾਉਣ ਵਾਸਤੇ 100 ਸਾਲਾ। ਜਦੋਂ ਉਹਨੇ ਰੋਕਿਆ, ਮੇਰਾ ਖਿਆਲ ਜੋ ਉਹ ਵੀ ਪੀੜਾ ਸੀ ਨਾ ਸਾਡੇ ਵਾਸਤੇ, ਸਾਨੂੰ ਇੱਦਾਂ ਲੱਗ ਰਿਹਾ ਸੀ ਸਾਨੂੰ ਬਹੁਤ ਵੱਡੇ ਇਤਿਹਾਸ ਨਾਲ ਤੋੜ ਦਿੱਤਾ ਗਿਆ, ਜਿਹੜਾ ਜਾ ਕੇ ਸੀ ਉੱਥੇ ਅੱਖਾਂ ਨਾਲ ਦੇਖਣਾ ਸੀ। ਅਸੀਂ ਉਹ ਜੰਡ ਵੇਖਣਾ ਸੀਗਾ ਜਿੱਥੇ ਲਛਮਣ ਸਿੰਘ ਧਾਰੋਵਾਲੀ ਨੂੰ ਬੰਨ੍ਹ ਕੇ ਸਾੜਿਆ ਗਿਆ ਸੀ। ਅਸੀਂ ਉਹ ਬਾਰੀ ਦੇਖਣੀ ਸੀ ਜਿੱਥੇ ਜਿਸ ਬਾਰੀ ਵਿੱਚ ਇੱਕ 8 ਸਾਲ ਦਾ ਬੱਚਾ, ਜਿਹੜਾ ਪਿੰਡ ਉਹਦੇ ਲਾਗੇ ਪੈਂਦਾ ਲੁਧਿਆਣੇ ਦੇ ਕੋਲ, ਉੱਥੋਂ ਦਾ ਰਹਿਣ ਵਾਲਾ ਕੇਰ ਸਿੰਘ, ਜਿਹਨੂੰ 8 ਸਾਲ ਦਾ ਬੱਚਾ ਉੱਥੇ ਸ਼ਹੀਦ ਹੋ ਗਿਆ ਸੀਗਾ, ਜਿਹੜਾ ਬਾਰੀ 'ਚ ਪਹਿਲਾਂ ਬੰਦ ਕਰ ਦਿੱਤਾ ਸੀ ਉਹਦੇ ਬਾਪ ਨੇ, ਦੂਜਿਆਂ ਨੇ, ਕੇਰ ਸਿੰਘ ਲੜਕਾ ਸੀਗਾ, ਤੇ ਉਹਨੇ ਉੱਚੀ ਆਵਾਜ਼ਾਂ ਦਿੱਤੀਆਂ ਤੇ ਦੁਸ਼ਮਣਾਂ ਨੇ ਕੱਢ ਕੇ ਦੇਖਿਆ ਵੀ ਕੌਣ ਹੈ, ਤੇ ਜਦੋਂ ਦੇਖਿਆ ਕਹਿੰਦਾ ਬਾਪੂ ਤੂੰ ਤਾਂ ਸ਼ਹੀਦ ਹੋ ਗਿਆ, ਮੈਨੂੰ ਤੇ ਸ਼ਹੀਦ ਹੋ ਲੈਂਦੇ, ਮੈਂ ਵੀ ਸ਼ਹੀਦ ਹੋਣ ਆਇਆ ਸੀਗਾ। ਉਸ ਵੇਲੇ ਉਹਨੂੰ ਜਿਉਂਦੇ ਨੂੰ ਤੇਲ ਪਾ ਕੇ ਸਾੜਿਆ ਸੀਗਾ। ਅਸੀਂ ਉਹ ਥਾਵਾਂ ਦੇਖਣੀਆਂ ਸੀ। ਦੇਖੋ ਕੌਮ ਜਿਹੜੀ ਹੈ ਇਹ ਜਿਉਂਦੀ ਆਪਣੇ ਇਤਿਹਾਸ ਦੇ ਨਾਲ ਹੈ, ਕੁਰਬਾਨੀਆਂ ਨਾਲ ਜਿਉਂਦੀ ਹੈ, ਆਪਣੀ ਸ਼ਹਾਦਤਾਂ ਵਿੱਚੋਂ ਜ਼ਿੰਦਗੀ ਲੈਂਦੀ ਹੈ। ਕੌਮ ਦੇ ਵਾਸਤੇ ਇੱਕ ਬਹੁਤ ਵੱਡੀ ਪ੍ਰੇਰਨਾ ਹੁੰਦੀ ਹੈ, ਤਾਕਤ ਹੁੰਦੀ ਹੈ ਇਹ ਸ਼ਹਾਦਤਾਂ ਦਾ ਜਿਹੜਾ ਸਾਡਾ ਇਤਿਹਾਸ ਹੈ। ਸੋ ਉਹ ਜਦੋਂ ਨਹੀਂ ਸੀ ਸਾਨੂੰ ਜਾਣ ਦਿੱਤਾ ਤੇ ਅਸੀਂ ਉਸ ਵੇਲੇ ਰੋਏ ਸੀ, ਅਸੀਂ ਸਾਰੇ, ਬਹੁਤ ਪੀੜਾ ਹੋਈ। ਇਹ ਕੁਦਰਤੀ ਹੈ, ਕਈ ਮਨੁੱਖ ਹੁੰਦੇ ਜਿਹਦਾ ਲਗਾਵ ਗੁਰਮਤ ਨਾਲ ਜੁੜ ਜਾਂਦਾ ਹੈ, ਜਿਹਦਾ ਲਗਾਵ ਧਰਮ ਨਾਲ ਜੁੜ ਜਾਂਦਾ ਹੈ, ਉਹ ਜ਼ਿਆਦਾ ਆਤਮਿਕ ਤੌਰ ਤੇ ਕਲਪਦਾ ਹੈ। ਜਿਹੜਾ ਸੰਸਾਰੀ ਤੌਰ ਤੇ ਕੇਵਲ ਸਿਆਸਤ ਵਾਲੇ ਪਾਸੇ ਇਕੱਲਾ ਧਿਆਨ ਰੱਖਦਾ, ਮੇਰਾ ਖਿਆਲ ਉਹਦੀ ਆਤਮਾ ਇੰਨੀ ਸ਼ਾਇਦ ਨਾ ਕਲਪਦੀ ਹੋਵੇ। ਮੈਂ ਨਹੀਂ ਕਹਿੰਦੀ ਸਾਰਿਆਂ ਦੀ ਕਲਪਦੀ ਹੋਏਗੀ। ਉਸ ਤੋਂ ਬਾਅਦ ਅਸੀਂ ਗੋਦਰਪੁਰ ਮਨਾਇਆ। ਗੋਦਰਪੁਰ ਜਦੋਂ ਮਨਾਇਆ ਤੇ ਮੇਰਾ ਖਿਆਲ ਇੱਕ ਸਿੱਖ ਜਿਹੜਾ ਸੀ ਨਾ ਉੱਥੇ ਇਤਿਹਾਸ ਸੁਣ ਕੇ ਰੋਇਆ। ਇੰਨਾ ਪਰੇਸ਼ਾਨ ਹੋਏ ਲੋਕ, ਕਹਿੰਦੇ ਕਿ ਅਸੀਂ ਪਹਿਲੀ ਵਾਰੀ ਏਡੇ ਵੱਡੇ ਇਤਿਹਾਸ ਨੂੰ ਜਾਣਿਆ। ਸਾਨੂੰ ਪਤਾ ਨਹੀਂ ਸੀ ਲਛਮਣ ਸਿੰਘ ਧਾਰੋਵਾਲੀ ਇੱਥੇ ਦਾ ਰਹਿਣ ਵਾਲਾ, ਸਾਨੂੰ ਪਤਾ ਨਹੀਂ ਸੀ ਵੀ ਕਿੰਨੇ ਸ਼ਹੀਦ ਹੋਏ ਹੈ, ਕੀ ਇਤਿਹਾਸ ਵਾਪਰਿਆ ਉੱਥੇ। ਕਿਉਂਕਿ ਜਦੋਂ ਇਤਿਹਾਸ ਨੂੰ ਦੁਹਰਾਵਾਂਗੇ ਨਾ ਤੇ ਇਹ ਪਰਤਾਂ ਵਿੱਚ ਦੱਬਿਆ ਜਾਏਗਾ। ਇਹ ਇਤਿਹਾਸ ਨੂੰ ਦੁਹਰਾਉਣਾ ਪੈਂਦਾ, ਇਹ ਦਿਹਾੜੇ ਦੇਖਣੇ ਪੈਂਦੇ ਹੈ ਕਿ ਕਿਸ ਇਤਿਹਾਸ ਨੂੰ ਕਦੋਂ ਦੁਹਰਾਉਣਾ ਹੈ। ਜਦੋਂ ਦੁਹਰਾਵਾਂਗੇ ਫਿਰ ਕੌਮ ਜਾਗਦੀ ਰਹੇਗੀ। ਕਿਤਾਬਾਂ 'ਚ ਅੱਜ ਕੱਲ੍ਹ ਪਈਆਂ ਚੀਜ਼ਾਂ ਨੂੰ ਫੋਲਣਾ ਜ਼ਰੂਰੀ ਹੈ, ਭਾਵੇਂ ਜੋ ਮਰਜ਼ੀ ਹੋਵੇ। ਜਦ ਤੱਕ ਅਸੀਂ ਸਟੇਜਾਂ 'ਤੇ ਨਹੀਂ ਫੋਲਦੇ, ਜਦ ਤੱਕ ਅਸੀਂ ਸੰਗਤੀ ਰੂਪ ਵਿੱਚ ਗੱਲ ਨਹੀਂ ਕਰਦੇ, ਉਨੀ ਚਿਰ ਤੱਕ ਕੌਮ ਜਿਹੜੀ ਹੈ ਜਾਗਰੂਕ ਨਹੀਂ ਹੋ ਸਕਦੀ। ਇਸ ਤੋਂ ਬਾਅਦ ਮੈਂ ਨਨਕਾਣਾ ਸਾਹਿਬ ਵਾਲੀ ਜਿਹੜੀ ਸਾਡੇ ਕੋਲ ਸੀ ਜੀ ਗ੍ਰੰਥ, ਗੁਰੂ ਗ੍ਰੰਥ ਸਾਹਿਬ ਬੀੜ, ਅਸੀਂ ਮੈਨੂੰ ਸੀਗਾ ਕਿ ਅਸੀਂ ਪਹਿਲਾਂ ਸੋਚਿਆ ਸੀ ਵੀ ਉਸ ਸਮਾਗਮ ਦੇ ਉੱਤੇ ਉਹਨੂੰ ਅਸੀਂ ਪ੍ਰਕਾਸ਼ ਕਰੀਏ ਜੀ, ਕਿਉਂਕਿ ਮੈਂ ਲੰਬਾ ਸਮਾਂ 15 ਸਾਲ ਐਜ਼ ਏ ਮਤਲਬ ਵੀ ਮੈਂਬਰ ਹੀ ਰਹੀ ਹੈ। ਕੰਮ ਜਾਣਾ ਤੇ ਆਪਣੇ ਜਿੰਨਾ ਕੋਣਾ ਕਰਿਆ ਹੋਣਾ, ਬਹੁਤਾ ਮੈਂ ਵਿੱਚ ਖੁੱਬੀ ਨਾ। ਉਹ ਫਿਰ ਜਦੋਂ ਮੈਂ ਉਹਦੇ ਦਰਸ਼ਨ ਕਰਨ ਗਈ ਤੇ ਉਹ ਖੋਲੀ ਸੀ, ਉਹਦੀ ਤਿਆਰੀ ਹੋ ਰਹੀ ਸੀ ਵੀ, ਕਿਉਂਕਿ ਕਹਿਣ ਲੱਗੇ ਕਿ ਜਦੋਂ ਉਹਨੇ ਖੋਲੀ ਸੀ ਲੰਬੇ ਸਮੇਂ ਦੀ ਪਈ ਸੀ ਤੇ ਇਹ ਸਾਰੀ ਜਿਹੜੀ ਸੀ, ਕਿਉਂਕਿ ਖੂਨ ਨਾਲ ਉੱਥੇ ਲੱਥ-ਪੱਥ ਹੋ ਗਈ ਸੀ, ਫਿਰ ਇਹ ਬੜੀ ਬਿਰਧ ਹੋ ਗਈ। ਇਹਨੂੰ ਫਿਰ ਜਦੋਂ ਖੋਲੀ ਤੇ ਜਿਹੜੇ ਵਿੱਚ ਅੱਖਰ ਸਨ ਉਹ ਦਾਣਾ ਬਣ ਕੇ ਘਿਰ ਗਏ ਜੀ। ਉਹ ਫਿਰ ਦੁਬਾਰਾ ਸੁਧਾਈ ਜਿਹੜੀ ਉਹ ਚੱਲ ਰਹੀ ਸੀ, ਕੰਪਲੀਟ ਨਹੀਂ ਸੀ ਹੋਈ। ਉੱਥੇ ਮੈਨੂੰ ਪਤਾ ਲੱਗਾ ਕਿ ਉੱਥੇ ਮੈਨੂੰ ਪੀੜਾ ਵੀ ਹੋਈ ਸੁਣ ਕੇ ਵੀ ਮੈਂ ਦਰਸ਼ਨ ਨਹੀਂ ਕਰ ਸਕੀ। ਹੁਣ ਇਹ ਖੁੱਲੇ ਨੇ ਸਾਰੇ ਅੰਕ, ਤੇ ਉੱਥੋਂ ਫਿਰ ਮੈਨੂੰ ਉੱਥੇ ਨਾਲ ਹੀ ਪਿਆ ਸੀ ਗੁਰੂ ਗ੍ਰੰਥ ਸਾਹਿਬ, ਇਹ ਜਿਹੜਾ ਜ਼ਖਮੀ, ਜਿਹੜਾ ਹਰਿਮੰਦਰ ਸਾਹਿਬ 'ਚ ਜ਼ਖਮੀ ਹੋਇਆ ਸੀ, ਜਿਹਦੇ ਗੋਲੀ ਲੱਗੀ ਸੀ ਵਿੱਚ। ਉਹ ਜਦੋਂ ਮੈਂ ਉਹਨੂੰ ਕਿਹਾ ਕਿ ਮੈਂ ਇਹਦੇ ਦਰਸ਼ਨ ਕਰ ਸਕਦੀ ਹਾਂ, ਕਹਿੰਦੇ ਜੀ ਜ਼ਰੂਰ ਕਰੋ, ਕਿਉਂ ਨਹੀਂ ਕਰਨੇ ਜੀ। ਉਹਦੇ ਜਦੋਂ ਮੈਂ ਦਰਸ਼ਨ ਕਰਨ ਗਈ ਤੇ ਉਹੀ ਹਾਲ ਮੇਰਾ ਮਨ ਦਾ ਹੋਇਆ ਕਿ ਮੇਰਾ ਵਿਰਾਗ ਜਿਹੜਾ ਉੱਥੇ ਛੁੱਟ ਗਿਆ। ਮੈਂ ਕਿਹਾ ਦੇਖੋ, ਕਿਉਂਕਿ ਸਾਖਸ਼ਾਤ ਗੁਰੂ ਹੈ। ਹੁਣ ਅਸੀਂ ਤੇ ਸਾਰੇ ਸਿੱਖਾਂ ਨੂੰ ਤੇ ਇਹੀ ਹੈ ਨਾ, ਪ੍ਰਗਟ ਗੁਰਾਂ ਕੀ ਦੇਹ ਜੀ, ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਅਸੀਂ ਤੇ ਬਾਣੀ ਨੂੰ ਗੁਰੂ ਸਮਝਦੇ ਹਾਂ ਨਾ।
ਸਾਨੂੰ ਹੁਕਮ ਹੀ ਇਹ ਹੈ ਵੀ ਪ੍ਰਗਟ ਗੁਰਾਂ ਕੀ ਦੇਹ ਹੈ। ਫਿਰ ਜਦੋਂ ਇਮੈਜਿਨ ਕੀਤਾ ਸਾਰਾ ਸੀਨ ਵੀ ਕਿਸ ਤਰ੍ਹਾਂ ਪ੍ਰਕਾਸ਼ ਹੋਇਆ, ਗੁਰੂ ਸਾਹਿਬ ਬਿਰਾਜਮਾਨ ਸੀ ਹਰਿਮੰਦਰ ਸਾਹਿਬ 'ਚ, ਕਿਸ ਤਰ੍ਹਾਂ ਦੱਖਣੀ ਬਾਈ ਵੱਲੋਂ ਗੋਲੀ ਆਈ, ਕਿੱਦਾਂ ਉਹ ਚੀਰਦਿਆਂ ਹੋਇਆਂ ਜਿਲਦ ਦੇ ਵਿੱਚੋਂ ਦੀ ਤੇ ਅੰਦਰਲੇ ਪਾਸੇ 90 ਅੰਕ ਤੱਕ ਗਈ, ਜੀ ਕਿਸ ਤਰ੍ਹਾਂ ਬਾਣੀ ਨੂੰ ਉਹਨੇ ਚੀਰਿਆ। ਉਹ ਜਦੋਂ ਬਾਣੀ ਨੂੰ ਚੀਰਦੀ ਗਈ ਤੇ ਉੱਥੇ ਹੀ ਮੇਰੇ ਭਾਵੁਕਤਾ ਆ ਗਈ ਤੇ ਮੇਰੀ ਅੱਖਾਂ 'ਚ ਹੰਝੂ ਛੁੱਟ ਗਏ, ਜਿੱਦਾਂ ਬੰਦਾ ਮਾਨਸਿਕ ਤੌਰ ਤੇ ਪੀੜਾ ਆ ਜਾਂਦੀ ਹੈ। ਜੀ ਦੇਖੋ ਇਹ ਵੀ ਹਾਲਾਤ ਹੋਣੇ ਸੀ ਸਾਡੇ। ਬਿੰਨਿਆ ਗਿਆ ਹਰਿਮੰਦਰ ਸਾਹਿਬ, ਸੋਨੇ ਦੇ ਪੱਤਰਿਆਂ ਵਿੱਚ ਲੱਗ ਗਈਆਂ ਗੋਲੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਉੱਤੇ ਸਿੱਖ ਸੰਗਤਾਂ ਕਾਇਲ ਹੋ ਗਈਆਂ, ਜ਼ਖਮੀ ਵੀ ਹੋ ਗਈਆਂ, ਜਾਨ ਵੀ ਚਲ ਗਈ, ਸ਼ਹੀਦ ਵੀ ਹੋ ਗਈਆਂ, ਲਹੂ ਲੁਹਾਨ ਹੋ ਗਿਆ ਉਹ ਸਰੋਵਰ। ਇਹ ਸਾਰੀਆਂ ਚੀਜ਼ਾਂ ਮੇਰੀ ਅੱਖਾਂ 'ਚੋਂ ਲੰਘ ਗਈਆਂ। ਤੇ ਕਿੰਨੇ ਨਿਰਦਈ ਸਨ ਉਹ ਲੋਕ, ਮੈਂ ਕਿਹਾ, ਜਿਨ੍ਹਾਂ ਲੋਕਾਂ ਨੇ ਇਹ ਹੁਕਮ ਕਰਕੇ ਕਾਂਗਰਸੀ ਸਰਕਾਰ ਨੇ ਇਹ ਹਮਲਾ ਕਰਾਇਆ। ਉਹ ਸਾਰਾ ਸੀਨ ਜਦੋਂ ਤੁਸੀਂ ਦਿਮਾਗ 'ਚ ਲਿਆਓਗੇ ਨਾ ਜੀ, ਕੁਦਰਤੀ ਤੁਹਾਡੇ ਮਨ ਨੂੰ ਨਾ ਇੰਨਾ ਭਾਵਕ ਹੋ ਜਾਂਦਾ, ਇੰਨੀ ਪੀੜਾ ਹੁੰਦੀ ਹੈ ਕਿ ਉਹ ਹਾਲਾਤ ਮੈਂ ਅੱਜ ਵੇਖੇ ਫਿਰ ਸਾਹਮਣੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਹ ਫਿਰ ਜਦੋਂ ਆਏ ਐਗਜ਼ੈਕਟਿਵ ਦੀ ਮੀਟਿੰਗ ਕੀਤੀ, ਉਹ ਐਗਜ਼ੈਕਟਿਵ ਦੀ ਮੀਟਿੰਗ 'ਚ ਮੈਂ ਸਾਰੀ ਗੱਲ ਸਾਹਮਣੇ ਰੱਖੀ। ਜਦੋਂ ਸਾਹਮਣੇ ਰੱਖੀ ਤਾਂ ਸਾਰੇ ਮੈਂਬਰ ਬੇਹਬਲ ਹੋ ਗਏ ਕਿ ਸਾਨੂੰ ਇਹ ਦਰਸ਼ਨ ਕਰਾਓ, ਸਾਨੂੰ ਵੀ ਕਰਾਓ। ਜੀ ਮੈਂ ਉਹਨੂੰ ਦਰਸ਼ਨ ਕਰਵਾਏ। ਫਿਰ ਉਹ ਗੱਲ ਫਿਰ ਵਿਚਾਰ 'ਚ ਆ ਗਈ ਵੀ ਕੀ ਸਾਨੂੰ ਇਹ, ਜੇ ਸਾਡੇ ਮਨ ਨੂੰ ਇੰਨਾ ਦਰਦ ਆਇਆ, ਅਸੀਂ ਮਹਿਸੂਸ ਕਰ ਰਹੇ ਹਾਂ, ਤੇ ਜਿਹੜੇ ਲੋਕ ਇਹਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਇਤਿਹਾਸ ਵਿੱਚ ਇਹ ਵੀ ਕਾਲਾ ਸਮਾਂ ਆਇਆ ਸੀਗਾ, ਇਹ ਵੀ ਕਾਲਾ ਦੌਰ ਆਇਆ ਸੀਗਾ। ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਜਦੋਂ ਅਸੀਂ ਸਟੇਜਾਂ ਤੇ ਬੋਲਾਂਗੇ ਵੀ ਸਾਡੇ ਗੁਰੂ ਸਾਹਿਬ ਜੀ ਦੀ ਦੇਹ ਵਿੱਚ ਗੋਲੀ ਲੱਗੀ ਸੀ? ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਸੱਚਮੁੱਚ ਹੀ ਐਡਾ ਨਿਰਦਈ ਜਿਹੜਾ ਇਕਾਰਾ ਹੋਇਆ ਸੀ? ਉਹ ਫਿਰ ਉੱਥੇ ਵਿਚਾਰ ਹੋਈ। ਫਿਰ ਸਾਨੂੰ ਇੱਕ ਵਾਰ ਕਈ ਵਾਰੀ ਸਾਨੂੰ ਈਮੇਲਾਂ ਵੀ ਆਈਆਂ, ਕਈ ਵਾਰੀ ਸਾਨੂੰ ਮੈਸੇਜ ਵੀ ਆਏ, ਕਈ ਵਾਰੀ ਸਾਨੂੰ ਲੋਕਾਂ ਨੇ ਟੈਲੀਫੋਨ ਵੀ ਕੀਤੇ ਵੀ ਉਹ ਭੀੜ ਕਿੱਥੇ ਹੈ ਜਿਹੜੀ ਹਰਿਮੰਦਰ ਸਾਹਿਬ 'ਚ ਜ਼ਖਮੀ ਹੋਈ ਸੀ, ਉਹ ਭੀੜ ਕਿੱਥੇ ਹੈ ਵੀ ਸੰਗਤ ਨੂੰ ਦਿਖਾਉਣੀ ਚਾਹੀਦੀ ਹੈ। ਉਹ ਸਾਰੀ ਗੱਲ ਸਮਝਦਿਆਂ ਜਦੋਂ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਦਿਖਾਉਣੀ ਚਾਹੀਦੀ, ਦਰਸ਼ਨ ਕਰਾਉਣੇ ਚਾਹੀਦੇ ਆ, ਫਿਰ ਮੈਂ ਕਈ ਜਰਨਲਿਸਟਾਂ ਨਾਲ ਗੱਲ ਕੀਤੀ। ਸੱਚਾਈ ਹੈ, ਮੈਂ ਬਹੁਤ ਸਾਰੇ ਜਰਨਲਿਸਟਾਂ ਨਾਲ ਵੀ ਗੱਲ ਕੀਤੀ, ਭਾਵੇਂ ਉਹ ਅੰਗਰੇਜ਼ੀ ਦੇ ਵਿੱਚ ਸੀ, ਪੰਜਾਬੀ ਦੇ ਵਿੱਚ ਸੀ, ਹਿੰਦੀ ਦੇ ਵਿੱਚ ਸੀ, ਜਾਂ ਕੁਝ ਪੰਥਕ ਸੋਚ ਰੱਖਣ ਵਾਲੇ ਵਿਚਾਰਧਾਰਕ ਜਿਹੜੇ ਸੀ, ਮੈਂ ਉਹਨਾਂ ਨਾਲ ਵੀ ਗੱਲਾਂ ਕੀਤੀਆਂ ਕਿ ਕੀ ਸਾਨੂੰ ਇਹ ਦਰਸ਼ਨ ਕਰਾਉਣੇ ਚਾਹੀਦੇ ਹੈ ਕਿ ਨਹੀਂ ਕਰਾਉਣੇ ਚਾਹੀਦੇ। ਉਹਨਾਂ ਕਿਹਾ ਜੀ ਜ਼ਰੂਰ ਕਰਾਉਣੇ ਚਾਹੀਦੇ ਹੈ। ਅਸੀਂ ਕਿਹਾ ਜੀ ਤੁਸੀਂ ਦੱਸੋ ਵੀ ਅਸੀਂ ਤਰਕ ਕੀ ਦੱਸਾਂਗੇ। ਵੀ ਉਹ ਲੋਕੀ ਕਹਿਣਗੇ 37 ਸਾਲਾਂ ਬਾਅਦ ਚੇਤਾ ਆਇਆ ਤੁਹਾਨੂੰ? ਕਹਿਣ ਲੱਗੇ ਕਿ ਦੇਖੋ ਇਹ ਸਮਾਂ ਬਣਦਾ, ਜੇ ਤੁਹਾਡਾ ਮਨ ਬਣਿਆ ਨਾ ਇਹ ਜ਼ਰੂਰ ਕਰਾਓ, ਕਿਉਂਕਿ ਸਿੱਖ ਕੌਮ ਦੇ ਵਿੱਚੋਂ ਇਹ ਵੀ ਜਿਹੜਾ ਖਦਸ਼ਾ ਉਹ ਨਿਕਲ ਜਾਏ, ਇਹ ਵੀ ਨਿਕਲ ਜਾਏ ਕਿ ਜਿਹੜਾ ਅਸੀਂ ਕਹਿੰਦੇ, ਲੋਕੀ ਕਹਿੰਦੇ ਝੂਠ ਬੋਲਦੇ ਹੈ, ਸਿਆਸੀ ਵਿਰੋਧੀ ਜਿਹੜੇ ਉਹ ਕਹਿੰਦੇ ਝੂਠ ਬੋਲਦੇ ਹੈ। ਕਿੱਥੇ ਉਹ ਗ੍ਰੰਥ, ਕਿੱਥੇ ਹੈ? ਜਦੋਂ ਅੱਖਾਂ ਨਾਲ ਦੇਖ ਲੈਣਗੇ ਕੁਝ ਲੋਕ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਇਹ ਸੱਚ ਬੋਲਦੇ ਆ। ਇਸੇ ਤਰ੍ਹਾਂ ਜਿਹੜੇ ਪੱਤਰੇ ਜ਼ਖਮੀ, ਇਹ ਗੱਲ ਤੁਹਾਡੀ ਕਲੀਅਰ ਹੋ ਗਈ। ਇੱਥੇ ਮੈਂ ਇੱਕ ਅੱਜ ਦੀ ਤੁਸੀਂ ਆਪ ਹੀ ਇੱਕ ਲਾਈਨ ਦੀ ਗੱਲ ਕੀਤੀ, ਇਹ ਅਜੇ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਨਾ ਤਾਂ ਤੁਸੀਂ ਪਹਿਲੀ ਵਾਰ ਪ੍ਰਧਾਨ ਬਣੇ, ਪਹਿਲੀ ਵਾਰ ਜੇ ਮੈਂ ਸਹੀ ਹੋਵਾਂ ਤੇ ਸ਼ਾਇਦ ਤੁਸੀਂ ਮਾਰਚ 1999 ਦੇ ਵਿੱਚ ਪ੍ਰਧਾਨ ਬਣੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਅਤੇ ਉਦੋਂ ਤੋਂ ਲੈ ਕੇ ਇੰਨਾ ਟਾਈਮ ਕਿਉਂ ਲੱਗ ਗਿਆ ਇਹ ਸਾਰਾ ਕੁਝ ਸਾਹਮਣੇ ਰੱਖਣ ਦੇ? ਕਿਉਂਕਿ ਇਹਨੂੰ ਜੇ ਸਿਆਸੀ ਵਿਰੋਧੀਆਂ ਦੀ ਗੱਲ ਕਰੀਏ ਤਾਂ ਇੱਦਾਂ ਜੋੜਦੇ ਆ ਕਿਉਂਕਿ ਹੁਣ ਅਕਾਲੀ ਦਲ ਨੂੰ ਦੁਬਾਰਾ ਉੱਭਰਨ ਦੀ ਲੋੜ ਹੈ, ਇਸ ਕਰਕੇ ਉਹ ਧਾਰਮਿਕ ਪੱਤਾ ਖੇਡ ਰਿਹਾ ਜੀ। ਇਹਦੇ ਤੇ ਕੀ ਕਹੋਗੇ? ਬੜਾ ਅਫਸੋਸ ਹੈ ਕਿ ਉਹ ਲੋਕ ਇਹ ਦੱਸ ਦੇਣ ਕਿ ਕੀ ਇਸ ਦਰਸ਼ਨ ਕਰਵਾ ਕੇ ਕੋਈ ਮਾੜਾ ਕੰਮ ਕੀਤਾ? ਕੀ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਕਿ ਉਹਨਾਂ ਨੇ ਆਪਣੇ ਇਤਿਹਾਸ ਤੋਂ ਜਾਣੂ ਹੋਏ? ਕੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਇਹ ਸਮਝਦੇ ਨਹੀਂ ਕਿ 84 ਦਾ ਜਿਹੜਾ ਹਮਲਾ ਸੀਗਾ, ਇਹ ਜਿਹੜਾ ਘੱਲੂਘਾਰਾ ਸੀਗਾ, ਇਹ ਜੇ ਕਰਵਾਇਆ ਜਿਨ੍ਹਾਂ ਨੇ ਉਹ ਮਾੜਾ ਹੈ? ਕਿ ਉਹ ਇਹ ਨਹੀਂ ਸਮਝਦੇ ਕਿ ਸਿੱਖ ਪੀੜਤ ਹੈ, ਉਹ ਚਾਹੁੰਦੇ ਸੀ ਕਿ ਦਰਸ਼ਨ ਕਰਨੀ? ਮੈਂ ਇਹ ਗੱਲ ਕਹਿੰਦੀ ਹੈ ਕਿ ਇਹ ਠੀਕ ਹੈ ਕਿ ਪਹਿਲਾਂ ਮੈਂ 3 ਵਾਰੀ ਪ੍ਰਧਾਨ ਬਣੀ, ਇਹ 'ਚ ਕੋਈ ਸ਼ੱਕ ਨਹੀਂ ਜੀ। ਮੈਂ 25 ਸਾਲ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ 'ਚ ਵੀ ਕੋਈ ਸ਼ੱਕ ਨਹੀਂ। ਮੈਂ ਪਹਿਲੀ ਵਾਰ ਜਦੋਂ ਬਣੀ ਹੈ ਉਸ ਵੇਲੇ ਵੀ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਤੋਂ ਮੈਨੂੰ ਬਣਾਇਆ ਗਿਆ ਸੀ ਬਾਅਦ 'ਚ। ਉਸ ਵੇਲੇ ਵੀ ਕੌਮ ਦੇ ਵਿੱਚ ਮੇਰੇ ਵਾਸਤੇ, ਕਿਉਂਕਿ ਮੈਂ ਬਿਲਕੁਲ ਨਵੀਂ ਸੀ, ਮੈਨੂੰ ਸਭ ਕੁਝ ਸਿੱਖਣ ਵਾਸਤੇ ਹੀ ਮੈਂ ਲੱਭ ਰਹੀ ਸੀ। ਸਟੇਜਾਂ ਨੂੰ ਸਾਂਭਣਾ, ਸੰਗਤਾਂ ਵਿੱਚੋਂ ਸਾਰੀ ਜਾਣਕਾਰੀ ਦੇਣੀ, ਉਸ ਹਾਲਾਤਾਂ ਨੂੰ ਸਾਂਭਣਾ, ਨਵੀਂ ਚੀਜ਼ ਸਿੱਖਣੀ, ਕੰਮ ਨੂੰ ਸਿੱਖਣਾ, ਮੇਰਾ ਸਾਰਾ ਜ਼ੋਰ ਉਸ ਪਾਸੇ ਲੱਗ ਗਿਆ। ਸ਼ਤਾਬਦੀਆਂ ਚੱਲ ਪਈਆਂ, ਲਗਾਤਾਰ 3 ਸਾਲ ਮੈਂ ਸ਼ਤਾਬਦੀਆਂ ਹੀ ਮਨਾਉਂਦੀ ਰਹੀ। ਹੋ ਸਕਦਾ ਉਹ ਸਮਾਂ ਮੇਰੇ ਕੋਲ ਨਹੀਂ ਬਣਿਆ ਕਿ ਮੈਂ ਇਹ ਦਰਸ਼ਨ ਕਰ ਲੈਂਦੀ। ਇਹ ਤਾਂ ਕੁਦਰਤੀ ਨਨਕਾਣਾ ਸਾਹਿਬ ਦੇ ਸਾਕੇ ਦੀ ਗੱਲ ਆਈ 100 ਸਾਲਾਂ ਦੀ।
ਉਹਦੇ ਸਬੰਧ ਵਿੱਚ ਮੈਂ ਦਰਸ਼ਨ ਕਰਨ ਗਈ ਤੇ ਇਹ ਦਰਸ਼ਨ ਇਹ ਵੀ ਹੋ ਗਏ। ਹੁਣ ਇਹ ਜਿਹੜੇ ਘੱਲੂਘਾਰਾ ਦਿਵਸ ਵੀ ਆ ਗਿਆ 6 ਜੂਨ ਨੂੰ, ਉਹਦੇ ਸਬੰਧ 'ਚ ਵਿਚਾਰਾਂ ਕਰ ਲਈਆਂ। ਦੇਖੋ ਮੇਰੀ ਬੇਨਤੀ ਹੈ ਕਿ ਕੁਝ ਗੱਲਾਂ ਦੀਆਂ ਸਾਡੇ ਕੋਲ ਕੁਤਾਹੀਆਂ ਵੀ ਹੋਈਆਂ ਨੇ, ਅਣਗਹਿਲੀਆਂ ਵੀ ਹੋਈਆਂ ਨੇ, ਕਮੀਆਂ ਵੀ ਹੋਈਆਂ ਨੇ, ਮੈਂ ਸਮਝਦੀ ਹਾਂ। ਕੌਮ ਦੇ ਅਸੀਂ ਜਵਾਬਦੇਹ ਹੈ। ਮੈਂ ਸਾਰਿਆਂ ਕੋਲੋਂ ਬੜੀ ਵਾਰੀ ਸਟੇਜਾਂ ਤੇ ਮਾਫੀ ਮੰਗੀ ਹੈ ਕਿ ਸਾਧ ਸੰਗਤ ਜੀ ਅਸੀਂ ਭੁੱਲਣਹਾਰ ਹਾਂ, ਭੁੱਲਣ ਅੰਦਰ ਸਭ ਕੋ ਅਪੋਲ ਗੁਰੂ ਕਰਤਾਰ। ਪਰ ਜਦੋਂ ਅਸੀਂ ਠੀਕ ਕਰ ਲਈਏ ਉਸ ਵੇਲੇ ਤੇ ਸ਼ਾਬਾਸ਼ ਦਿਓ ਵੀ ਜੇ ਅਸੀਂ ਕੋਈ ਗਲਤੀ ਕੀਤੀ ਹੈ, ਅਸੀਂ ਵੀ ਤਾਂ ਇਨਸਾਨ ਹੀ ਹੈ। ਜੇ ਸਾਡੇ ਕੋਲ ਗਲਤੀ ਹੋ ਗਈ ਹੈ ਤੇ ਮਹਿਕਮਾ ਦੀ ਜਾਚਕ ਹੈ ਸਾਰੀ ਜਥੇਬੰਦੀ ਵੱਲੋਂ, ਆਪਣੀ ਸਾਰੀ ਕਮੇਟੀ ਵੱਲੋਂ। ਜੇ ਤੁਸੀਂ ਇਹ ਸਮਝਦੇ ਹੋ ਕਿ ਮੈਂ ਜਾਣਬੁੱਝ ਕੇ ਕੀਤਾ, ਉਹ ਨਹੀਂ। ਮੈਂ ਆਪਣੀ ਮਾਨਸਿਕ ਪੀੜਾ ਜ਼ਾਹਰ ਕੀਤੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੀ ਜਾਂ ਜਨਰਲ ਹਾਊਸ ਦੀ ਅਸੀਂ ਪੀੜਾ ਜ਼ਾਹਰ ਕੀਤੀ ਕਿ ਕੌਮ ਵੀ ਦੇਖ ਲਵੇ ਕਿ ਅਸੀਂ ਕਿੰਨੇ ਪੀੜਤ ਹੋਏ ਹਾਂ, ਤੇ ਤੁਸੀਂ ਵੀ ਦੇਖੋ ਵੀ ਇਹ ਸਮਾਂ ਜਿਹੜਾ ਕਿੱਦਾਂ ਇਹ ਕਾਲਾ ਦੌਰ ਨਿਕਲਿਆ। ਬੀਬੀ ਜੀ, ਇੱਕ ਇਹਦੇ ਨਾਲ ਰਿਲੇਟਡ ਅੱਜ ਕੱਲ੍ਹ ਬੜੀ ਚਰਚਾ 'ਚ ਹੈ ਮੁੱਦਾ, ਸ਼ਾਇਦ ਦਮਦਮੀ ਟਕਸਾਲ ਵੱਲੋਂ ਵੀ ਉਹ ਮੁੱਦਾ ਚੁੱਕਿਆ ਗਿਆ। ਜੇ ਮੈਂ ਗਲਤ ਨਹੀਂ ਤਾਂ ਤੁਸੀਂ ਮੈਨੂੰ ਦੱਸਿਓ ਜ਼ਰੂਰ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੀ ਰੈਨੋਵੇਸ਼ਨ ਦੇ ਮਾਮਲੇ ਦੇ ਵਿੱਚ ਉਹ ਦੁਬਾਰਾ ਕਿਉਂਕਿ ਚਰਚਾ ਆਈ ਕਿ 1985 'ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਕੀਤਾ ਸੀ ਤੇ ਉੱਥੇ 10 ਕਰੋੜ ਰੁਪਏ ਅਦਾਲਤ 'ਚ ਜਮ੍ਹਾਂ ਕਰਾਇਆ ਹੈ, ਸ਼ਾਇਦ 1000 ਕਰੋੜ ਰੁਪਏ ਹਰਜਾਨੇ ਦਾ ਕੇਸ ਹੈ। ਉਹਦੇ 'ਚ ਅਦਾਲਤ ਨੇ ਕਿਹਾ SGPC ਨੂੰ ਕਿ ਤੁਸੀਂ ਬਾਰੇ-ਬਾਰ ਕੋਈ ਗੱਲ ਕਰ ਲਓ, ਜਿਹਦੇ 'ਤੇ ਜਥੇਦਾਰ ਹਰਨਾਮ ਸਿੰਘ ਧੁੰਮਾ ਹੋਰੀ ਕਹਿੰਦੇ ਨੇ ਕਿ ਵੀ ਸਾਡੇ ਤੋਂ ਬਿਨਾਂ ਤੁਸੀਂ ਗੱਲ ਨਾ ਕਰਿਓ। ਉਹ ਮਾੜੀ ਜੀ ਗੱਲ ਕਲੀਅਰ ਕਰ ਦਿਓਗੇ ਜੀ, ਉਹ ਕੀ ਆ ਚੱਕਰ? ਪਹਿਲਾਂ ਤੇ ਹੈ ਜੀ ਵੀ ਕੋਈ ਵੀ ਗੱਲ ਹੁੰਦੀ ਹੈ ਉਹ ਸਿਧਾਂਤਾਂ ਵਿੱਚ ਰਹਿ ਕੇ ਹੁੰਦੀ ਹੈ। ਜੀ। ਕੋਈ ਵੀ ਫੈਸਲੇ ਹੁੰਦੇ ਹੈ ਉਹ ਕਾਨੂੰਨ ਵਿੱਚ ਦੀ ਦਾਇਰੇ 'ਚ ਰਹਿ ਕੇ ਹੁੰਦੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਨੁਮਾਇੰਦਾ ਜਮਾਤ ਹੈ। ਉਹ ਕਤਈ ਵੀ ਐਸੀ ਗੱਲ ਨਹੀਂ ਕਰੇਗੀ ਜਿਹਦੇ ਨਾਲ ਕੌਮ ਦਾ ਸਰਮਾਇਆ, ਕੌਮ ਦਾ ਸਿਧਾਂਤ, ਕੌਮ ਦੇ ਉਸ ਮਹਾਨ ਮਰਿਆਦਾ ਨੂੰ ਕੋਈ ਠੇਸ ਪਹੁੰਚੇ। ਪਹਿਲਾਂ ਤਾਂ ਗੱਲ ਇਹ ਹੈ। ਕੇਵਲ ਤੇ ਕੇਵਲ ਕੋਈ 10-15 ਦਿਨ ਪਹਿਲਾਂ ਉੱਥੇ ਗੱਲ ਚੱਲੀ ਕਿ ਪਿਛਲਾ ਜਿਹੜਾ ਸਾਡਾ ਕੇਸ ਚੱਲ ਰਿਹਾ ਦਿੱਲੀ ਦੀ ਹਾਈ ਕੋਰਟ ਦੇ ਵਿੱਚ, ਉੱਥੇ ਦਿੱਲੀ ਦੀ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਤੁਸੀਂ ਮਿਲ ਬੈਠ ਕੇ ਇਸ ਗੱਲ ਨੂੰ ਨਿਬੇੜ ਲਓ। ਕਿਉਂਕਿ ਮੈਂ ਨਹੀਂ ਜਾਣਦੀ ਕੀ ਕਿਹਾ, ਕੀ ਡਾਇਰੈਕਸ਼ਨ ਹੈ, ਮੈਨੂੰ ਨਹੀਂ ਪਤਾ। ਮੈਂ ਫਿਰ ਉਸ ਵੇਲੇ ਚੀਫ ਸੈਕਟਰੀ ਸਾਹਿਬ ਦੀ ਐਗਜ਼ੈਕਟਿਵ ਦੇ ਵਿੱਚ ਮੀਟਿੰਗ ਦੇ ਵਿੱਚ ਡਿਊਟੀ ਲਾਈ ਕਿ ਚੀਫ ਸੈਕਟਰੀ ਸਾਹਿਬ ਤੁਸੀਂ ਕਾਨੂੰਨੀ ਤੌਰ ਤੇ ਵੀ ਮਾਹਰ ਹੋ, ਐਡਵੋਕੇਟ ਹੋ, ਤੁਸੀਂ ਸਾਰੀ ਫਾਈਲ ਨੂੰ ਵਾਚ ਕਰੋ, ਪੜ੍ਹੋ ਵੀ ਕੀ ਕਿਤੇ ਜੱਜ ਨੇ ਕੀ ਰਿਮਾਰਕਸ ਦਿੱਤੇ ਆ। ਉਹ ਰਿਮਾਰਕਸ ਤੋਂ ਜਾਣੂ ਸਾਨੂੰ ਕਰਵਾਓ ਕਿ ਉਹਨਾਂ ਨੇ ਕੀ ਕਿਹਾ। ਕਿਉਂਕਿ ਗੱਲ ਸਾਡੀ ਪੈਸੇ ਨਾਲ ਨਹੀਂ ਹੈ। ਅਸੀਂ 1000 ਕਰੋੜ ਦਾ ਮੁਆਵਜ਼ਾ ਨਹੀਂ ਮੰਗਦੇ। ਅਸੀਂ ਤੇ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਉਸ ਸਰਕਾਰ ਨੂੰ ਜਿਹਨੇ ਐਡਾ ਵੱਡਾ ਜ਼ੁਲਮ ਕੀਤਾ, ਐਡਾ ਹਮਲਾ ਕੀਤਾ। ਕੌਮ ਤੇ ਅਰਬਾਂ ਰੁਪਏ ਉੱਥੇ ਵਾਰ ਕੇ ਸੁੱਟ ਦੇਵੇ। ਨਾ 500 ਕਰੋੜ ਦੀ ਹੈ, ਨਾ 600 ਕਰੋੜ ਦੀ, ਨਾ 1000 ਕਰੋੜ ਦੀ ਹੈ। ਨਾ ਪੈਸੇ ਪਿੱਛੇ ਕਿਤੇ ਸਿਧਾਂਤਕ ਤੌਰ ਦੇ ਉੱਤੇ ਕਿਸੇ ਨਾਲ ਕੰਪਰੋਮਾਈਜ਼ ਦੀ ਹੈ। ਇਹ ਗੱਲ ਨੂੰ ਅਸੀਂ ਕਿਤਾ ਚਤ ਵੀ ਮਨਜ਼ੂਰ ਨਹੀਂ ਕੀਤਾ ਜਾਏਗਾ ਕਿ ਜੇ ਸਾਡੇ ਕਿਸੇ ਸਿਧਾਂਤਕ ਤੌਰ ਦੇ ਉੱਤੇ ਕਿਸੇ ਕਿਸਮ ਦੀ ਸੱਟ ਵੱਜੇ ਕਿ ਅਸੀਂ ਤੇ ਉਸ ਭਾਰਤ ਸਰਕਾਰ ਕੋਲੋਂ ਇਹ ਕੋਰਟ ਵਿੱਚ ਇਹ ਪਾਇਆ ਕਿ ਭਾਰਤ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਕਿ ਭਾਰਤ ਸਰਕਾਰ ਨੇ ਬਹੁਤ ਵੱਡਾ ਜ਼ੁਲਮ ਕੀਤਾ। ਸਾਡਾ ਪੈਸਾ 10 ਕਰੋੜ ਜਮ੍ਹਾਂ ਕਰਾਉਣਾ ਇਹ ਨਹੀਂ 1000 ਕਰੋੜ ਦਾ। ਅਸੀਂ ਦੱਸਿਆ ਕਿ ਸਾਡਾ ਐਡਾ ਵੱਡਾ ਨੁਕਸਾਨ ਕੀਤਾ ਬਿਲਡਿੰਗ ਦਾ, ਤੇ ਜਿਹੜੀਆਂ ਸਾਡੀਆਂ ਭਾਵਨਾਵਾਂ ਦਾ ਨੁਕਸਾਨ ਹੋਇਆ, ਜਿਹੜਾ ਸਾਡੇ ਸਰਮਾਏ ਦਾ ਨੁਕਸਾਨ ਹੋਇਆ, ਜਿਹੜਾ ਸਾਡੇ ਉਸ ਸਥਾਨ ਦੀ ਪਵਿੱਤਰਤਾ ਦਾ ਨੁਕਸਾਨ ਹੋਇਆ, ਉਹ ਜਿਹੜਾ ਅਸੀਂ ਤੇ ਸਿਰਫ ਕੌਮ ਇਹ ਉਸ ਭਾਰਤ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਵਾਸਤੇ, ਅਹਿਸਾਸ ਕਰਨ ਵਾਸਤੇ ਕਿ ਉਹ ਕੌਮ ਨਾਲ ਇਹ ਆਪਣਾ ਦੱਸਣ ਕਿ ਕੀ ਇਹ ਜ਼ੁਲਮ ਨਹੀਂ ਸੀ। ਅਸੀਂ ਤਾਂ ਕੋਰਟ 'ਚ ਕੇਸ ਕੀਤਾ, ਕਿਸੇ ਕਿਸਮ ਦੀ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਕੋਈ ਪੈਸੇ ਦੀ ਕੰਪਰੋਮਾਈਜ਼ ਕਰਨ ਵਾਸਤੇ। ਉਹ ਤੇ ਸਿਰਫ ਮੈਂ ਪੜ੍ਹਨ ਵਾਸਤੇ ਕਿਹਾ ਕਿ ਵਿਚਾਰੋ ਇਹ ਕੀ ਹੈ, ਫਿਰ ਅਸੀਂ ਉਸ ਹਿਸਾਬ ਦੇ ਨਾਲ ਅਗਲਾ ਕੇਸ ਜਿਹੜਾ ਉਹ ਲੜਾਂਗੇ। ਜੀ। ਅੱਛਾ, ਇੱਕ ਬੀਬੀ ਜੀ, ਉਦੋਂ ਹੀ ਜਿਹੜਾ ਤੋਸ਼ੇਖਾਨੇ ਦੇ ਵਿੱਚੋਂ ਉਦੋਂ ਦੀਆਂ ਹੱਥ ਲਿਖਤ ਬੀੜਾਂ ਜਾਂ ਗੁਰੂ ਸਾਹਿਬ ਦੇ ਹੁਕਮਨਾਮੇ, ਸਾਖੀਆਂ, ਉਹ ਜਿਹੜਾ ਸਮਾਨ ਉਦੋਂ ਕਹਿੰਦੇ ਕਿ ਫੌਜ ਚੁੱਕ ਕੇ ਲੈ ਗਈ ਸੀ। ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜੀ ਅਸੀਂ ਸਾਰਾ ਕੁਝ ਵਾਪਸ ਕਰ ਦਿੱਤਾ। ਫਿਰ ਬਹੁਤ ਸਾਰੇ ਜਿਹੜੇ ਲੋਕ ਉਹ ਇਹ ਕਹਿੰਦੇ ਨੇ ਕਿ ਦਸਤਖਤਾਂ ਸਹਿਤ ਵਾਪਸ ਲੈ ਵੀ ਲਿਆ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਉਹਦੇ 'ਤੇ ਕਮੇਟੀ ਬਣੀ ਸੀ ਜੀ, ਉਹ ਅਜੇ ਤੱਕ ਉਹਦੇ ਬਾਰੇ ਕੋਈ ਗੱਲ ਸਾਹਮਣੇ ਆਈ ਨਹੀਂ। ਉਹਦੇ ਸਟੇਟਸ ਕੁਝ ਕਲੀਅਰ ਕਰ ਸਕਦੇ ਜੀ ਕਿ ਉਹ ਕਿੱਥੇ ਗੱਲ ਪਹੁੰਚੀ ਹੈ ਜੀ?
ਉਹ ਇਸ ਤਰ੍ਹਾਂ ਜੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਕਮੇਟੀ ਬਣਦੀ ਹੈ, ਔਰ ਇਹ ਕੰਮ ਇੰਨਾ ਲੰਬਾ ਹੁੰਦਾ ਹੈ ਕਿ ਸਾਡਾ ਇੱਕ ਤੇ ਪ੍ਰੋਬਲਮ ਇਹ ਆ ਜਾਂਦੀ ਹੈ, ਜਿਹੜੀ ਚੋਣ ਹੁੰਦੀ ਹੈ ਸਾਲ ਬਾਅਦ ਚੋਣ ਆ ਜਾਂਦੀ ਹੈ, ਜੀ ਉਸ ਤੋਂ ਬਾਅਦ ਫਿਰ ਸ਼ਿਫਟਿੰਗ ਹੋ ਜਾਂਦੀ ਹੈ, ਰੀਸ਼ਿਫਲਿੰਗ ਜਿੱਦਾਂ ਰੀਸ਼ਿਫਟ ਹੋ ਜਾਂਦਾ, ਰੀਸ਼ਫਲਿੰਗ ਹੋ ਜਾਂਦੀ ਹੈ, ਫਿਰ ਮੈਂਬਰ ਜਿਹੜੇ ਪਾਉਂਦੇ ਆ ਐਗਜ਼ੈਕਟਿਵ ਦੇ ਹੁੰਦੇ ਆ, ਪ੍ਰਧਾਨ ਹੁੰਦਾ, ਚੇਂਜ ਹੋ ਜਾਂਦੇ ਆ, ਉਹ ਫਿਰ ਕੰਮ ਫਿਰ ਉੱਥੇ ਮੁੱਢੋਂ ਛੁੱਡੋ ਸ਼ੁਰੂ ਹੋ ਜਾਂਦਾ ਹੈ, ਉਹ ਚੱਲ ਰਹੀ ਹੁੰਦੀ ਹੈ। ਫਿਰ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਉਹ ਅੱਗ ਦੇ ਪੇਟ ਵੀ ਕਈ ਸਮਾਨ ਹੋ ਗਏ, ਕੁਝ ਉੱਥੇ ਚੱਕ ਕੇ ਵੀ ਲੈ ਗਏ ਸੀ, ਕੁਝ ਵਾਪਸ ਵੀ ਆਏ। ਉਹ ਸਾਰੀ ਕਾਰਵਾਈ ਕਰਨ ਵਾਸਤੇ ਚੀਫ ਸੈਕਟਰੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਦੀ ਅਗਵਾਈ ਵਿੱਚ ਜਿਹੜੀ ਕਮੇਟੀ ਬਣੀ ਹੈ, ਉਹ ਮੇਰਾ ਖਿਆਲ ਕਾਫੀ ਮੀਟਿੰਗਾਂ ਕਰ ਚੁੱਕੇ ਆ, ਕਿਉਂਕਿ ਇਹ ਆਖਰੀ ਸਿੱਟਾ ਜਦ ਤੱਕ ਨਹੀਂ ਨਿਕਲਦਾ ਉਸ ਤੋਂ ਪਹਿਲਾਂ ਬਾਹਰ ਕੁਝ ਕਹਿਣਾ ਮੇਰਾ ਖਿਆਲ ਸੰਭਵ ਨਹੀਂ। ਬਿਲਕੁਲ ਠੀਕ। ਅੱਛਾ, ਇੱਕ ਹੁਣੇ ਮੇਰੇ ਦਿਮਾਗ 'ਚ ਆ ਗਈ ਗੱਲ, ਅਜੇ ਕੱਲ੍ਹ ਹੀ ਬਿਆਨ ਆਇਆ ਸੀ ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਦਾ। ਉਹ ਕਹਿੰਦੇ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 37 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ ਤਾਂ ਦਿਖਾ ਦਿੱਤਾ ਜਿਹਦੇ 'ਚ ਗੋਲੀ ਲੱਗੀ ਸੀ, ਪਰ 2015 ਦੇ ਵਿੱਚ ਜਿਸ ਸਰੂਪ ਦੀ ਬੇਅਦਬੀ ਕੀਤੀ ਗਈ ਸੀ ਉਹ ਸਰੂਪ ਕਿਉਂ ਨਹੀਂ ਦਿਖਾਉਂਦੇ ਜੀ? ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਮਾਨਯੋਗ ਜਥੇਦਾਰ ਜੀ ਨੂੰ ਮੈਂ ਬੇਨਤੀ ਕਰਾਂਗੀ ਕਿ ਵਿਰੋਧਤਾ ਕਰਕੇ ਵਿਰੋਧ ਨਾ ਕਰੋ। ਇਹ ਸੰਸਥਾ ਤੁਹਾਡੀ ਹੈ, ਤੁਸੀਂ ਤੇ ਬਹੁਤ ਵੱਡੀ ਪਦਵੀ ਤੇ ਰਹੇ ਹੋ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਹੇ ਨੇ। ਮੈਂ ਸਤਿਕਾਰ ਕਰਦੀ, ਮੈਂ ਅੱਜ ਵੀ ਕਰਦੀ, ਕਿਉਂਕਿ ਮੇਰਾ ਫਰਜ਼ ਬਣਦਾ, ਜਿਸ ਪਦਵੀ ਤੇ ਉਹ ਰਹੇ ਹੈ ਸਾਡਾ ਸਤਿਕਾਰ ਕਰਨਾ ਫਰਜ਼ ਬਣਦਾ। 2015 ਵਿੱਚ ਜਿਹੜਾ ਸਰੂਪ ਦੀ ਬੇਅਦਬੀ ਹੋਈ ਹੈ, ਸਰਕਾਰਾਂ 4.5 ਸਾਲ ਦੀ ਕਾਂਗਰਸ ਸਰਕਾਰ ਲੱਗੀ ਹੋਈ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵੀ ਸਾਲ 1.5 ਸਾਲ ਕੰਮ ਕੀਤਾ। ਉਸ ਵੇਲੇ ਸਾਰੀਆਂ ਜਥੇਬੰਦੀਆਂ ਦੇ ਕਹਿਣ 'ਤੇ CBI ਨੂੰ ਕੇਸ ਦੇ ਦਿੱਤਾ। ਜਿੰਨਾ ਕੁ ਉਹਨਾਂ ਨੇ ਪੜਤਾਲ ਕੀਤੀ, ਜਿਹੜੀ ਸਿੱਟ ਬਣਾਈ ਸੀ, ਉਹਦੀ ਰਿਪੋਰਟ ਅੱਜ ਤੱਕ ਵੀ ਚੱਲੀ ਜਾਂਦੀ ਹੈ, ਜੋ ਸਰਦਾਰ ਖਟੜਾ ਸਾਹਿਬ ਜੀ ਦੀ ਅਗਵਾਈ 'ਚ ਬਣੀ ਸੀ। ਉਹਦੇ ਉੱਤੇ ਸਾਰੀ ਭੂਮਿਕਾ ਚੱਲੀ ਜਾਂਦੀ ਹੈ। ਚੋਣ ਆ ਗਈ, ਸਰਕਾਰ ਬਦਲ ਗਈ। ਪਹਿਲੇ ਦਿਨ ਤੋਂ ਲੈ ਕੇ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ, ਪਹਿਲੇ ਦਿਨ ਤੋਂ ਲੈ ਕੇ, ਕਿ ਇਹਦੀ ਬੜੀ ਘੋਖ ਪੜਤਾਲ ਜਿਹੜੀ ਹੈ, ਜਾਂਚ ਜਿਹੜੀ ਹੈ, ਉਹ ਵਧੀਆ ਢੰਗ ਨਾਲ ਕੀਤੀ ਜਾਵੇ ਤਾਂ ਜੋ ਕੌਮ ਦੇ ਸਾਹਮਣੇ ਸੱਚ ਆਵੇ, ਔਰ ਕੋਈ ਵੀ ਦੋਸ਼ੀ ਹੈ, ਕੋਈ ਵੀ, ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ, ਭਾਵੇਂ ਉਹ ਕੋਈ ਕਿਸੇ ਪਾਰਟੀ ਨਾਲ ਸੰਬੰਧ ਹੈ, ਭਾਵੇਂ ਕਿਸੇ ਸੰਸਥਾ ਨਾਲ ਸੰਬੰਧ ਹੈ, ਭਾਵੇਂ ਕੋਈ ਕਿਸੇ ਕਿਸਮ ਦੇ ਧਾਰਮਿਕ ਅਦਾਰਿਆਂ ਨਾਲ ਸੰਬੰਧ ਹੈ, ਭਾਵੇਂ ਆਮ ਪਬਲਿਕ ਨਾਲ ਸੰਬੰਧ ਹੈ, ਕੋਈ ਵੀ ਹੈ, ਉਹ ਦੋਸ਼ੀ ਬਖਸ਼ੇ ਨਹੀਂ ਜਾਣੇ ਚਾਹੀਦੇ, ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਅਜੇ ਤੱਕ ਦੋਸ਼ੀ ਹੀ ਤੈਅ ਨਹੀਂ ਹੋ ਸਕੇ ਅਜੇ ਤੱਕ, ਤੇ ਉਹਦੇ ਬਾਰੇ ਕੀ ਕਿਹਾ ਜਾ ਸਕਦਾ। ਪਰ ਮੈਂ ਜਥੇਦਾਰ ਜੀ ਨੂੰ ਬੇਨਤੀ ਕਰਾਂਗੀ ਕਿ ਮੇਰੀ ਬੇਨਤੀ ਹੈ ਕਿ ਜਿਹੜੇ ਇਹ ਦੋਸ਼ੀ ਤੇ ਸਾਹਮਣੇ ਆ, 84 ਦੇ ਘੱਲੂਘਾਰੇ ਦਾ ਤਾਂ ਕੋਈ ਸ਼ੱਕ ਨਹੀਂ ਕਿਸੇ ਨੂੰ ਵੀ ਕਾਂਗਰਸ ਦੀ ਸਰਕਾਰ ਸੀ, ਉਸ ਵੇਲੇ ਦੀ ਪ੍ਰਧਾਨ ਮੰਤਰੀ ਨੇ ਕਰਵਾਇਆ, ਇੰਦਰਾ ਗਾਂਧੀ ਜੀ ਨੇ ਕਰਵਾਇਆ, ਉਸ ਵੇਲੇ ਦੇ ਰਾਸ਼ਟਰਪਤੀ ਨੇ, ਉਸ ਵੇਲੇ ਦੇ ਗ੍ਰਹਿ ਮੰਤਰੀ ਨੇ, ਜਾਂ ਉੱਥੋਂ ਦੀਆਂ ਸਰਕਾਰਾਂ ਨੇ ਜੋ ਕੰਮ ਕਰਾਇਆ ਉਹ ਸਾਰੀ ਦੁਨੀਆ ਦੇ ਸਾਹਮਣੇ ਆ। ਔਰ ਉਸ ਤੋਂ ਬਾਅਦ ਜੋ 84 ਦੇ ਦਿੱਲੀ ਦੇ ਵਿੱਚ ਨਸਲਕੁਸ਼ੀ ਕਰਾਈ ਹੈ, ਉਹ ਵੀ ਦੁਨੀਆ ਦੇ ਸਾਹਮਣੇ ਹੈ। ਸੋ ਇਹ ਤੇ ਦੋਸ਼ੀ ਸਾਹਮਣੇ ਦਿਸਦੇ, ਇਹ ਜੋ ਹੋਇਆ ਸਾਡੇ ਸਾਹਮਣੇ ਹੈ। ਇਹ ਤੇ ਬੀੜ ਅਸੀਂ ਸਾਂਭ ਕੇ ਰੱਖੀ ਹੋਈ ਹੈ, ਇਹ ਤੇ ਬੀੜ ਸਾਡੇ ਕੋਲ ਹੈ। ਇੱਕ ਹੋਰ ਹਰਕੀ ਪੌੜੀ ਦੀ ਬੀੜ ਵੀ ਹੈ, ਮੈਂ ਦੇਖ ਕੇ ਆਈ ਹਾਂ ਜੀ 5-6 ਦਿਨ ਪਹਿਲਾਂ, ਅਸੀਂ ਐਗਜ਼ੈਕਟਿਵ ਸਾਰੀ ਦੇਖ ਕੇ ਆਏ ਹਾਂ। ਇੱਕ ਹੋਰ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਿਹੜੀ ਵੱਡੀ ਬੀੜ ਹੈ, ਬਹੁਤ ਵੱਡੀ ਹੱਥ ਲਿਖਤ, ਜਿਹੜੀ ਕਿ ਉਸ ਵੇਲੇ ਹਰਕੀ ਪੌੜੀ 'ਚ ਸੀ, ਲੰਗਰ ਵਾਲੇ ਪਾਸੇ ਤੋਂ ਵੱਡੀ ਗੋਲੀ ਆਈ ਹੈ ਤੋਪ ਦੀ, ਉਹਦੇ ਵਿੱਚ ਜਿਹੜੀ ਹੈ ਤਕਰੀਬਨ ਪੂਰੀ ਉਂਗਲ ਜਿੰਨੀ ਉਹਦੇ 'ਚ ਲੰਬਾ ਡੁੰਗ ਪਿਆ ਹੋਇਆ, ਉਹ ਵੀ ਉੱਥੇ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਇਹ ਕਹਿਣ ਵੀ ਇਹ ਕਿਉਂ ਦਿਖਾਉਂਦੇ ਹੋ, ਜਿਹੜੇ ਸਾਡੇ ਕੋਲ ਹੈ, ਜੋ ਸੱਚ ਹੈ, ਉਹ ਤੇ ਸੰਗਤ ਨੂੰ ਦਿਖਾਉਣਾ ਬਣਦਾ। ਜਿਹੜੀ ਚੀਜ਼ ਦਾ ਅਜੇ ਤੱਕ ਦੋਸ਼ੀਆਂ ਦਾ ਨਹੀਂ ਪਤਾ, ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਦੋਸ਼ੀ ਲੱਭਣ, ਸਰਕਾਰ ਕਟਹਿਰੇ 'ਚ ਖੜੇ ਕਰਨ। ਜੇ ਕੋਈ ਦੋਸ਼ੀ ਲੱਭਦੇ ਹੈ, ਕੋਈ ਵੀ ਹੈ, ਉਹਨਾਂ ਨੂੰ ਫਾਹੇ ਲਾਉਣ, ਉਹਨਾਂ ਨੂੰ ਫਾਂਸੀ ਟੰਗਣ, ਉਹਨਾਂ ਨੂੰ ਜੋ ਸਜ਼ਾਵਾਂ ਦੇਣੀਆਂ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਪਰ ਜਿਹੜੇ ਦੋਸ਼ੀ ਸਾਡੇ ਸਾਹਮਣੇ ਫਿਰਦੇ ਹੈ, ਉਹਨਾਂ ਦੋਸ਼ੀਆਂ ਦੀ ਗੱਲ ਜੇ ਅਸੀਂ ਨਹੀਂ ਦੁਹਰਾਉਂਦੇ, ਇਹਦਾ ਮਤਲਬ ਇਹਦੇ 'ਚ ਵੀ ਅਸੀਂ ਉਹ ਕੰਮ ਕਰਨਾ ਚਾਹੁੰਦੇ, ਉਹਨਾਂ ਲੋਕਾਂ ਦੀ ਅਸੀਂ ਲੁਕਾਉਣਾ ਚਾਹੁੰਦੇ ਹਾਂ ਕਿ ਉਹ ਲੋਕ ਕਿਉਂ ਕਰਦੇ। ਸੋ ਮੈਂ ਸਮਝਦੀ ਹਾਂ ਇਹ ਗੱਲਾਂ ਕਰਨੀਆਂ ਸਾਡੀ ਜਾਇਜ਼ ਨਹੀਂ। ਨਹੀਂ, ਬਿਲਕੁਲ ਠੀਕ ਹੈ ਬੀਬੀ ਜੀ। ਇੱਕ ਚੀਜ਼ ਹੋਰ ਸੀ, ਇਤਰਾਜ਼ ਆ ਰਿਹਾ, ਉਹ ਇਹ ਸੀ ਕਿ 1 ਜੂਨ ਨੂੰ ਉੱਥੇ ਸੰਗਤੀ ਰੂਪ ਦੇ ਵਿੱਚ ਅਰਦਾਸ ਕਰਨ ਦੇ ਲਈ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੀ ਗਈਆਂ ਅਤੇ ਬਹੁਤ ਸਾਰੇ ਪੋਲੀਟੀਕਲ ਪਾਰਟੀ ਦੇ ਬੰਦੇ, ਈਵਨ ਸ਼੍ਰੋਮਣੀ ਅਕਾਲੀ ਦਲ 'ਚੋਂ ਵੀ ਕਈ ਨਿਖੜ ਕੇ ਗਏ ਸੀਨੀਅਰ ਲੀਡਰ ਵੀ ਉੱਥੇ ਪਹੁੰਚੇ ਸੀ, ਬੁਰਜਵਾਰ ਸਿੰਘ ਵਾਲਾ ਵੀ ਅਤੇ ਬਰਗਾੜੀ ਵੀ। ਪਰ SGPC ਵੱਲੋਂ ਮੇਰੇ ਖਿਆਲ ਨਾਲ ਉਸ ਦਿਨ ਕੋਈ ਉਸ ਚੀਜ਼ ਨੂੰ ਯਾਦ ਨਹੀਂ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਇਸ ਤਰ੍ਹਾਂ ਹੋਇਆ ਸੀ ਜੀ, ਸਾਨੂੰ ਦੁੱਖ ਹੈ।
ਕੁਝ ਸਮਾਗਮ ਕੀਤਾ ਗਿਆ ਜਾਂ ਕੁਛ ਇਹੋ ਜਿਹਾ ਕੁਛ ਦੱਸਣਾ ਚਾਹੋ ਤਾਂ? ਅਸੀਂ ਤਾਂ ਸਦਾ ਹੀ ਕਰਦੇ ਹਾਂ ਜੀ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿੱਥੇ ਵੀ ਕਿਤੇ ਹੁੰਦੀ ਹੈ ਸਦਾ ਹੀ ਅਸੀਂ ਐਕਸ਼ਨ ਲੈਂਦੇ ਹਾਂ, ਸਦਾ ਅਸੀਂ ਬੋਲਦੇ ਹਾਂ। ਅਸੀਂ ਕੋਈ ਇੱਕ ਦਿਨ ਦੀ ਗੱਲ ਥੋੜ੍ਹਾ, ਉੱਥੇ ਜਿਹੜੇ ਜਾਂਦੇ ਆ ਜੀ ਉੱਥੇ ਜੋ ਕੁਛ ਉੱਥੇ ਕਰਦੇ ਹੈ, ਮੈਂ ਨਹੀਂ ਕਹਿਣਾ ਚਾਹੁੰਦੀ ਕੁਛ ਵੀ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਥੋੜ੍ਹਾ ਕਰਨ ਜਾਂਦੇ ਆ। ਉੱਥੇ ਸਾਹਮਣੇ ਲੋਕਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਉੱਥੇ ਕੋਈ ਅਦਬ ਦੀ ਗੱਲ ਸੀ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਉਹ ਤਾਂ ਇੱਕ ਆਪਣੀ ਆਪਣੀ ਕਰਦੇ ਆ, ਮੈਂ ਵਿੱਚ ਨਹੀਂ ਪਾਉਣਾ ਚਾਹੁੰਦੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਜ਼ਿੰਮੇਵਾਰ ਸੰਸਥਾ ਹੈ। ਅਸੀਂ ਆਪਣੇ ਗੁਰਦੁਆਰਿਆਂ 'ਚ ਰੋਜ਼ ਗੁਰਧਾਮਾਂ ਦੇ ਵਿੱਚ ਸਿੱਖ ਸੰਗਤ ਦੇ ਵਾਸਤੇ ਅਰਦਾਸ ਕਰਦੇ ਹਾਂ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਗੁਰਧਾਮਾਂ ਦੀ ਰਾਖੀ ਵਾਸਤੇ ਅਰਦਾਸ ਕਰਦੇ ਹਾਂ, ਸੇਵਾ ਸੰਭਾਲ ਵਾਸਤੇ ਅਰਦਾਸ ਕਰਦੇ ਹਾਂ, ਗੁਰੂ ਪਾਤਸ਼ਾਹ ਦੇ ਅਦਬ ਸਤਿਕਾਰ ਦੀ ਅਰਦਾਸ ਕਰਦੇ ਹਾਂ। ਇਹ ਸਾਡਾ ਫਰਜ਼ ਹੈ। ਨਾਲੇ ਸਿੱਖ ਨੇ ਇੱਕ ਦਿਨ ਨਹੀਂ ਅਰਦਾਸ ਕਰਨੀ, ਕਿ ਅਸੀਂ ਤਾਂ ਰੋਜ਼ ਸਵਾਸ ਨਾਲ ਅਰਦਾਸ ਕਰਦੇ ਹਾਂ ਜੀ। ਅੱਛਾ ਬੀਬੀ ਜੀ, ਇਹ ਜੇ ਮੈਨੂੰ ਯਾਦ ਆ ਕਿ ਹਰਿਮੰਦਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ ਸ਼ਾਇਦ, ਐਂਡ ਤੁਸੀਂ ਸ਼ਾਇਦ ਇਸ ਚੀਜ਼ ਦਾ ਮੁੱਦਾ ਵੀ ਚੁੱਕਿਆ ਸੀ ਕਿ ਵੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਾਂ ਉਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ। ਉਹ ਮੁੱਦਾ ਹੁਣ ਦੁਬਾਰਾ ਉਸ ਤੋਂ ਬਾਅਦ ਕਦੀ ਚਰਚਾ 'ਚ ਆਇਆ ਨਹੀਂ। ਹੁਣ ਤੁਸੀਂ ਇਸ ਟੌਪਿਕ 'ਤੇ ਕੁਝ ਕਹਿਣਾ ਚਾਹੋਗੇ? ਐਕਚੁਅਲੀ ਸੰਗਤ ਸਮਝ ਗਈ ਹੈ ਜੀ, ਕਿਉਂਕਿ ਜਿਹੜਾ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ। ਉੱਥੇ ਵਿੱਚ ਲਿਖਿਆ ਕਿ ਕੀਰਤਨ ਕੌਣ ਕਰ ਸਕਦਾ ਹੈ? ਕਹਿੰਦੇ ਸਿੱਖ ਦੀ ਪਰਿਭਾਸ਼ਾ ਕੀ ਹੈ? ਔਰਤ ਜਾਂ ਮਰਦ ਜੋ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਜੀ। 10 ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਵੀ ਗ੍ਰੰਥ ਨੂੰ ਨਹੀਂ ਮੰਨਦਾ, ਉਹਦੀ ਰਹਿਤ ਮਰਿਆਦਾ 'ਚ ਰਹਿੰਦਾ। ਇਸ ਕਰਕੇ ਇਹ ਗੱਲ ਤੇ ਕਲੀਅਰ ਹੈ ਕਿ ਬੀਬੀਆਂ ਨੂੰ ਕਿਤੇ ਵੀ ਕੀਰਤਨ ਨਾ ਕਰਨ ਦੀ ਗੱਲ ਨਹੀਂ ਕਹੀ ਗਈ। ਸੈਕੰਡਲੀ, ਕਿਉਂਕਿ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਹੈ ਉਹਦੇ ਨਾਲ ਹੀ ਲੱਗਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ ਜੀ। ਉਹਨੂੰ ਸਟੇਜ ਸਮਝੀ ਜਾਂਦੀ ਹੈ ਸ਼੍ਰੀ ਦਰਬਾਰ ਸਾਹਿਬ ਜੀ ਦੀ। ਹਮੇਸ਼ਾ ਤੁਸੀਂ ਦੇਖਦੇ ਹੋ ਸਵੇਰੇ ਕਥਾ ਹੁੰਦੀ ਹੈ ਜੀ ਜੀ, ਉੱਥੇ ਕਿਹਾ ਜਾਂਦਾ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਦਰਬਾਰ ਸਾਹਿਬ। ਉਸ ਦੀਵਾਨ ਹਾਲ ਦੇ ਵਿੱਚ ਪੂਰਾ ਦਿਨ ਬੀਬੀਆਂ ਨੇ ਕੀਰਤਨ ਕੀਤਾ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿਹਾੜੇ ਤੇ ਜੀ। ਪੂਰਾ ਦਿਨ ਤਾਂਤੀ ਸੱਜਣਾ ਵੀ ਕੀਤਾ, ਦੂਜਾ ਵੀ ਕੀਤਾ, ਔਰ ਇੱਥੋਂ ਤੱਕ ਕਿ ਮੈਂ ਵੀ ਐਜ਼ ਏ ਸੇਵਾਦਾਰ ਮੈਂ ਵੀ ਉੱਥੇ ਹਾਜ਼ਰੀ ਭਰੀ, ਆਪ ਵੀ ਸੰਗਤੀ ਰੂਪ ਵਿੱਚ ਕੀਰਤਨ ਦੀ ਸ਼ਬਦ ਦੀ ਹਾਜ਼ਰੀ ਭਰੀ। ਸੋ ਇਹ ਨਹੀਂ ਗੱਲ ਕਿ ਉੱਥੇ ਕੀਰਤਨ ਕਰਨ ਦੀ ਮਨਾਹੀ ਹੈ। ਕੀਰਤਨ ਕੀਤਾ, ਢਾਡੀ ਆਈਆਂ, ਕਵੀ ਆਈਆਂ, ਸਾਰਾ ਉੱਥੇ ਸਮਾਗਮ ਹੋਇਆ। ਇਹ ਜ਼ਰੂਰ ਹੈ ਕਿ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਹੈ ਉਹਦੇ ਵਿੱਚ ਪਰਪੱਕਤਾ ਕਿੰਨੀ ਚਾਹੀਦੀ ਹੈ, ਕਿੰਨੀ ਬਾਣੀ ਕੰਠ ਚਾਹੀਦੀ ਹੈ, ਕਿਹੜੀਆਂ ਉੱਥੇ ਸਿੱਖ ਕੋਡ ਜਿਹੜਾ ਉਹ ਕੀ ਅਪਣਾਉਣਾ ਹੈ। ਮੈਂ ਜਿਹੜਾ ਤੱਤ ਕੱਢਿਆ ਉਹ ਇਹ ਹੈ ਕਿ ਅਸੀਂ ਬੀਬੀਆਂ ਬਹੁਤ ਲੰਬੇ ਸਮੇਂ ਬਾਅਦ ਅੱਜ ਸੰਗੀਤ ਵਿੱਚ ਪੈ ਕੇ ਗੁਰਮਤਿ ਦੇ ਕੀਰਤਨ ਦੀ ਅਸੀਂ ਬਹੁਤ ਲੰਬੇ ਸਮੇਂ ਬਾਅਦ ਇਹਦਾ ਜਿਹੜਾ ਗਿਆਨ ਪ੍ਰਾਪਤ ਕੀਤਾ ਜੀ ਜੀ। ਕੀਰਤਨ ਕਰਨ ਦੀ ਰਿਆਜ਼ ਦੂਜਾ, ਤੇ ਬਹੁਤਾ ਸਮਾਂ ਤੇ ਔਰਤਾਂ ਗੁਲਾਮ ਹੀ ਰਹੀਆਂ, ਬਾਹਰ ਹੀ ਨਿਕਲੀਆਂ। ਹੁਣ ਐਜੂਕੇਸ਼ਨ ਪੱਖ ਤੋਂ ਜਾਂ ਕਿਤੇ ਕਿੱਤਿਆਂ ਦੇ ਪੱਖ ਤੋਂ ਅਸੀਂ ਬਹੁਤ ਵੱਡੀਆਂ ਮੱਲਾਂ ਮਾਰ ਲਈਆਂ, ਫੌਜਾਂ 'ਚ ਵੀ ਮਾਰ ਲਈਆਂ, ਏਅਰਪੋਰਟ ਹਵਾਈ ਜਹਾਜ਼ਾਂ 'ਚ ਵੀ ਚਲ ਗਈਆਂ, ਪਾਇਲਟ ਬਣ ਗਈਆਂ, ਜਨਰਲ ਬਣ ਗਈਆਂ, ਕਰਨਲ ਬਣ ਗਈਆਂ, ਸਾਰਾ ਕੁਛ ਹੈ, IAS IPS PCS ਅਫਸਰ ਬਣ ਗਈਆਂ। ਪਰ ਅਜੇ ਵੀ ਜੋ ਦੇਖਣ 'ਚ ਆਉਂਦਾ ਹੈ ਤੇ ਜਿੰਨੇ ਵੀ ਸਾਡੇ ਜਥੇ ਹੈ ਬੀਬੀਆਂ ਦੇ ਉਹ ਬਹੁਤ ਘੱਟ ਹੈ, ਬਹੁਤ ਘੱਟ ਹੈ। ਤੇ ਉਸ ਵੇਲੇ ਵੀ ਮੈਂ ਬੀਬੀਆਂ ਨੂੰ ਪੁੱਛਿਆ ਸੀਗਾ, ਇੱਕ ਜਥੇ ਨੂੰ, ਉਹਨਾਂ ਨੇ ਉਸ ਵੇਲੇ ਮਨਾਹੀ ਕੀਤੀ ਕਿ ਅਸੀਂ ਉੱਥੇ ਕੀਰਤਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਹੋਏਗਾ ਕਿ ਉੱਥੇ ਜਿਹੜੀ ਪਰੰਪਰਾ ਦੇ ਅਨੁਸਾਰ ਬਾਣੀ ਕਿੰਨੀ ਕੰਠ ਚਾਹੀਦੀ ਹੈ। ਨਾਲੇ ਉੱਥੇ ਕੋਈ ਸ਼ਰਤ ਵੀ ਹੈ ਕਿ ਜਿਹੜਾ ਜਥਾ ਉੱਥੇ ਆਉਣਾ ਹੈ ਉਹਨੇ ਪਹਿਲਾਂ 10 ਸਾਲ ਉੱਥੇ ਦੂਜੇ ਗੁਰਦੁਆਰਿਆਂ 'ਚ ਕੀਰਤਨ ਕੀਤਾ ਹੋਣਾ ਚਾਹੀਦਾ, ਤਜਰਬਾ ਉਹਦਾ 10 ਸਾਲ ਦਾ ਹੋਣਾ ਚਾਹੀਦਾ, ਕਿਉਂਕਿ ਇਹ ਬਿਲਕੁਲ ਲਾਈਵ ਪ੍ਰੋਗਰਾਮ ਵੀ ਚੱਲਦੇ ਹੈ, 24 ਘੰਟੇ ਚੱਲਦਾ। ਉੱਥੇ ਕਿੰਨੀ ਬਾਣੀ ਚਾਹੀਦੀ ਹੈ, ਕਿਹੜੇ ਰਾਗਾਂ 'ਚ ਜਾਣਾ, ਹਰ ਪੈਰ ਦਾ ਰਾਗ ਵੱਖਰਾ ਉੱਥੇ ਜਿਹੜੇ ਗਾਇਨ ਕਰਨਾ। ਸੋ ਕੁਝ ਗੱਲਾਂ ਨੇ ਜਿਹੜੀਆਂ ਅਜੇ ਤੱਕ ਹੋ ਸਕਦਾ ਕਿ ਅਸੀਂ ਪੂਰੇ ਪਰਪੱਕ ਜਥੇ ਸਾਡੇ ਕੋਲ ਨਾ ਮਿਲ ਸਕਣ। ਇਸ ਗੱਲ ਨੂੰ ਵੀ ਸਮਝ ਗਈਆਂ ਨੇ ਬੀਬੀਆਂ, ਵੀ ਸਮਝ ਗਈਆਂ, ਔਰ ਮੈਂ ਕਈ ਵਾਰ ਕਹਿੰਦੀ ਵੀ ਹੈ ਸਗੋਂ ਆਪਾਂ ਇੰਨੇ ਕੁ ਪਰਪੱਕ ਜਥੇ ਤਿਆਰ ਕਰੀਏ ਵੀ ਕੌਮ ਦੇ ਵਿੱਚ ਪਹਿਲਾਂ ਸਪਲਾਈ ਤੇ ਆਵੇ ਚੀਜ਼ ਦੀ। ਬਿਲਕੁਲ, ਮੰਗ ਤੇ ਫਿਰ ਹੀ ਕਰਾਂਗੇ ਨਾ ਜੀ, ਪਹਿਲਾਂ ਚੀਜ਼ ਦੀ ਸਪਲਾਈ ਹੋਵੇ ਫਿਰ ਹੀ ਮੰਗ ਪੈਦਾ ਹੁੰਦੀ, ਤੇ ਜੇ ਸਪਲਾਈ ਨਾ ਹੋਵੇ ਤੇ ਚੀਜ਼ ਦੀ ਮੰਗ ਕਿੱਥੋਂ ਹੋਏਗੀ ਤੇ ਮੰਗ ਦੀ ਪੂਰਤੀ ਕਿੱਦਾਂ ਹੋਊਗੀ। ਸੋ ਕੌਮ ਜਿਹੜੀ ਹੈ ਵਿਚਾਰ ਕਰਨਾ, ਕਿਉਂਕਿ ਇਹਦੇ ਲਈ ਦੀਰਘ ਵਿਚਾਰ ਦੀ ਲੋੜ ਹੈ। ਮੰਗ ਮੇਰੀ ਅੱਜ ਵੀ ਹੈ, ਮੰਗ ਮੇਰੀ ਅੱਜ ਵੀ ਹੈ ਕਿ ਬੀਬੀਆਂ ਨੂੰ ਕਿਉਂ ਅਸੀਂ ਵਿਤਕਰਾ ਕਰਦੇ ਹਾਂ,
ਜੇ ਇੱਕ ਬੀਬੀ ਦੀ ਕਲਮ ਨਾਲ ਕੀਰਤਨੀ ਜਥੇ ਭਰਤੀ ਹੋ ਸਕਦੇ ਹੈ, ਜੇ ਇੱਕ ਬੀਬੀ ਦੀ ਕਲਮ ਦੇ ਨਾਲ ਸਿੰਘ ਸਾਹਿਬ ਲੱਗ ਸਕਦੇ ਹੈ, ਜੇ ਇੱਕ ਬੀਬੀ ਦੀ ਕਲਮ ਦੇ ਨਾਲ ਸਾਰੇ ਮੁਲਾਜ਼ਮ ਅੱਜ ਉੱਥੇ ਆਪਣੀ ਨੌਕਰੀਆਂ ਜਾਂ ਸੇਵਾਵਾਂ ਕਰ ਸਕਦੇ ਹੈ, ਜੇ ਐਡਮਿਨਿਸਟ੍ਰੇਸ਼ਨ ਇੱਕ ਬੀਬੀ ਦੀ ਕਲਮ ਨਾਲ ਚੱਲ ਸਕਦੀ ਹੈ, ਆਪਣੀ ਤੁਹਾਡੀ ਸੇਵਾ ਦਾ ਇੱਕ ਮਿਸਾਲ ਹੈ ਸਾਹਮਣੇ, ਤਾਂ ਜੀ, ਫਿਰ ਜੀ। ਉੱਥੇ ਕੀਰਤਨ ਵਿੱਚ ਕਿਉਂ ਮਨਾਹੀ ਹੋਵੇ? ਮੇਰਾ ਖਿਆਲ ਹੈ ਕਿ ਕੌਮ ਕਦੇ ਮਨਾਹੀ ਨਹੀਂ ਕਰੇਗੀ ਜਦੋਂ ਅਸੀਂ ਇਹ ਮੰਗ ਨੂੰ ਪੂਰਾ ਕਰਨ ਵਾਸਤੇ ਪਹਿਲਾਂ ਸਾਡੇ ਕੋਲ ਪੂਰਾ ਭੰਡਾਰ ਹੋਏਗਾ। ਬਿਲਕੁਲ ਜੀ, ਤੁਸੀਂ ਇਹ ਬਹੁਤ ਵੈਲਿਡ ਪੁਆਇੰਟ ਕਲੀਅਰ ਕਰ ਦਿੱਤਾ। ਚਲੋ ਮੇਰਾ ਖਿਆਲ ਇਹ ਵੀ ਗੱਲ ਨਿਬੜ ਗਈ। ਇੱਕ ਮੈਂ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਸੀ ਕਿ ਥੋੜ੍ਹੇ ਮਹੀਨੇ ਪਹਿਲਾਂ ਵੀ ਗੱਲ ਮਾਮਲਾ ਸਾਹਮਣੇ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਵਿਦੇਸ਼ਾਂ 'ਚ ਛਾਪੇ ਜਾਂਦੇ ਨੇ ਜਾਂ ਉਸ ਤੋਂ ਬਾਅਦ ਉਹਦੇ 'ਤੇ ਕਾਰਵਾਈ ਵੀ ਹੁੰਦੀ ਹੈ। ਫਿਰ ਇੱਕ ਉਹ ਕੰਪਨੀ ਹੈ ਜਿਹੜੀ ਕਿ ਆਨਲਾਈਨ ਸਾਜ਼ੋ ਸਮਾਨ ਵੇਚਦੀ ਆ, ਉਹਦੇ 'ਤੇ ਗੁਟਕਾ ਸਾਹਿਬ ਦੀ ਵਿਕਰੀ ਹੁੰਦੀ ਸੀ, ਉਹਦੇ 'ਤੇ ਵੀ ਇਤਰਾਜ਼ ਆਇਆ। ਇਸ ਤੋਂ ਪਹਿਲਾਂ ਵੀ ਆਉਂਦੇ ਰਹੇ ਨੇ ਕਿ ਕਦੀ ਹਰਿਮੰਦਰ ਸਾਹਿਬ ਦੀ ਫੋਟੋ ਜਿਹੜੀ ਹੈ ਜੀ ਉਹ ਪਾਏਦਾਨ 'ਤੇ ਛਾਪ ਦਿੱਤੀ ਗਈ। ਇਹ ਜਿਹੜਾ ਸਾਰਾ ਕੁਝ ਕੀਤਾ ਜਾਂਦਾ, ਇਹਦੇ ਪਿੱਛੇ ਕੋਈ ਖਾਸ ਕਾਰਨ ਤੁਸੀਂ ਸਮਝਦੇ ਹੋ ਜਦੋਂ ਵੀ ਕਿਤੇ ਘੋਖ ਪੜਤਾਲ ਹੁੰਦੀ ਹੈ? ਅਤੇ ਜੇ ਉਹ ਕਾਰਨ ਉਸ ਤੋਂ ਬਾਅਦ ਪਤਾ ਲੱਗਦੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਬੰਧ ਕੀ ਕਰਦੀ ਹੈ ਵੀ ਅੱਗੇ ਤੋਂ ਸਾਰਾ ਕੁਝ ਨਾ ਹੋਵੇ? ਦੇਖੋ, ਅਸੀਂ ਤੇ ਉਹਨੂੰ ਹਦਾਇਤ ਕਰਦੇ ਹਾਂ, ਅਸੀਂ ਕਾਨੂੰਨੀ ਉਹਨਾਂ ਨੂੰ ਦਿੰਦੇ ਵੀ ਹੈ, ਨੋਟਿਸ ਵੀ ਦੇ ਦਿੰਦੇ ਹਾਂ, ਪਰ ਉਹ ਇਮੀਡੀਏਟ ਜਦੋਂ ਗੱਲ ਆਉਂਦੀ ਹੈ, ਜਿਉਂ ਹੀ ਅਸੀਂ ਇਹਦਾ ਉਹਨਾਂ ਦੇ ਕੋਲ ਕਰਦੇ ਹਾਂ, ਉਹਨਾਂ ਨੂੰ ਜਵਾਬ ਦਿੰਦੇ ਹਾਂ ਅਖਬਾਰ ਰਾਹੀਂ ਜਾਂ ਨੋਟਿਸ ਕਰਦੇ ਹਾਂ ਆਪਣੇ ਬਿਆਨ ਰਾਹੀਂ, ਇਮੀਡੀਏਟ ਉਹ ਬੰਦ ਕਰ ਦਿੰਦੇ ਆ। ਸਿਰਫ ਦੁੱਖ ਇਸ ਗੱਲ ਦਾ ਲੱਗਦਾ ਕਿ ਸਿੱਖ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ, ਸਿੱਖ ਦੇ ਗੁਰਧਾਮਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ, ਸਿੱਖ ਦੇ ਇਸ ਮਹਾਨ ਗ੍ਰੰਥ ਨੂੰ ਹੀ ਕਿਉਂ ਨਿਸ਼ਾਨਾ ਬਣਾਈ ਜਾਂਦਾ, ਸਾਡੇ ਗੁਰੂਆਂ ਨੂੰ ਹੀ ਕਿਉਂ ਕੀਤਾ ਜਾਂਦਾ? ਕਿਉਂਕਿ ਸ਼ਾਇਦ ਉਹ ਇਸ ਕਰਕੇ ਕਿ ਲੋਕ ਕੁਝ ਜਿਹੜੇ ਹੈ ਪੰਥ ਵਿਰੋਧੀ ਕਹਿ ਲਓ ਜਾਂ ਜਿਹਨਾਂ ਦੀ ਸੋਚ ਨਹੀਂ, ਜਿਹੜੇ ਹੋ ਸਕਦਾ ਕਿ ਬਾਕੀ ਪੂਜਾਵਾਂ ਜਿਹੜੀਆਂ ਉਹਨਾਂ ਦੇ ਆਪਣੇ ਅਨੁਸਾਰ ਜੋ ਕਰਦੇ ਹੈ, ਉਹ ਇਸ ਨੂੰ ਕਰਕੇ ਤੇ ਉਹ ਛੋਟੀ ਗੱਲ ਸਮਝਦੇ ਹੈ। ਪਰ ਸਾਡਾ ਸਿਧਾਂਤ ਐਡਾ ਮਜ਼ਬੂਤ ਹੈ ਕਿ ਸਾਡੀ ਮਰਿਆਦਾ ਹੀ ਅਲਾਉ ਨਹੀਂ ਕਰਦੀ ਕਿ ਸਾਡੇ ਗੁਰੂ ਸਾਹਿਬ ਦਾ, ਸਾਡੇ ਗੁਰਧਾਮਾਂ ਦਾ, ਸਾਡੇ ਕਿਸੇ ਗੁਰੂ ਗ੍ਰੰਥ ਦਾ ਜਾਂ ਗੁਟਕੇ ਦਾ ਜਾਂ ਕਿਸੇ ਕਿਸਮ ਦਾ ਸਿਧਾਂਤਿਕ ਤੌਰ ਦੇ ਉੱਤੇ ਕੋਈ ਇਹਨੂੰ ਗਲਤ ਯੂਟੀਲਾਈਜ਼ ਕਰੇ। ਸਾਡਾ ਸਿਧਾਂਤ ਨਹੀਂ ਅਲਾਉ ਕਰਦਾ। ਇਸ ਕਰਕੇ ਸਾਡੀ ਸਿਧਾਂਤ ਦੀ ਮਹਾਨਤਾ ਨੂੰ ਅਸੀਂ ਹੀ ਸਮਝ ਸਕਦੇ ਹਾਂ, ਅਸੀਂ ਹੀ ਇਹਦੀ ਪੀੜਾ ਨੂੰ ਸਮਝ ਸਕਦੇ ਹਾਂ, ਅਸੀਂ ਇਹਦੇ ਸੈਂਟੀਮੈਂਟਸ ਨੂੰ ਅਸੀਂ ਸਮਝ ਸਕਦੇ ਹਾਂ। ਹੋ ਸਕਦਾ ਉਹਨਾਂ ਨੂੰ ਸੈਂਟੀਮੈਂਟਸ ਹੀ ਨਾ ਸਾਡੇ ਪਤੇ ਹੋਣ, ਉਹ ਕਰਦੇ ਤੇ ਉਹਨਾਂ ਨੂੰ ਇਹ ਲੱਗਦਾ ਹੋਏਗਾ ਕਿ ਇਹ ਕਰਾਂਗੇ ਤੇ ਸ਼ਾਇਦ ਸਾਡੀ ਕੋਈ ਜ਼ਿਆਦਾ ਚੀਜ਼ ਚੱਲੇਗੀ, ਇਹ ਸਾਡਾ ਜ਼ਿਆਦਾ ਕੋਈ ਗੱਲ ਬਣੇਗੀ, ਪਰ ਉਹ ਇਹ ਨਹੀਂ ਸਮਝਦੇ ਕਿ ਸਿੱਖ ਦੀ ਮਹਾਨਤਾ ਨੂੰ ਤੁਸੀਂ ਕਿੱਦਾਂ ਚੈਲੰਜ ਕਰ ਰਹੇ ਹੋ। ਸੋ ਇਸ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਇੱਕ ਇਮੀਡੀਏਟ ਉਹ ਹਟਾ ਦਿੰਦੇ ਆ, ਮਾਫੀ ਮੰਗ ਲੈਂਦੇ ਆ, ਗਲਤੀ ਕਰ ਲੈਂਦੇ ਆ। ਪਰ ਮੈਂ ਕਈ ਵਾਰੀ ਇਹ ਅਪੀਲ ਕਰਦੀ ਹਾਂ ਕਿ ਮੇਰੀ ਬੇਨਤੀ ਹੈ ਸਾਰੇ ਧਰਮਾਂ ਦੇ ਲੋਕਾਂ ਨੂੰ, ਸਾਰੇ ਵਪਾਰੀ ਲੋਕਾਂ ਨੂੰ, ਸਾਰੇ ਜੋ ਵੀ ਕੰਮ ਕਾਰ ਕਰਨ ਵਾਲੇ ਹੈ, ਕਿਰਪਾ ਕਰਕੇ ਜੇ ਤੁਸੀਂ ਕੋਈ ਇੱਦਾਂ ਦਾ ਕੰਮ ਕਰਨਾ ਹੋਵੇ, ਕਮ ਸੇ ਕਮ ਪਹਿਲਾਂ ਸਿੱਖ ਸੰਸਥਾ ਦੇ ਕੋਲੋਂ ਇਹ ਆਪਣੀ ਅਪੀਲ ਪਾ ਕੇ ਜ਼ਰੂਰ ਮਨਜ਼ੂਰੀ ਲੈਣ ਦੀ ਖੇਚਲ ਕਰਿਆ ਕਰੋ ਕਿ ਤੁਹਾਨੂੰ ਕੀ ਕੀਤਾ ਜਾਣਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਬੀਬੀ ਜੀ, ਆਹ ਜਿਹੜਾ ਤੁਸੀਂ ਗੱਲ ਦਾ ਜ਼ਿਕਰ ਕੀਤਾ ਨਾ, ਮੇਰੇ ਦਿਮਾਗ 'ਚ ਦੋ ਗੱਲਾਂ ਹੋਰ ਯਾਦ ਆ ਗਈਆਂ ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਲੱਗਦੀਆਂ ਕਿ ਉਹਦੇ ਕੋਲੋਂ ਗਲਤੀ ਹੋਈ। ਮੈਨੂੰ ਲੱਗਦਾ ਕਿ ਤੁਸੀਂ ਸਪਸ਼ਟ ਕਰ ਸਕਦੇ ਹੋ। ਇੱਕ ਤਾਂ 1999 'ਚ ਉਦੋਂ ਹੀ ਤੁਸੀਂ ਪ੍ਰਧਾਨ ਸੀਗੇ, ਉਦੋਂ 300 ਸਾਲਾਂ ਦੇ ਮੌਕੇ ਦੇ ਉੱਪਰ 300 ਕਿਤਾਬਾਂ ਛਾਪਣ ਦੀ ਗੱਲ ਚੱਲੀ ਸੀ ਅਤੇ 300 ਹੀ ਗਾਂ ਉਹਨਾਂ ਦੀਆਂ ਕਾਪੀਆਂ ਛਾਪਣੀਆਂ ਸੀ, ਪਰ ਕਿਤਾਬਾਂ ਛਪੀਆਂ ਸਿਰਫ 8। ਉਹਨਾਂ 'ਚੋਂ ਵੀ ਇੱਕ ਸਿੱਖ ਇਤਿਹਾਸ ਨਾਂ ਦੀ ਕਿਤਾਬ ਹੈ ਜਿਹੜੀ ਹਿੰਦੀ 'ਚ ਛਪੀ, ਉਹ ਪ੍ਰਕਾਸ਼ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਲਿਖਾਰੀ ਕੌਣ ਆ ਉਹ ਕਲੀਅਰ ਨਹੀਂ, ਪਰ ਉਹਦੇ 'ਚ ਬਹੁਤ ਘਟੀਆ ਸ਼ਬਦਾਵਲੀ ਗੁਰੂ ਮਹਾਰਾਜ ਬਾਰੇ ਲਿਖੀ ਗਈ ਸੀਗੀ। ਉਹਦੇ ਬਾਰੇ ਕੋਈ ਸਪਸ਼ਟੀਕਰਨ ਦੇਣਾ ਚਾਹੋਗੇ ਜੀ ਕਿ ਉਹ ਸਾਰਾ ਕੁਛ ਸੈੱਟ ਹੋ ਗਿਆ ਜਾਂ ਉਹਦੇ ਲਈ ਦੋਸ਼ੀ ਕੌਣ ਸੀ? ਬੇਨਤੀ ਹੈ ਕਿ ਅਸੀਂ ਇਤਿਹਾਸ ਖੋਜ ਬੋਰਡ ਬਣਾਇਆ ਹੋਇਆ, ਵੈਸੇ ਸਿੱਖ ਇਤਿਹਾਸ ਖੋਜ ਬੋਰਡ ਸਾਡਾ ਬਣਿਆ। ਜਦੋਂ ਵੀ ਕੋਈ ਇਤਿਹਾਸਕਾਰ ਕਿਤਾਬ ਲੈ ਕੇ ਆਉਂਦਾ ਉਹ ਧਰਮ ਪ੍ਰਚਾਰ ਕਮੇਟੀ 'ਚ ਰੱਖਦਾ, ਤੇ ਅਸੀਂ ਜਿਹੜੀ ਇਤਿਹਾਸ ਜਿਹੜਾ ਅਸੀਂ ਬੋਰਡ ਬਣਾਇਆ, ਅਸੀਂ ਉਹਨਾਂ ਨੂੰ ਲਿਖਾਰੀਆਂ ਨੂੰ, ਜਿਹੜੇ ਸਾਡੇ ਵਿਦਵਾਨ ਹੈ, ਅਸੀਂ ਉਹਨਾਂ ਕੋਲ ਕਿਤਾਬ ਭੇਜਦੇ, ਕਿਉਂਕਿ ਦੇਖੋ ਪ੍ਰਧਾਨ ਨੇ ਵੀ ਉਹ ਕਿਤਾਬ ਨਹੀਂ ਪੜ੍ਹਨੀ ਹੁੰਦੀ ਇੰਨੀ, ਸਾਨੂੰ ਤਾਂ ਬਹੁਤਾ ਵਿਦਵਤਾ ਨਹੀਂ ਸਾਡੇ ਕੋਲ ਹੁੰਦੀ, ਅਸੀਂ ਤਾਂ ਇੱਕ ਐਡਮਿਨਿਸਟ੍ਰੇਟਰ ਹੈ, ਵੱਧ ਤੋਂ ਵੱਧ ਅਸੀਂ ਪਹਿਰੇਦਾਰੀ ਕਰ ਸਕਦੇ ਹਾਂ, ਠੀਕ ਹੈ ਜੀ। ਉੱਥੋਂ ਦੀਆਂ ਲੋੜਾਂ, ਉੱਥੋਂ ਦੇ ਸਾਰਾ ਸੇਵਾ ਸੰਭਾਲ ਉਹਦੇ ਕਰਨ ਵਿੱਚ ਅਸੀਂ ਆਪਣੀ ਭੂਮਿਕਾ ਨਿਭਾਉਂਦੇ ਹਾਂ। ਪਰ ਜਿਹੜੀ ਖੋਜ ਇਤਿਹਾਸ ਦੀ ਹੈ ਉਹ ਵਿਦਵਾਨਾਂ ਨੇ ਹੀ ਕਰਨੀ ਹੁੰਦੀ, ਜਿਹੜੇ ਅਸੀਂ ਕਮੇਟੀ ਬਣਾਉਂਦੇ ਹਾਂ। ਅਸੀਂ ਉਹਨਾਂ ਨੂੰ ਦਿੰਦੇ ਹਾਂ, ਉਹ ਪ੍ਰਵਾਨ ਕਰ ਦਿੰਦੇ ਆ, ਅਸੀਂ ਉਹਨੂੰ ਛਪਾ ਦਿੰਦੇ ਹਾਂ ਅੱਗੋਂ। ਪਰ ਜਿਉਂ ਹੀ ਅਸੀਂ ਦੇਖਦੇ ਹਾਂ ਕਿ ਉਹ ਗਲਤ ਹੈ, ਜਦੋਂ ਇਤਰਾਜ਼ ਮਾੜਾ ਜਿਹਾ ਉੱਠਦਾ ਸੀ ਉਸੇ ਵੇਲੇ ਉਹਨੂੰ ਬੰਦ ਕਰ ਦਿੱਤੀ ਸੀ। ਉਹ ਕਿਤਾਬ ਨੂੰ ਮੁੜ ਕੇ ਚਾਲੂ ਨਹੀਂ ਹੈ, ਨਾ ਉਹ ਕਿਤੇ ਮੁੜ ਕੇ ਛਪੀ ਹੈ। ਸਿਰਫ ਪਹਿਲੀ ਵਾਰੀ ਜਿਹੜੀ ਛਪ ਗਈ ਗਲਤੀ,
ਉਸ ਗਲਤੀ ਦੀ ਮਾਫੀ ਮੰਗਦੇ ਆ। ਉਹ ਸਾਰੀ ਬੰਦ ਕਰ ਦਿੱਤੀ ਗਈ ਸੀ ਕਿ ਇਹੋ ਜੀ ਸ਼ਰਾਰਤ ਮੁੜ ਕੇ ਨਾ ਕੀਤੀ ਜਾਵੇ, ਨਾ ਹੀ ਮੁੜ ਕੇ ਛਪੇ। ਕਦੀ ਵੀ ਕੋਈ ਇਦਾਂ ਦੀ ਗੱਲ ਆਉਂਦੀ ਹੈ, ਕੁਤਾਹੀ ਆਉਂਦੀ, ਹੁਣ ਵੀ ਅਸੀਂ ਜਿਹੜੀ ਵੈਬਸਾਈਟ ਦੇ ਉੱਤੇ ਕਿਤਾਬਾਂ ਪਾ ਰਹੇ ਹਾਂ, ਵੈਬਸਾਈਟ ਤੇ ਕਿਤਾਬਾਂ ਅਸੀਂ ਜਿੰਨੀਆਂ ਸਾਡੇ ਕੋਲ ਕਿਤਾਬਾਂ ਨੇ, ਜਿੰਨਾ ਸਾਡੇ ਕੋਲ ਇਤਿਹਾਸ ਦਾ ਖਜ਼ਾਨਾ ਹੈ, ਉਹ ਵੈਬਸਾਈਟ ਤੇ ਪਾ ਰਹੇ ਹਾਂ। ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਇਤਿਹਾਸ ਸਿੱਖ ਇਤਿਹਾਸ ਖੋਜ ਬੋਰਡ ਦੀਆਂ ਜਿਹੜੀਆਂ ਸਾਡੇ ਉੱਥੇ ਸਾਡੇ ਨੁਮਾਇੰਦੇ ਹੈ ਜਾਂ ਬੀਬੀਆਂ ਨੇ ਸਾਡੀਆਂ ਕਰ ਰਹੀਆਂ ਖੋਜ, ਅਸੀਂ ਉਹਨਾਂ ਨੂੰ ਦਿੱਤੀਆਂ ਹੋਈਆਂ ਵੀ ਇੱਕ ਇੱਕ ਕਿਤਾਬ ਪੜ੍ਹ ਕੇ ਇਹਦੀ ਜੇ ਕੋਈ ਕਿਸੇ ਕਿਸਮ ਦੀ ਕੋਈ ਕੁਤਾਹੀ ਹੈ ਜਾਂ ਗਲਤੀ ਹੈ, ਪਹਿਲਾਂ ਉਹਨੂੰ ਸੁਧਾਈ ਕੀਤੀ ਜਾਵੇ, ਫਿਰ ਉਹਨੂੰ ਵੈਬਸਾਈਟ ਤੇ ਪਾਣੀ। ਕਿਉਂਕਿ ਵੈਬਸਾਈਟ ਅੱਜ ਕੱਲ੍ਹ ਦੁਨੀਆ ਵਿੱਚ ਕਿਤੇ ਵੀ ਕੋਈ ਖੋਲ੍ਹ ਕੇ ਪੜ੍ਹ ਸਕਦਾ। ਕਿਤਾਬ ਤੇ ਕਿਸੇ ਦੇ ਹੱਥ 'ਚ ਜਾਊਗੀ ਉਹੀ ਪੜ੍ਹੇਗਾ, ਪਰ ਵੈਬਸਾਈਟ ਜਿਹੜੀ ਹੈ ਉਹਦੇ ਤੇ ਜਿੰਨਾ ਵੀ ਇਤਿਹਾਸ ਪੈਣਾ ਉਹ ਸਾਰੀ ਦੁਨੀਆ ਖੋਲ੍ਹ ਸਕਦੀ ਹੈ। ਕੋਈ ਵੀ, ਇਕੱਲੇ ਅਸੀਂ ਨਹੀਂ, ਬਾਕੀ ਧਰਮਾਂ ਦੇ ਲੋਕ ਵੀ, ਸਾਰੇ ਮੁਲਕਾਂ ਦੇ ਲੋਕ ਵੀ। ਸੋ ਇਸ ਕਰਕੇ ਉਹ ਜਿਹੜੀ ਵੈਬਸਾਈਟ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਤੇ ਜਿਹੜਾ ਕਹਿੰਦੇ ਸੀ ਕਿ ਪੁਰਾਤਨ ਕੀਰਤਨ ਸੀਗਾ ਅਪਲੋਡ ਕੀਤਾ ਗਿਆ, ਉਹ ਹਟਾ ਦਿੱਤਾ ਗਿਆ ਜੀ, ਉਹਦੇ ਬਾਰੇ ਕੋਈ ਸਪਸ਼ਟੀਕਰਨ ਜੀ? ਕਿਉਂਕਿ ਪੁਰਾਣੀ ਵੈਬਸਾਈਟ ਜਿਹੜੀ ਹੈ ਉਹ ਛੋਟੀ ਸੀ ਤੇ ਉਹ ਮੁਕੰਮਲ ਨਹੀਂ ਸੀ। ਉਹਨੂੰ ਬੰਦ ਕਰਕੇ ਨਵੀਂ ਵੈਬਸਾਈਟ ਤਿਆਰ ਕੀਤੀ, ਔਰ ਇੰਨੀ ਵਧੀਆ ਵੈਬਸਾਈਟ ਤਿਆਰ ਕੀਤੀ ਹੈ ਕਿ ਅਸੀਂ ਬੜਾ ਡੇ ਟੂ ਡੋ ਉਹਨੂੰ ਮੇਨਟੇਨ ਕਰਦੇ ਹਾਂ, ਔਰ ਵਧੀਆ ਢੰਗ ਨਾਲ ਲੋਕੀ ਉਹਨੂੰ ਪਸੰਦ ਕਰ ਰਹੇ ਆ, ਚੱਲ ਰਹੇ ਆ। ਸਿਰਫ ਉਹਨੂੰ ਬੰਦ ਕਰਨ ਦੇ ਨਾਲ ਕੁਝ ਇੱਕ ਅੱਧੇ ਬੰਦੇ ਨੂੰ ਕੋਈ ਪੀੜਾ ਹੋਈ ਹੋਗੀ, ਮੈਂ ਉਹਨੇ ਸਿਰਫ ਇੱਕ ਵਿਰੋਧ ਕਰਨ ਦੀ ਖਾਤਰ ਕੀਤੀ ਹੈ। ਬਾਕੀ ਕੋਈ ਦੇਸ਼ ਵਿੱਚ ਵੀ ਕੋਈ ਜਰਨਲਿਸਟ ਨਹੀਂ ਬੋਲਿਆ ਹੋਵੇਗਾ, ਕੋਈ ਕਿਸੇ ਕਿਸਮ ਦਾ। ਉਹਨਾਂ ਨੂੰ ਪਤਾ ਹੈ ਕਿ ਸਾਰਾ ਅਸੀਂ ਅਪਲੋਡ ਕਰਤੇ ਉਹਦੇ 'ਤੇ, ਪੁਰਾਣਾ ਕੀਰਤਨ ਵੀ ਅਪਲੋਡ ਕਰ ਰਹੇ ਹਾਂ, ਪੁਰਾਣਾ ਸਾਰਾ ਇਤਿਹਾਸ ਵੀ ਅਪਲੋਡ ਕਰ ਰਹੇ ਹਾਂ, ਪਰ ਸਮਾਂ ਲੱਗ ਜਾਂਦਾ ਥੋੜ੍ਹਾ ਬਹੁਤਾ। ਅਤੇ ਇਸ ਕਰਕੇ ਕੋਈ ਵੀ ਸੰਸਥਾ ਉਹਦੀ ਇੱਕੋ ਹੀ ਵੈਬਸਾਈਟ ਚੱਲੇ ਤੇ ਚੰਗਾ ਹੁੰਦਾ। ਔਰ ਇਹਨੂੰ ਵਧੀਆ ਢੰਗ ਨਾਲ ਬਣਾਇਆ ਗਿਆ। ਇਹਨੂੰ ਇਸ ਲਈ ਬਣਾਇਆ ਕਿ ਪਹਿਲਾਂ ਅਸੀਂ .net, ਤੁਹਾਨੂੰ ਵੀ ਪਤਾ ਕਿ ਛੋਟੇ ਲੈਵਲ 'ਤੇ ਚੱਲਦੀ ਹੈ, ਇਹ ਸੀ .org ਜਿਹੜੀ ਕਿ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ਔਰ ਅਸੀਂ ਬਹੁਤ ਮਟੀਰੀਅਲ ਵਿੱਚ ਜੋ ਵੀ ਕਾਲਜਾਂ ਦਾ, ਸਕੂਲਾਂ ਦਾ, ਹਸਪਤਾਲਾਂ ਦਾ ਜੋ ਇਤਿਹਾਸ, ਡੇਲੀ ਕੀਰਤਨ ਲਾਈਵ ਚੱਲਣਾ, ਡੇਲੀ ਕਥਾ ਲਾਈਵ ਚੱਲਣੀ, ਢਾਡੀ ਲਾਈਵ ਚੱਲਣੇ, ਉਹ ਹਰ ਚੀਜ਼ ਇੱਥੋਂ ਦਿੱਤੀ ਜਾ ਰਹੀ ਹੈ। ਔਰ ਬਹੁਤ ਥੋੜ੍ਹੇ ਸਮੇਂ, ਸ਼ਾਰਟ ਟਾਈਮ 'ਚ, ਕੋਈ 1-2 ਦਿਨਾਂ ਦੇ ਵਿੱਚ ਉਹ ਸਾਰਾ ਮਟੀਰੀਅਲ ਜਿਹੜਾ ਇਹਦੇ 'ਚ ਅਪਲੋਡ ਹੋ ਜਾਣਾ। ਸੋ ਇਸ ਕਰਕੇ ਇਹ ਚਿੰਤਾ ਨਹੀਂ ਕਰਨੀ ਚਾਹੀਦੀ। ਨਾਲੇ ਸਾਨੂੰ ਚਿੰਤਾ ਜੀ ਕਿ SGPC ਦੇ ਇਤਿਹਾਸ ਨੂੰ, SGPC ਦੇ ਅਨਮੋਲ ਖਜ਼ਾਨੇ ਨੂੰ ਅਸੀਂ ਲੋਕਾਂ ਤੱਕ ਕਿੱਦਾਂ ਪਹੁੰਚਾਉਣਾ, ਸੰਗਤਾਂ ਤੱਕ ਕਿੱਦਾਂ ਪਹੁੰਚਾਉਣਾ, ਉਹਨਾਂ ਦੀ ਭਾਵਨਾ ਨੂੰ ਕਿੱਦਾਂ ਅਸੀਂ ਸੰਤੁਸ਼ਟ ਕਰਨਾ। ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਮੈਂ ਉਹਨਾਂ ਨੂੰ ਅਪੀਲ ਕਰਾਂਗੀ ਕਿ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਜਾਣਕਾਰੀ ਤੋਂ ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਨਾ ਉਠਾਇਆ ਕਰੋ, ਜਿਹਦੇ ਨਾਲ ਕੌਮ ਜਿਹੜੀ ਹੈ ਭੰਬਲ ਭੁੱਸੇ 'ਚ ਪੈ ਜਾਏ। ਅੱਛਾ ਬੀਬੀ ਜੀ, 328 ਸਰੂਪਾਂ ਵਾਲਾ ਮਾਮਲਾ ਜੀ, ਉਸ ਤੋਂ ਬਾਅਦ ਕਿਸੇ ਪਾਸੇ ਉਹਦਾ ਕੋਈ ਸਪਸ਼ਟੀਕਰਨ ਆਇਆ ਨਹੀਂ। ਕੋਈ ਦੱਸ ਸਕਦੇ ਹੋ ਕਿ ਉਹਦਾ ਸਟੇਟਸ ਇਸ ਵਕਤ ਹੈ ਕੀ, ਕਿ ਉਹ ਜਿਹੜੇ ਸਰੂਪ ਸੀ ਉਹ ਕਿੱਥੇ ਗਏ, ਜਾਂ ਉਹਨਾਂ ਬਾਰੇ SGPC ਕੀ ਕਰ ਰਹੀ ਹੈ ਜਾਂ ਦੇਖ ਰਹੀ ਹੈ ਜੀ? ਐਕਚੁਅਲੀ ਜੀ ਇਹਦੀ ਨਾ ਪਹਿਲਾਂ ਮਿਸ ਹੈਂਡਲਿੰਗ ਹੋ ਗਈ। ਸੱਚਾਈ ਤੇ ਹੈ ਕਿ ਐਡਮਿਨਿਸਟ੍ਰੇਟਰ ਲੈਵਲ ਦੇ ਉੱਤੇ ਸਾਡੀ ਆਪਣੀ ਗਲਤੀ ਹੈ, ਸਾਡੀ ਆਪਣੀ ਕੁਤਾਹੀ ਹੈ। ਮੁਲਾਜ਼ਮਾਂ ਨੇ ਜਿਸ ਵੇਲੇ ਸਰੂਪ ਦਿੱਤੇ ਜਾਂਦੇ ਹੈ, ਬਕਾਇਦਾ ਸੰਗਤ ਆਉਂਦੀ ਹੈ, 5 ਪਿਆਰੇ ਨਾਲ ਲੈ ਕੇ ਆਉਂਦੇ ਹੈ, ਗੱਡੀ ਨਾਲ ਲੈ ਕੇ ਆਉਂਦੇ ਹੈ, ਔਰ ਉਹਦੇ 'ਚ ਪੂਰੇ ਸਨਮਾਨ ਦੇ ਨਾਲ ਸਰੂਪ ਜਿਹੜੇ ਦਿੱਤੇ ਜਾਂਦੇ ਹੈ। ਸੰਗਤ ਆਪਣੇ ਜਾ ਕੇ ਗੁਰਦੁਆਰੇ 'ਚ ਬਿਰਾਜਮਾਨ ਕਰਦੇ ਹੈ। ਪਹਿਲਾਂ ਗੁਰਦੁਆਰੇ 'ਚ ਜਾ ਕੇ ਪ੍ਰਚਾਰਕ ਦੇਖਦਾ ਇਹਨਾਂ ਕੋਲ ਕਿੰਨੇ ਸਰੂਪ ਪਹਿਲਾਂ ਪਏ ਹੈ, ਕਿੰਨੇ ਇਹਨਾਂ ਕੋਲ ਬਿਰਧ ਹੋਏ ਹੈ, ਇਹਨਾਂ ਦਾ ਕਿੰਨਾ ਕੁ ਜ਼ੋਰ ਹੈ, ਪਿੰਡ ਕਿੱਡਾ ਕੁ ਵੱਡਾ, ਕਿੰਨੇ ਕੁ ਚਾਹੀਦੇ ਹੈ। ਉਹ ਜਾ ਕੇ ਥਾਂ ਦੇਖਦੇ ਹੈ, ਬਿਰਾਜਮਾਨ ਕਿੱਥੇ ਕਰਨਾ ਹੈ, ਗੁਰਦੁਆਰੇ ਦੇ ਹਾਲਾਤ ਕੀ ਹੈ, ਸੁਖਾਸਨ ਦੇ ਕਮਰੇ ਦੀ ਹਾਲਾਤ ਕੀ ਹੈ, ਸਾਰਾ ਕੁਝ ਦੇਖਦੇ ਹੈ। ਪੂਰੀ ਪੜਤਾਲ ਕਰਕੇ ਫਿਰ ਸਰੂਪ ਦਿੱਤਾ ਜਾਂਦਾ ਹੈ। ਗਲਤੀ ਇੱਥੇ ਹੋਈ ਕਿ ਕੁਝ ਸਰੂਪ ਸਾਡੇ ਜਿਸ ਤਰ੍ਹਾਂ ਚਲੇ ਜਾਂਦੇ ਹੈ ਵੱਖ ਸਟੇਟਾਂ ਦੇ ਵਿੱਚ, ਜਦੋਂ ਗੱਡੀ ਵਿੱਚ ਲੈ ਕੇ ਜਾਂਦੇ ਹੈ, ਉਹ ਉੱਥੇ ਕਈ ਵਾਰੀ ਜੇ ਉੱਥੋਂ ਮੰਗ ਆਈ ਹੈ 100 ਸਰੂਪ ਦੀ, ਕਈ ਵਾਰੀ 20-25 ਵਾਧੂ ਵਿੱਚ ਰੱਖ ਦਿੰਦੇ ਹੈ ਕਿ ਅਸੀਂ ਬੰਬੇ ਜਾਣਾ ਹੈ, ਕੈਲਕਟਾ ਜਾਣਾ। ਹੋ ਸਕਦਾ ਉੱਥੋਂ ਦੇ ਗੁਰਦੁਆਰਿਆਂ ਦੀ ਹੋਰ ਮੰਗ ਆ ਜੇ ਜੀ, ਸਮਝੇ ਜੀ। ਉਹ ਫਿਰ ਨਾਲ ਰੱਖ ਕੇ ਲੈ ਜਾਂਦੇ ਆ ਕਿ ਜੀ ਉੱਥੇ ਮੰਗ ਆਈ ਤਾਂ ਉੱਥੇ ਦੇ ਦਿਆਂਗੇ। ਬਸ ਇੱਥੇ ਗਲਤੀ ਹੋਈ ਹੈ ਕੁਝ, ਤੇ ਉਹ ਸਰੂਪ ਜਿੱਥੇ ਕਿਤੇ ਗਏ ਹੈ, ਜਿਹੜੇ ਮੁਲਾਜ਼ਮ ਨਾਲ ਗਏ ਉਹਨਾਂ ਨੇ ਕੋਈ ਕਰਪਟ ਢੰਗ ਦੇ ਨਾਲ ਉਹ ਲਿਖੇ ਨਹੀਂ, ਚਾੜੇ ਨਹੀਂ ਜੀ, ਲੈਜ਼ਰ ਬੁੱਕ ਤੇ ਨਹੀਂ ਚਾੜੇ, ਦੇ ਦਿੱਤੇ। ਕੀ ਲਾਲਚ ਆ ਗਿਆ? ਉਹਦੀ ਮੋਖ ਦਾ, ਉਹਦੀ ਭੇਟਾ ਦਾ ਲਾਲਚ ਆ ਗਿਆ। ਉਹਨਾਂ ਨੇ ਚੁੱਪ ਕਰਕੇ ਜੇਬ 'ਚ ਪਾ ਲਈ। ਉਸ ਤੋਂ ਬਾਅਦ ਇੱਥੇ ਵੀ ਜਿਹੜਾ ਕੋਈ ਲੈਣ ਆਇਆ, ਸਪੋਜ਼ ਕਿ ਕੋਈ ਲੈਣ ਆਇਆ, ਉਹ ਕਹਿੰਦਾ ਜੀ ਮੈਨੂੰ 2 ਚਾਹੀਦੇ ਹੈ, ਉਹ ਕਹਿੰਦੇ ਤੇਰੀ ਅਰਜ਼ੀ ਤੇ ਇੱਕੋ ਹੀ ਦਿੱਤਾ ਜਾਣਾ। ਫਿਰ ਕੋਈ ਕਹਿ ਦਿੰਦਾ ਜੀ ਅਸੀਂ ਆਵਾਂਗੇ, ਅਸੀਂ ਬਠਿੰਡੇ ਤੋਂ ਆਏ ਹਾਂ, ਅਸੀਂ 2 ਲੈ ਕੇ ਜਾਣੇ ਸੀ,
ਉਹ ਕਿਸੇ ਮੈਂਬਰ ਨੂੰ ਫੋਨ ਕਰ ਦਿੰਦੇ ਆ, ਮੈਂਬਰ ਕਹਿੰਦੇ ਜੀ ਇਹਨਾਂ ਦੀ ਕਾਰਵਾਈ ਕਰਕੇ ਪੂਰੀ ਦਸਤਖਤ ਕਰਾ ਲਓ, ਭੇਟਾ ਲੈ ਲਓ ਤੇ 2 ਹੀ ਦੇ ਦਿਓ। ਹੁੰਦਾ ਨਾ ਜਿਸ ਤਰ੍ਹਾਂ ਟੈਲੀਫੋਨ ਕੋਈ ਕਰ ਦਿੰਦਾ ਹੈ। ਉਹਨਾਂ ਨੇ 2 ਤੇ ਦੇਤੇ, ਭੇਟਾ ਵੀ ਲੈ ਲਈ, ਲੇਕਿਨ ਕਾਰਵਾਈ ਕਰਕੇ ਉਹ ਭੇਟਾ ਦੂਜੇ ਦੀ ਜਮ੍ਹਾਂ ਨਹੀਂ ਕਰਾਈ। ਇੱਥੇ ਕੁਤਾਹੀਆਂ ਹੋਈਆਂ। 328 ਸਰੂਪਾਂ ਦੀ ਕਿਤੇ ਇੱਕ ਸ਼ਬਦ ਇਹਨਾਂ ਦੇ ਮੂੰਹੋਂ ਨਿਕਲ ਗਿਆ ਪ੍ਰਧਾਨ ਜੀ ਕੋਲੋਂ ਵੀ ਜਿਹੜੇ 328 ਸਰੂਪ ਲਾਪਤਾ, ਗੁੰਮ ਹੋ ਗਏ। ਇਹ 2 ਸ਼ਬਦਾਂ ਨੇ ਸਾਡਾ ਬੜਾ ਵੱਡਾ ਕੌਮ ਦਾ ਨੁਕਸਾਨ ਕੀਤਾ, ਭਾਵਨਾਵਾਂ ਦਾ ਨੁਕਸਾਨ ਕੀਤਾ। ਭਾਵਨਾਵਾਂ ਕਤਲ ਹੋਈਆਂ, ਪੀੜਤ ਹੋਈਆਂ। ਕੌਮ ਜਿਹੜੀ ਸੀ ਇੱਕਦਮ ਦੁਬਦਾ 'ਚ ਪੈ ਗਈ ਕਿ ਕਿਤੇ ਗੁਰੂ ਵੀ ਗੁੰਮ ਹੋਇਆ, ਕਿਤੇ ਗੁਰੂ ਵੀ ਲਾਪਤਾ ਹੋਇਆ। ਗੁਰੂ ਤੇ ਇੱਕ ਰੋਸ਼ਨੀ ਹੈ, ਇੱਕ ਚਾਨਣ ਮਨਾਰਾ, ਇੱਕ ਗਿਆਨ ਹੈ। ਗੁਰੂ ਤੇ ਕਿਤੇ ਹੋ ਹੀ ਨਹੀਂ ਸਕਦਾ। ਇਹ ਸ਼ਬਦ ਕਹਿਣਾ ਹੀ ਗੁਰੂ ਵਾਸਤੇ ਸਾਡੀ ਵੱਡੀ ਗਲਤੀ ਸੀ। ਸੋ ਮੈਂ ਸਮਝਦੀ ਹਾਂ ਕਿ ਉਸ ਵੇਲੇ ਜਿਹੜੇ ਸ਼ਬਦ ਅਚਨਚੇਤ ਨਿਕਲ ਗਏ ਜਾਂ ਗਲਤੀ ਨਾਲ ਨਿਕਲ ਗਏ, ਉਹਦੇ ਕਰਕੇ ਸਮਝਦੇ ਆ ਕਿ ਸਿੱਖ ਕੌਮ ਦੀ ਮਨ ਦੀ ਭਾਵਨਾ ਜਿਹੜੀ ਸੀ ਉਹ ਕਲਪੀ। ਮੈਂ ਮਾਫੀ ਮੰਗਦੀ ਹਾਂ, ਪ੍ਰਧਾਨ ਜੀ ਕੋਲੋਂ ਨਿਕਲ ਗਿਆ ਉਸ ਵੇਲੇ, ਕਿਉਂਕਿ ਮੈਂ ਇਸ ਵੇਲੇ ਉਸ ਰੁਤਬੇ ਤੇ ਬੈਠੀ ਹੋਈ ਹਾਂ। ਮੈਂ ਸਮਝਦੀ ਹਾਂ ਕਿ ਮੇਰਾ ਫਰਜ਼ ਬਣਦਾ ਕਿ ਭਾਵੇਂ ਪਿਛਲੇ ਪ੍ਰਧਾਨਾਂ ਕੋਲੋਂ ਕੋਈ ਗਲਤੀ ਹੋਈ ਹੋਵੇ ਤੇ ਮੈਂ ਉਹਦੇ ਵਾਸਤੇ ਖਿਮਾ ਦੀ ਜਾਚ ਕਰਾਂ। ਉਹ ਜਿਹੜੇ 328 ਸਰੂਪ ਸੀਗੇ ਨਾ ਜੀ, ਉਹ ਇੱਕ ਫਿਰ ਕਮੇਟੀ ਬੈਠੀ ਡਾਕਟਰ ਈਸਰ ਸਿੰਘ ਦੀ ਕਮਾਂਡ ਵਿੱਚ, ਉਹਨਾਂ ਨੇ ਸਾਰੀ ਕੱਢਿਆ। ਉਹਨਾਂ ਨੇ ਵਿੱਚ ਲਿਖਿਆ ਆਪਣੀ ਰਿਪੋਰਟ ਦੇ ਵਿੱਚ ਕਿ 328 ਸਰੂਪ ਕਿਤੇ ਗੁੰਮੇ ਨਹੀਂ, ਕਿਤੇ ਲਾਪਤਾ ਨਹੀਂ ਹੋਏ। ਇਹ ਗੁਰਦੁਆਰਿਆਂ 'ਚ ਗਏ, ਸਿੱਖ ਸੰਗਤ ਕੋਲ ਗਏ, ਕੇਵਲ ਤੇ ਕੇਵਲ ਇਹਦੇ ਕਰਪਟ ਢੰਗ ਦੇ ਨਾਲ ਇਹਨਾਂ ਨੇ ਵਿੱਚ ਐਂਟਰ ਨਹੀਂ ਕੀਤੇ। ਕਰਪਸ਼ਨ ਦਾ ਮਾਮਲਾ ਆ ਗਿਆ ਕਿ ਜਿਹੜੇ 2-3 ਮੁਲਾਜ਼ਮ ਸੀ ਉਹਨਾਂ ਨੇ ਕਰਪਸ਼ਨ ਕਰ ਲਈ ਤੇ ਉਹਨਾਂ ਨੇ ਮੰਨਿਆ ਵੀ। ਕਾਰਵਾਈ ਹੋਊਗੀ, ਉਹਨਾਂ ਮੰਨਿਆ ਕਾਰਵਾਈ ਹੋ ਚੁੱਕੀ ਹੈ ਜੀ। ਜਿਨ੍ਹਾਂ ਦੀ ਡਾਇਰੈਕਟ ਇਨਵੋਲਵਮੈਂਟ ਸੀ ਉਹ ਡਿਸਮਿਸ ਵੀ ਕੀਤੇ ਗਏ। ਉਹਨਾਂ ਦੀ ਸਜ਼ਾ ਇਹ ਹੈ, ਦੇਖੋ ਕੋਰਟ ਵਿੱਚ ਕੋਈ ਜਾਏਗਾ, ਥਾਣੇ 'ਚ, ਕਿਉਂਕਿ ਸਾਡਾ ਐਕਟ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਆਪਣਾ ਮਸਲਾ ਆਪਣੇ ਐਕਟ ਅਨੁਸਾਰ, ਨਿਯਮਾਂ ਦੇ ਅਨੁਸਾਰ ਆਪ ਹੱਲ ਕਰੇਗੀ, ਕਿਉਂਕਿ ਸਰਕਾਰ ਵਿਧਨ ਸਰਕਾਰ ਹੈ। ਇਹਨਾਂ ਦਾ ਤਖਤ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਖਤ ਹੈ, ਤਖਤ ਸ਼੍ਰੀ ਅਕਾਲ ਤਖਤ ਸਾਹਿਬ, ਉਹ ਸਾਡੀ ਕੋਰਟ ਹੈ, ਸੁਪਰੀਮ ਕੋਰਟ ਅਸੀਂ ਕਹਿੰਦੇ ਹਾਂ, ਆਪ ਹੀ ਸਿੱਖ ਕਹਿੰਦੇ ਆ ਸੁਪਰੀਮ ਕੋਰਟ ਹੈ। ਹੁਣ ਪ੍ਰਧਾਨ ਜਾਂ ਇਸ ਸੰਸਥਾ ਨਾਲੋਂ ਵੱਡਾ ਤੇ ਥਾਣੇਦਾਰ ਨਹੀਂ ਹੋ ਸਕਦਾ। ਥਾਣੇਦਾਰ ਕੀ ਕਰੇਗਾ ਜੀ? ਮੰਨ ਲਓ ਅਸੀਂ ਕਹਿੰਦੇ ਪਰਚਾ ਦਰਜ ਕਰਾਓ, ਪਰਚਾ ਦਰਜ ਕਰਾਤਾ, ਤੁਸੀਂ ਕਹੋਗੇ ਜੀ ਇੰਨੇ ਗੁਰੂ ਗ੍ਰੰਥ ਸਾਹਿਬ ਬਾਹਰੋਂ ਨਹੀਂ ਮਿਲ ਰਹੇ, ਗੁਰਦੁਆਰਿਆਂ 'ਚ ਜਾਣਗੇ ਜੀ। ਗੁਰਦੁਆਰੇ ਵਿੱਚ ਅੱਜ ਕਮੇਟੀ ਲੈ ਕੇ ਗਈ, ਦੂਜੀ ਕਮੇਟੀ ਆ ਗਈ, ਗੁਰਦੁਆਰੇ 'ਚ ਰੋਜ਼ ਪ੍ਰਧਾਨ ਬਦਲੇ ਹੁੰਦੇ ਆ, 6 ਮਹੀਨੇ ਬਾਅਦ, ਸਾਲ ਬਾਅਦ ਪਿੰਡਾਂ ਵਿੱਚ। ਉਹਨਾਂ ਨੂੰ ਕਹਿੰਦੇ ਆ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਕਿੱਥੇ ਲਿਆਏ ਹੋ? ਕਹਿੰਦੇ ਜੀ ਗੁਰੂ ਰਾਮਦਾਸ ਦੇ ਗੁਰੂ ਸਾਹਿਬ ਦੇ ਘਰੋਂ। ਉਹ ਕਹਿੰਦੇ ਜੀ ਦੀ ਰਸੀਦ ਦਿਖਾਓ। ਉਹ ਕਹਿੰਦੇ ਜੀ ਪਹਿਲਾ ਪ੍ਰਧਾਨ ਸੀਗਾ, ਪਤਾ ਨਹੀਂ ਰਸੀਦ ਕਿੱਥੇ ਸੁੱਟ ਗਿਆ। ਕਈਆਂ ਨੇ ਰਸੀਦਾਂ ਹੀ ਨਹੀਂ ਸਾਂਭੀਆਂ ਹੁੰਦੀਆਂ ਆਪਣੀਆਂ। ਜਦੋਂ ਰਸੀਦਾਂ ਨਹੀਂ ਮਿਲਣਗੀਆਂ, ਪੁਲਿਸ ਵਾਲੇ ਉੱਥੋਂ ਗੁਰੂ ਗ੍ਰੰਥ ਸਾਹਿਬ ਉਠਾ ਕੇ ਲਿਆਉਣਗੇ। ਹੁਣ ਕੀ ਇਹ ਬੇਅਦਬੀ ਨਹੀਂ? ਕਿਸੇ ਗੁਰਦੁਆਰੇ ਦੇ ਵਿੱਚੋਂ ਸੰਗਤ ਦੇ ਉਸ ਮਹਾਨ ਅਸਥਾਨ ਤੋਂ ਜਦੋਂ ਗੁਰੂ ਸਾਹਿਬ ਉਠਾ ਕੇ ਲਿਆਉਣਗੇ, ਕਿੱਥੇ ਰੱਖਣਗੇ ਜੀ? ਬਰਾਮਦੀ ਪਾਉਣਗੇ, ਆਪਣੇ ਥਾਣੇ 'ਚ ਰੱਖਣਗੇ। ਕੀ ਉਹ ਬੇਅਦਬੀ ਨਹੀਂ? ਇਸ ਕਰਕੇ ਕਾਨੂੰਨ ਬਣਾਏ ਆ, ਇਸ ਕਰਕੇ ਐਕਟ ਬਣਿਆ ਕਿ ਕੋਈ ਵੀ ਸ਼ਿਕਾਇਤ ਥਾਣੇ 'ਚ ਜਿਹੜੀ ਆ ਨਹੀਂ ਕੀਤੀ ਜਾਏਗੀ, ਆਪ ਹੱਲ ਕੀਤੀ ਜਾਏਗੀ। ਫਿਰ ਇਸ ਕਰਕੇ ਉਹਨਾਂ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ। ਔਰ ਤੁਸੀਂ ਹੈਰਾਨ ਹੋਵੋਗੇ, ਥਾਣੇਦਾਰ ਤੇ ਪਰਚਾ ਕਿਸੇ ਲਾਲਚ ਵਿੱਚ ਆ ਕੇ ਕੈਂਸਲ ਕਰ ਸਕਦਾ ਹੈ, ਕੋਰਟ ਉਹਨੂੰ ਬਰੀ ਕਰ ਸਕਦੀ ਹੈ, ਲੇਕਿਨ ਪੰਥ ਦੀ ਕਚਹਿਰੀ ਕਦੇ ਬਰੀ ਨਹੀਂ ਕਰ ਸਕਦੀ। ਜੋ ਸਜ਼ਾ ਉਹਨੂੰ ਦਿੱਤੀ, 50-50 ਲੱਖ ਰੁਪਏ ਉਹਨਾਂ ਦੇ ਏਰੀਅਰ ਬਣੇ ਆ, ਉਹਨਾਂ ਦੇ ਰਿਟਾਇਰ ਹੋ ਗਏ ਜਾਂ ਕੁਛ ਹੋ ਗਿਆ, ਉਹਨਾਂ ਦੇ ਜੋ ਉੱਥੇ ਗ੍ਰੈਚੁਟੀ, ਜੋ ਉਹਨਾਂ ਦੇ ਬੈਨੀਫਿਟਸ ਸਭ ਜ਼ਬਤ ਕਰ ਦਿੱਤੇ ਜਾਂਦੇ ਆ ਕਿ ਇਹੀ ਇੱਕ ਸਜ਼ਾ ਤੈਨੂੰ ਕਿ ਤੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਭੁੱਲ ਕੀਤੀ ਹੈ, ਜੋ ਤੂੰ ਪਿੱਛੇ ਕਮਾਇਆ, ਖੱਟਿਆ, ਹੇਰਾਫੇਰੀਆਂ ਕੀਤੀਆਂ, ਜੋ ਕੁਛ ਕੀਤਾ, ਤੈਨੂੰ ਇਹੀ ਸਜ਼ਾ ਕਿ ਤੂੰ ਇਹ ਇੱਥੋਂ ਸੰਸਥਾ ਦੇ ਵਿੱਚੋਂ ਕੋਈ ਪੈਸਾ ਨਹੀਂ ਲੈ ਕੇ ਜਾਏਂਗਾ। ਸੋ ਉਹਨਾਂ ਦੇ ਸਸਪੈਂਸ਼ਨ ਵੀ ਹੋਈ, ਉਹਨਾਂ ਦੀਆਂ ਇਨਕੁਆਇਰੀਆਂ ਵੀ ਹੋਈਆਂ, ਉਹਨਾਂ ਨੂੰ ਸੁਣਿਆ ਵੀ ਜਾ ਰਿਹਾ, ਬਣਦੀਆਂ ਸਜ਼ਾਵਾਂ ਵੀ ਦਿੱਤੀਆਂ। ਸੋ ਮੈਂ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਗੱਲਾਂ ਦੀ ਦੁਬਿਧਾ ਵਿੱਚ ਪੈਣ ਦੀ ਬਜਾਏ ਸਿਧਾਂਤਕ ਤੌਰ ਤੇ ਸੋਚਿਆ ਕਰੋ, ਗੁਰਮਤ ਅਨੁਸਾਰ ਸੋਚਿਆ ਕਰੋ ਕਿ ਇਹ ਸੰਸਥਾ ਤੁਹਾਡੀ ਹੈ, ਇਸ ਸੰਸਥਾ ਨੂੰ ਬਚਾਓ, ਇਸ ਸੰਸਥਾ ਦੀ ਬਦਨਾਮੀ ਨਾ ਕਰਾਓ। ਜੇ ਤੁਸੀਂ ਕਹਿੰਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਤਾਂ ਜੇ ਉਹਨਾਂ ਨੇ ਸੇਵਾ ਲਾਤੀ ਹੈ, ਸਜ਼ਾ ਲਾਤੀ ਹੈ, ਉਹਨੂੰ ਪ੍ਰਵਾਨ ਕਰੋ। ਹਰ ਵੇਲੇ ਤਖਤ ਦੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਹਰ ਵਾਰੀ ਸਾਨੂੰ ਆਪਣੀ ਸੰਸਥਾ ਨੂੰ ਨੀਵਾਂ ਨਹੀਂ ਕਰਾਉਣਾ ਚਾਹੀਦਾ। ਇਹ ਸੰਸਥਾ ਬੜੀ ਮੁਸ਼ਕਿਲ ਨਾਲ ਬਣੀ ਹੈ। ਇੱਕ ਗੱਲ ਤੇ ਧਿਆਨ ਰੱਖੋ ਨਾ,
ਕਿ ਸਾਰੇ ਧਰਮਾਂ ਦੇ ਸੰਸਥਾਵਾਂ ਨੂੰ ਵੇਖ ਲਓ, ਕੋਈ ਧਰਮ ਹੈ ਜਿਸ ਧਰਮ ਦੀ ਕੋਈ ਸੰਸਥਾ ਚੁਣ ਕੇ ਆਉਂਦੀ ਹੋਵੇ? ਕੋਈ ਧਰਮ ਹੈ ਜਿਸ ਸੰਸਥਾ ਦੇ ਸਾਰੇ ਜਿਹੜੇ ਮੈਂਬਰ ਹੈ ਜਾਂ ਪ੍ਰਧਾਨ ਹੈ ਉਹ ਕੋਈ ਤਨਖਾਹ ਨਾ ਲੈਂਦਾ ਹੋਵੇ, ਕੋਈ TADA ਨਾ ਲੈਂਦਾ ਹੋਵੇ? ਇਹ ਇੱਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਜਿਹਦੇ ਸਾਰੇ ਮੈਂਬਰ ਤੇ ਪ੍ਰਧਾਨ ਨਿਸ਼ਕਾਮ ਸੇਵਾ ਕਰ ਰਹੇ ਔਰ ਕਿਸੇ ਨਿਯਮਾਂ ਅਧੀਨ ਸਿਧਾਂਤ ਦੇ ਅਨੁਸਾਰ ਮਰਿਆਦਾ ਅਨੁਸਾਰ ਆਪਣੀ ਡਿਊਟੀ ਨਿਭਾ ਰਹੇ। ਸੋ ਮੇਰੀ ਬੇਨਤੀ ਹੈ ਕਿ ਵਾਰ-ਵਾਰ ਉਸ ਗੱਲ ਨੂੰ ਕਰਕੇ ਸੰਗਤ ਦੇ ਜ਼ਖਮ ਜਿਹੜੇ ਕਿਸੇ ਵੇਲੇ ਹੋਏ ਹੁੰਦੇ ਹੈ, ਸਾਡੀ ਅਣਗਹਿਲੀ ਹੈ। ਮੈਂ ਸਮਝਦੀ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਲਾਪਰਵਾਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਅਣਗਹਿਲੀ ਸੀ, ਜਾਂ ਸਾਡੇ ਵੱਲੋਂ ਕੁਤਾਹੀ ਹੋ ਗਈ ਮੁਲਾਜ਼ਮਾਂ ਵੱਲੋਂ। ਤੁਹਾਡੇ ਅਸੀਂ ਸੇਵਾਦਾਰ ਹੈ ਤੇ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਜੋ ਪਰਮੇਸ਼ਰ ਕਰਵਾਉਂਦਾ ਅਸੀਂ ਕਰਦੇ ਹਾਂ। ਤੇ ਕਿਰਪਾ ਕਰੋ ਇਹਨਾਂ ਚੀਜ਼ਾਂ ਤੋਂ, ਜੇ ਗੁਰੂ ਪਾਤਸ਼ਾਹ ਸਭਨਾਂ ਨੂੰ ਸਮੱਤ ਦੇਵੇ ਤਾਂ ਅਸੀਂ ਸਾਰੇ ਇਹਨਾਂ ਗੱਲਾਂ ਨੂੰ ਛੱਡ ਕੇ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਮਹਾਨ ਸੰਸਥਾ ਦੀ ਮਾਣ ਮਰਿਆਦਾ ਨੂੰ ਬਣਾਈ ਰੱਖੀਏ। ਬਹੁਤ ਧੰਨਵਾਦ ਜੀ, ਤੁਸੀਂ ਜਿਹੜੇ ਗੱਲ ਕੀਤੀ ਹੈ ਮੈਂ ਕਲੀਅਰ ਕਰਨੀ ਚਾਹੁੰਦੀ ਸੀ। ਨਹੀਂ, ਇਹ ਬਹੁਤ ਵਧੀਆ ਕੀਤਾ ਤੁਸੀਂ ਬੀਬੀ ਜੀ। ਮੇਰਾ ਖਿਆਲ ਅੱਜ ਕਾਫੀ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਇਹ ਗੱਲਾਂ ਹੋ ਰਹੀਆਂ ਐਂਡ ਬੜਾ ਖੁੱਲ੍ਹਾ ਸਮਾਂ ਤੁਸੀਂ ਦਿੱਤਾ, ਉਹਦੇ ਲਈ ਬੜਾ ਧੰਨਵਾਦ। ਇੱਕ ਜਾਂਦੇ ਜਾਂਦੇ ਮੇਰੇ ਦਿਮਾਗ 'ਚ ਹੁਣੇ ਆ ਗਈ ਗੱਲ, ਇਹ ਜਿਹੜੀ ਕਰਪਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਇਹ ਜਦੋਂ ਬਾਹਰ ਗੱਲ ਆਉਂਦੀ ਆ ਤੇ ਉਹ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ, ਫਿਰ ਸਿੱਖਾਂ ਦੇ ਜਿਹੜੇ ਹਿਰਦੇ ਬਲੂੰਦਰੇ ਜਾਂਦੇ ਆ। ਮੈਨੂੰ ਯਾਦ ਆ ਗਈ ਗੱਲ ਕਿ 550 ਸਾਲਾਂ ਦੇ ਮੌਕੇ 'ਤੇ ਸੁਲਤਾਨਪੁਰ ਲੋਧੀ ਵਿਖੇ ਸੋਨੇ ਦਾ ਪੱਤਰਾ ਕਹਿੰਦੇ ਸੀ ਸੇਵਾ ਕਰਾਈ ਗਈ ਸੀ। ਉਸ ਤੋਂ ਬਾਅਦ ਉਹ ਕਹਿੰਦੇ ਜੀ ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਉਹ ਪਤਾ ਲੱਗਿਆ ਜੀ ਕੁਛ ਉਹ ਕੀ ਮਾਮਲਾ ਸੀ? ਕਿਤੇ ਨਹੀਂ ਗਿਆ ਜੀ। ਕਿਸੇ ਨੇ ਕਹਿੰਦੇ ਸੀ ਸੋਨੇ ਦਾ ਪੱਤਰਾ, ਉਹ ਲਿਆ ਕੇ ਉੱਥੇ ਲਿਖਿਆ ਸੀ ਮੂਲ ਮੰਤਰ। ਠੀਕ ਹੈ ਜੀ। ਉਹ ਮੂਲ ਮੰਤਰ ਜਿਹੜਾ ਸੀ ਉਹ ਕਿਉਂਕਿ ਜੋ ਗੁਰਬਾਣੀ ਦਾ ਮੂਲ ਮੰਤਰ ਹੈ ਉਹਦੇ ਅਨੁਸਾਰ ਨਹੀਂ ਸੀ ਲੱਗਣਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਉਸ ਮਾਨ ਪਵਿੱਤਰ ਸਥਾਨ ਦੇ ਉੱਤੇ ਜੀ ਉਹ ਗਲਤ ਢੰਗ ਨਾਲ ਲਾਇਆ ਗਿਆ ਸੀ। ਉਹ ਉਸ ਵੇਲੇ ਉਤਾਰ ਕੇ ਰੱਖ ਦਿੱਤਾ ਗਿਆ ਸੀ ਔਰ ਰੱਖ ਕੇ ਫਿਰ ਉਹਨੂੰ ਜਾ ਕੇ ਸੁਨਿਆਰੇ ਕੋਲੋਂ ਤੋਲ ਕੇ ਉਹਨੂੰ ਜਮ੍ਹਾਂ ਕਰ ਦਿੱਤਾ ਗਿਆ ਸੀ। ਇਹ ਨਹੀਂ ਕਿ ਕਿਤੇ ਗੁੰਮ ਗਿਆ ਸੀ, ਉਹਨੂੰ ਉਤਾਰਿਆ ਗਿਆ ਸੀ। ਉਤਾਰ ਕੇ ਉਹਨੂੰ ਤਲਵਾ ਕੇ ਸੁਨਿਆਰੇ ਕੋਲੋਂ ਉਹਨੂੰ ਫਿਰ ਜਿਹੜਾ ਸਾਡਾ ਸਟੋਰ ਹੁੰਦਾ ਜਾਂ ਜਿਹੜਾ ਸਾਡਾ ਖਜ਼ਾਨਾ ਹੁੰਦਾ ਉਹਦੇ 'ਚ ਜਮ੍ਹਾਂ ਕਰ ਦਿੱਤਾ ਜਾਂਦਾ ਹੈ। ਕਿਸੇ ਪਾਸੇ ਦੇਖੋ ਇੱਕ ਗੱਲ ਤੇ ਧਿਆਨ ਰੱਖਿਓ, ਸਾਡਾ 1 ਵੀ ਰੁਪਈਆ ਅਸੀਂ ਜਿਹੜਾ ਉਹ ਕੈਸ਼ ਤੌਰ ਦੇ ਉੱਤੇ ਬਹੁਤ ਘੱਟ ਅਸੀਂ ਦਿੰਦੇ ਹਾਂ। ਜੇ ਅਸੀਂ ਦੇਣਾ ਵੀ ਹੁੰਦਾ ਤਾਂ ਅਸੀਂ ਪਹਿਲਾਂ 20 ਲੱਖ 10 ਲੱਖ ਅਸੀਂ ਖਜ਼ਾਨੇ ਵਿੱਚ ਰੱਖਦੇ ਹਾਂ। ਕੈਸ਼ ਲਿਖਿਆ ਹੁੰਦਾ ਵੀ ਇੰਨਾ ਕੈਸ਼ ਰੱਖ ਲਿਆ ਜਾਵੇ। ਉਹ ਜੇ ਕਿਤੇ ਅਸੀਂ ਕਿਸੇ ਨੂੰ 2000 5000 ਕਿਸੇ ਕੀਰਤਨ ਵਾਲੇ ਨੂੰ ਜਾਂ ਕਿਸੇ ਦਿੰਦੇ ਹਾਂ ਕਿਤੇ ਜਾ ਕੇ, ਫਿਰ ਉਹਦਾ ਬਕਾਇਦਾ ਕਰਕੇ ਦੂਜੇ ਦਿਨ ਕਿੰਨਾ ਕੈਸ਼ ਪਿਆ ਖਜ਼ਾਨੇ ਵਿੱਚ ਬਕਾਇਦਾ ਚੜ੍ਹਦਾ ਲੈਜ਼ਰ ਬੁੱਕ ਦੇ ਉੱਤੇ। ਫਿਰ ਉਹ ਸਾਰੀ ਪੂਰਾ ਅਕਾਊਂਟੇਬਿਲਟੀ ਹੁੰਦੀ ਹੈ। 1 ਵੀ ਰੁਪਈਆ ਸਾਡਾ ਵਾਈਟ, ਸਾਡੇ ਹਰ ਪੈਸਾ ਵਾਈਟ ਚੱਲਦਾ, ਹਰ ਪੈਸਾ ਬੈਂਕ ਰਾਹੀਂ ਚੱਲਦਾ। ਈਵਨ ਗੋਲਕ ਜੋ ਗਿਣਤੀ ਹੁੰਦੀ ਹੈ, ਗੋਲਕ ਗਿਣਨ ਵਾਸਤੇ ਅੰਦਰ ਜਾਂਦੇ ਆ ਸਾਡੇ ਸੇਵਾਦਾਰ, ਉਹਨਾਂ ਦੀ ਬਕਾਇਦਾ ਤਲਾਸ਼ੀ ਹੁੰਦੀ ਹੈ। ਉਹਨਾਂ ਕੋਲ ਨਾ ਕੋਈ ਸੋਨਾ ਹੋਣਾ ਚਾਹੀਦਾ, ਨਾ ਕੋਈ ਚੀਜ਼ ਹੋਣੀ ਚਾਹੀਦੀ ਹੈ, ਨਾ ਕੋਈ ਪੈਸਾ ਹੋਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਸਾਨੂੰ ਕਈ ਵਾਰ ਮਹਿਸੂਸ ਵੀ ਹੁੰਦਾ ਜਦੋਂ ਸਾਰੇ ਤਲਾਸ਼ੀ ਲੈ ਕੇ ਅੰਦਰ ਭੇਜਿਆ ਜਾਂਦਾ, ਉੱਥੇ ਬੈਂਕ ਵਾਲਾ ਹੁੰਦਾ, ਬੈਂਕ ਵਾਲੇ ਨੇ ਸਾਰਿਆਂ ਦੇ ਸਾਹਮਣੇ ਜਿਹੜੀ ਗਿਣਤੀ ਹੋਈ ਹੁੰਦੀ ਹੈ ਉਹ ਬੈਂਕ ਵਿੱਚ ਜਮ੍ਹਾਂ ਕਰਕੇ ਬਕਾਇਦਾ ਰਸੀਦ ਕੱਟ ਕੇ ਮੈਨੇਜਰ ਨੂੰ ਦੇ ਕੇ ਜਾਂਦਾ। ਕੋਈ ਪੈਸਾ ਜਿਹੜਾ ਉਹ ਬੈਂਕ ਵਿੱਚ ਮੌਕੇ 'ਤੇ ਚਲਾ ਜਾਣਾ ਹੁੰਦਾ, ਕਿਸੇ ਬਾਹਰ ਨਹੀਂ ਜਾਣਾ ਹੁੰਦਾ। ਫਿਰ ਜਦੋਂ ਬਾਹਰ ਕੱਢਣੇ ਗਿਣਤੀ ਕਰਨ ਵਾਲਿਆਂ ਨੂੰ ਫਿਰ ਤਲਾਸ਼ੀ ਲੈ ਕੇ ਭੇਜਣਾ ਹੁੰਦਾ। 100 ਰੁਪਇਆ ਵੀ ਕੋਈ ਗਲਤੀ ਕਰ ਲੇ ਨਾ, 100 ਰੁਪਇਆ ਸਸਪੈਂਸ਼ਨ ਸਿੱਧੀ ਹੁੰਦੀ ਹੈ। ਇੰਨਾ ਇੱਥੇ ਮਤਲਬ ਸਿਸਟੇਮੈਟਿਕਲੀ ਚੱਲਦਾ ਹੈ। ਇਹ ਕਰਪਸ਼ਨ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਜੀ। ਇੱਥੇ ਗੁਰੂ ਘਰ ਦੀ ਮਰਿਆਦਾ ਦੇ ਵਿੱਚ ਤੁਸੀਂ ਕੋਈ ਮਾੜੀ ਮੋਟੀ ਵੀ ਕੁਤਾਹੀ ਬੜੀ ਔਖੀ ਹੈ। ਹਾਂ ਠੀਕ ਹੈ, ਮੁਲਾਜ਼ਮ ਕਿਸੇ ਵੇਲੇ ਗਲਤੀ ਕਰ ਸਕਦੇ, ਮੈਂਬਰ ਕੋਈ ਕਰ ਸਕਦਾ। ਮੈਂ ਤਾਂ ਕਹਿ ਰਹੀ ਹਾਂ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਵਿੱਚ ਕੋਈ ਗਲਤੀ ਨਹੀਂ ਕਰ ਸਕਦਾ। ਉਹਦੇ ਅਨੁਸਾਰ ਉਹਦੇ ਕਾਰਜਸ਼ੈਲੀ ਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇੰਨੀ ਸਖਤ ਕਾਰਵਾਈ ਤਾਂ ਸ਼ਾਇਦ ਸਰਕਾਰ 'ਚ ਨਾ ਹੋਵੇ ਜਿੰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੁੰਦੀ। ਕੇਵਲ ਸਾਡੀਆਂ ਕੁਤਾਹੀਆਂ ਹੋ ਸਕਦੀਆਂ, ਸਾਡੀਆਂ ਗਲਤੀਆਂ ਹੋ ਸਕਦੀਆਂ, ਸਾਡੀਆਂ ਨਿਗਹਿਲੀਆਂ ਹੋ ਸਕਦੀਆਂ, ਸਾਡੀ ਨਲਾਇਕੀ ਹੋ ਸਕਦੀ, ਕੋਈ ਬੰਦਾ ਗਲਤ ਹੋ ਸਕਦਾ, ਕੋਈ ਮੁਲਾਜ਼ਮ ਗਲਤ ਹੋ ਸਕਦਾ, ਕੋਈ ਮੈਂਬਰ ਗਲਤ ਹੋ ਸਕਦਾ, ਬਾਕੀ ਉਹਦੇ ਸਿਸਟਮ ਵਿੱਚ ਕੋਈ ਗਲਤੀ ਨਹੀਂ ਹੋ ਸਕਦੀ। ਬਿਲਕੁਲ ਠੀਕ। ਬੀਬੀ ਜੀ ਅੱਜ ਤੁਸੀਂ ਇੰਨੀ ਖੁੱਲ੍ਹਦਿਲੀ ਦੇ ਨਾਲ ਹਰੇਕ ਸਵਾਲ ਨੂੰ ਉਹਦਾ ਜਵਾਬ ਦਿੱਤਾ ਐਂਡ ਵੱਡੀ ਗੱਲ ਇਹ ਕਿ ਜਿਹੜੀਆਂ ਤੁਹਾਨੂੰ ਲੱਗਿਆ ਕਿ ਕਮੀਆਂ ਸੀ ਉਹਨਾਂ ਕਮੀਆਂ ਨੂੰ ਤੁਸੀਂ ਐਕਸੈਪਟ ਵੀ ਕੀਤਾ ਅਤੇ ਅੱਗੇ ਤੋਂ ਠੀਕ ਕਰਨ ਦੀ ਗੱਲ ਕੀਤੀ। ਮੈਂ ਕੋਈ ਗੱਲ ਪੁੱਛਣੀ ਭੁੱਲ ਗਿਆ ਹੋਵਾਂ, ਤੁਸੀਂ ਇਸ ਪ੍ਰਾਈਮ ਏਸ਼ੀਆ ਦੇ ਪਲੇਟਫਾਰਮ ਤੋਂ ਕਹਿਣੀ ਚਾਹੋ ਸਮੁੱਚੀ ਦੁਨੀਆ 'ਚ ਬੈਠੀ ਸਿੱਖ ਸੰਗਤ ਨੂੰ
ਤਾਂ ਜ਼ਰੂਰ ਕਹੋ ਜੀ ਜਾਂਦੇ ਜਾਂਦੇ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡਾ ਇਤਿਹਾਸ ਬੜਾ ਮਹਾਨ ਹੈ, ਤੁਹਾਡੀਆਂ ਕੁਰਬਾਨੀਆਂ, ਤੁਹਾਡੀਆਂ ਸ਼ਹਾਦਤਾਂ ਦੁਨੀਆ ਨਾਲੋਂ ਵਿਲੱਖਣ ਹੈ। ਆਪਣੀ ਉਸ ਮਹਾਨ ਸੰਸਥਾ ਨੂੰ ਬਣਾਉਣ ਵਾਸਤੇ ਤੁਹਾਡੇ ਬਜ਼ੁਰਗਾਂ ਨੇ ਬਹੁਤ ਵੱਡੀ ਸ਼ਹਾਦਤਾਂ ਦਿੱਤੀਆਂ, ਔਰ ਇਹ ਵੀ ਮਾਣ ਨਾਲ ਸਿਰ ਉੱਚਾ ਕਰਕੇ ਕਿਹਾ ਕਰੋ ਕਿ ਦੁਨੀਆ 'ਚ ਸਾਰੇ ਧਰਮਾਂ 'ਚੋਂ ਇੱਕੋ ਇੱਕ ਧਰਮ ਹੈ ਸਿੱਖ ਧਰਮ, ਜਿਸ ਦੀ ਇੱਕ ਉਹ ਸੰਸਥਾ ਹੈ ਜਿਹੜੀ ਕਿਸੇ ਐਕਟ ਦੇ ਤਹਿਤ ਚੱਲਦੀ ਹੈ, ਕਿਸੇ ਨਿਯਮਾਂ ਸੰਵਿਧਾਨ ਅਨੁਸਾਰ ਚੱਲਦੀ ਹੈ, ਕਿਸੇ ਕਹਿੰਦੇ ਵੀ ਸਰਕਾਰ ਦੇ, ਸੈਂਟਰ ਸਰਕਾਰ ਦੇ ਇਲੈਕਸ਼ਨ ਕਮਿਸ਼ਨ ਦੇ ਤਹਿਤ ਚੋਣ ਲੜ ਕੇ ਉੱਥੇ ਮੈਂਬਰ ਆਉਂਦੇ ਹੈ। ਹਰ ਇੱਕ ਨੂੰ ਆਜ਼ਾਦੀ ਹੈ, ਕੋਈ ਚੋਣ ਲੜ ਸਕਦਾ ਹੈ, ਕੋਈ ਕਿਸੇ ਦੀ ਮਨਾਹੀ ਨਹੀਂ, ਔਰ ਜਿਹੜੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ। ਇੱਕੋ ਇੱਕ ਸੰਸਥਾ। ਸੋ ਮੇਰੀ ਬੇਨਤੀ ਹੈ ਸਾਧ ਸੰਗਤ ਜੀ ਕਿ ਛੋਟੀਆਂ ਮੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਹਮੇਸ਼ਾ ਆਪਣੀ ਮਹਾਨ ਸੰਸਥਾ ਦੀ ਮਹਾਨਤਾ ਨੂੰ ਦੇਖਿਆ ਕਰੋ। ਜਦੋਂ ਵੀ ਕੋਈ ਗੱਲ ਕਰਦਾ, ਇਹ ਪਹਿਲਾਂ ਸਾਡੇ ਉੱਤੇ ਇਹ ਵਾਰ ਕਰਨ ਦੀ ਕੋਈ ਕੋਸ਼ਿਸ਼ ਕਰਦਾ ਕਿ ਕਿਸੇ ਤਰੀਕੇ ਨਾਲ ਸਿੱਖੀ ਸਿਧਾਂਤ ਨੂੰ ਠੇਸ ਪਹੁੰਚਾਈ ਜਾਵੇ, ਸਿੱਖ ਕੌਮ ਦੀ ਭਾਵਨਾਵਾਂ ਨੂੰ ਕੁਚਲਿਆ ਜਾਵੇ, ਔਰ ਜੋ ਵੀ ਜ਼ੁਲਮ ਕਿਸੇ ਸਰਕਾਰਾਂ ਨੇ ਕੀਤੇ ਉਹਨਾਂ ਨੂੰ ਕਦੀ ਨਾ ਭੁਲਾਓ, ਕਿਉਂਕਿ ਜੇ ਤੁਸੀਂ ਭੁੱਲ ਜਾਓਗੇ ਤਾਂ ਫਿਰ ਰੁੱਲ ਜਾਓਗੇ। ਸਿੱਖ ਦੀਆਂ ਕੁਰਬਾਨੀਆਂ ਹੀ ਸਾਡੇ ਵਾਸਤੇ, ਸਾਡਾ ਇਤਿਹਾਸ ਹੀ ਸਾਡੇ ਵਾਸਤੇ ਇੱਕ ਵੱਡਾ ਚਾਨਣ ਮੁਨਾਰਾ। ਸੋ ਮੇਰੀ ਬੇਨਤੀ ਹੈ, ਮੈਂ ਤੁਹਾਡੀ ਸੇਵਾਦਾਰ ਹਾਂ, ਕਿਉਂਕਿ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਜੋ ਪਰਮੇਸ਼ਰ ਕਰਵਾ ਰਿਹਾ, ਅਸੀਂ ਸੇਵਾ 'ਚ ਜੁਟੇ ਹੋਏ ਹਾਂ। ਬਹੁਤ ਸਾਰੀਆਂ ਕੁਤਾਹੀਆਂ ਵੀ ਹੁੰਦੀਆਂ ਹੋਣਗੀਆਂ, ਬਹੁਤ ਸਾਰੀਆਂ ਕਮੀਆਂ ਵੀ ਰਹਿੰਦੀਆਂ ਹੋਣਗੀਆਂ, ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ ਹੋਣਗੀਆਂ। ਅਨਾੜੀ ਬੱਚੇ ਹੈ, ਤੁਹਾਡੇ ਸੇਵਾਦਾਰ ਹੈ, ਤੁਹਾਡੇ ਚਰਨਾਂ ਦੇ ਦਾਸ ਹੈ। ਦਾਸਾਂ ਨੂੰ ਬਖਸ਼ ਲੈਣਾ ਹੀ ਇੱਕ ਮਹਾਨਤਾ ਹੁੰਦੀ ਹੈ। ਅੱਗੋਂ ਤੋਂ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਸਮੱਤ ਦੇਵੇ ਕਿ ਅਸੀਂ ਵੱਡੇ ਕਾਰਜ ਕਰਕੇ ਤੁਹਾਡੀ ਸੇਵਾ ਵਿੱਚ ਆਪਣੇ ਫਰਜ਼ ਨਿਭਾ ਸਕੀਏ। ਮੇਰੀ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਸਾਰੇ ਰਲ ਕੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ ਦੇ ਮਾਹਵਾਕ ਅਨੁਸਾਰ, ਕਿਸੇ ਭੰਬਲ ਪੁੱਸੇ 'ਚ ਨਾ ਪਈਏ। ਤੁਹਾਡਾ ਘਰ ਹੈ, ਜਦੋਂ ਮਰਜ਼ੀ ਜੋ ਮਰਜ਼ੀ ਤੁਸੀਂ ਮੈਨੂੰ ਪੁੱਛਣਾ ਚਾਹੋ, ਮੈਂ ਤੁਹਾਡੀ ਸੇਵਾ 'ਚ ਹਰ ਵੇਲੇ ਹਾਜ਼ਰ ਹਾਂ। ਤੁਹਾਡੀ ਦਾਸ, ਤੁਹਾਡੀ ਸੇਵਾਦਾਰ ਬਣ ਕੇ ਹਮੇਸ਼ਾ ਹੀ ਤੁਹਾਡੇ ਦਿੱਤੇ ਹੋਏ ਪੈਗਾਮ 'ਤੇ ਚੱਲ ਕੇ ਆਪਣੀ ਜ਼ਿੰਮੇਵਾਰੀ ਨਿਭਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਬੀਬੀ ਜੀ ਸਮਾਂ ਦੇਣ ਦੇ ਲਈ ਪ੍ਰਾਈਮ ਏਸ਼ੀਆ ਟੀਵੀ ਨੂੰ। ਬਹੁਤ ਧੰਨਵਾਦ। ਥੈਂਕ ਯੂ ਜੀ, ਤੁਹਾਡਾ ਵੀ ਧੰਨਵਾਦ। ਤੁਸੀਂ ਮੈਨੂੰ ਸਮਾਂ ਦਿੱਤਾ ਕਿ ਮੈਂ ਆਪਣੇ ਤੁਹਾਡੇ ਸਾਰੇ ਸਰੋਤਿਆਂ ਦੇ ਨਾਲ ਦੁਨੀਆ ਭਰ ਵਿੱਚ ਬੈਠੇ ਆਪਣੇ ਵੀਰਾਂ ਭੈਣਾਂ ਨਾਲ ਕੁਝ ਵਿਚਾਰਾਂ ਦੀ ਸਾਂਝ ਪਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਜੀ। ਤੇ ਅੱਜ ਜਿਸ ਤਰ੍ਹਾਂ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਐਕਸੈਪਟ ਕੀਤਾ ਜਾਂ ਉਹਨਾਂ ਨੇ ਪੂਰੀ ਸਿੱਖ ਸੰਗਤ ਦੇ ਸਾਹਮਣੇ ਆਪਣਾ ਦਿਲ ਖੋਲ੍ਹਿਆ, ਆਸ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਵਾਲ ਲੋਕ ਮਨਾਂ ਦੇ ਵਿੱਚ ਹੋਣਗੇ ਜਾਂ ਸਿੱਖ ਸੰਗਤਾਂ ਦੇ ਮਨਾਂ 'ਚ ਹੋਣਗੇ, ਉਹਨਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਫਿਰ ਵੀ ਜੇ ਕੋਈ ਗੱਲ ਰਹਿ ਗਈ ਹੋਈ ਤਾਂ ਇਨ ਫਿਊਚਰ ਆਪਾਂ ਦੁਬਾਰਾ ਵੀ ਇਸ ਮੁੱਦੇ ਦੇ ਉੱਪਰ ਗੱਲ ਕਰ ਲਵਾਂਗੇ। ਬਾਕੀ ਪ੍ਰਾਈਮ ਏਸ਼ੀਆ ਟੀਵੀ ਦਾ ਪਲੇਟਫਾਰਮ ਅੱਗੇ ਵੀ ਕਹਿੰਦਾ ਹੁੰਦਾ ਕਿ ਹਰੇਕ ਦੇ ਲਈ ਓਪਨ ਹੈ, ਹਰੇਕ ਦੇ ਲਈ ਖੁੱਲ੍ਹਾ ਹੈ। ਕੋਈ ਵੀ ਬੰਦਾ ਇਸ ਗੱਲ ਨੂੰ, ਕਿਸੇ ਵੀ ਗੱਲ ਨੂੰ ਕੋਈ ਕਾਊਂਟਰ ਕਰਨਾ ਚਾਹੇ ਜਾਂ ਕੋਈ ਆਪਣੀ ਗੱਲ ਰੱਖਣੀ ਚਾਹੇ ਤਾਂ ਤੁਹਾਡਾ ਵੀ ਮੋਸਟ ਵੈਲਕਮ ਹੈ ਜੀ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।